हाँ जी, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਤੁਸੀਂ ਨੇ ਪੰਜਾਬੀ ਮੈਰਾਥਨ ਦੀ ਕਲਾਸ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਅਸੀਂ ਮਜਬੂਰ ਹੋ ਗਏ ਪੰਜਾਬੀ ਪੈਡਾਗੋਜੀ ਦੀ ਕਲਾਸ ਬਣਾਉਣ ਦੇ ਲਈ ਵੀ। ਤਾਂ ਉਸ ਮੋਟੀਵੇਸ਼ਨ ਦੇ ਚੱਲਦਿਆਂ ਹੀ ਅੱਜ ਅਸੀਂ ਇਹ ਸਟਾਰਟ ਕਰ ਜਾ ਰਹੇ ਹਾਂ ਪੰਜਾਬੀ ਸਿੱਖਿਆ ਸ਼ਾਸਤਰ, ਯਾਨੀ ਕਿ ਪੰਜਾਬੀ ਪੈਡਾਗੋਜੀ। ਲੈਂਗੁਏਜ ਦੀ ਪੈਡਾਗੋਜੀ ਹੈ। ਕੁਝ ਪੁਆਇੰਟਸ ਨੇ ਜਿਹੜੇ ਉਹ ਤੁਹਾਨੂੰ ਇਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਵੀ ਕੰਮ ਦੇ ਜਾਣਗੇ, ਤਾਂ ਧਿਆਨ ਨਾਲ ਸਮਝਣ 'ਤੇ ਫੋਕਸ ਕਰਿਓ ਤੇ ਕਲਾਸ ਨੂੰ ਇੰਜੋਏ ਕਰਿਓ। ਵਧੀਆ ਇੱਕ ਮਾइंड ਨੂੰ ਖੋਲ੍ਹ ਕੇ ਫਿਰ ਕਲਾਸ ਨੂੰ ਸਟਾਰਟ ਕਰਿਓ, ਫਿਰ ਬੈਠਿਓ, ਠੀਕ ਹੈ ਜੀ। ਅਤੇ ਨਾਲ ਅਸੀਂ ਇੱਕ ਬੇਨਤੀ ਇਹ ਵੀ ਤੁਹਾਨੂੰ ਕਰਦੇ ਹਾਂ ਕਿ ਨਾਲ ਤੁਸੀਂ ਆਪਣਾ ਕਾਪੀ ਪੈਨ ਜ਼ਰੂਰ ਚੱਕੋ। ਜੋ ਇੰਪੋਰਟੈਂਟ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਨੋਟ ਕਰਿਓ, ਕਿਉਂਕਿ ਕੀ ਹੁੰਦਾ ਕਈ ਵਾਰ ਆਪਣਾ ਜਿਹੜਾ ਇਨਫੋਰਮੇਸ਼ਨ ਜ਼ਿਆਦਾ ਮਿਲ ਜਾਂਦੀ ਹੈ ਵੀਡੀਓ ਤੋਂ, ਫਿਰ ਉਹ ਇਨਫੋਰਮੇਸ਼ਨ ਦਿਮਾਗ 'ਚ ਤਾਂ ਨਹੀਂ ਰਹਿੰਦੀ। ਪਹਿਲਾਂ ਉਹਨੂੰ ਕਾਪੀ 'ਚ ਲੈ ਆਓ, ਫਿਰ ਉਹ ਕਾਪੀ ਤੋਂ ਹੌਲੀ ਹੌਲੀ ਦਿਮਾਗ ਦੇ ਵਿੱਚ ਆ ਜਾਊਗੀ, ਠੀਕ ਹੈ ਜੀ। ਤਾਂ ਮਾइंड ਨੂੰ ਜਦੋਂ ਖੋਲ੍ਹ ਕੇ ਬੈਠੋਗੇ ਫਿਰ ਕੁਝ ਚੀਜ਼ਾਂ ਤਾਂ ਆਟੋਮੈਟਿਕਲੀ ਐਟ ਏ ਟਾਈਮ ਹੀ ਫਿੱਟ ਹੋ ਜਾਣਗੀਆਂ ਦਿਮਾਗ 'ਚ, ਪਰ ਕੁਝ ਚੀਜ਼ਾਂ ਨੇ ਜਿਹੜੀਆਂ ਪੁਆਇੰਟਸ ਨੇ ਉਹ ਕੀ ਹੁੰਦੇ ਨੇ, ਮਤਲਬ ਜ਼ਿਆਦਾ ਹੋ ਜਾਂਦੇ ਨੇ। ਤਾਂ ਉਹ ਪੁਆਇੰਟਸ ਨੂੰ ਕੁਝ ਨੂੰ ਨੋਟ ਵੀ ਜ਼ਰੂਰ ਕਰਿਓ। ਤਾਂ ਦੇਖੋ ਜੀ, ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆਉਂਦੇ ਨੇ ਪੈਡਾਗੋਜੀ ਦੇ ਵਿੱਚ, ਜਿਵੇਂ ਕਿ ਇਹ ਕੁਐਸਚਨ ਕਿ ਬੱਚੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਕੌਸ਼ਲ ਪ੍ਰਫੁੱਲਤ ਹੁੰਦੀ ਹੈ, ਭਾਸ਼ਾ ਵਿੱਚ ਨਿਪੁੰਨ ਬਣਨ ਲਈ ਜ਼ਰੂਰੀ ਕੀ ਹੈ, ਭਾਸ਼ਾ ਕੁਸ਼ਲਤਾਵਾਂ ਦੀ ਸਹੀ ਤਰਤੀਬ ਕੀ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਮਝ ਜਾਓਗੇ ਜਦ ਤੁਸੀਂ ਨੇ ਇਹ ਪੂਰੀ ਕਲਾਸ ਦੇਖ ਲਈ, ਠੀਕ ਹੈ ਜੀ। ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਤਾਂ ਜਵਾਬ ਉਦੋਂ ਹੀ ਦੇ ਦੋਗੇ, ਕਿਉਂਕਿ ਪੈਡਾਗੋਜੀ ਬਾਹਲੀ ਔਖੀ ਨਹੀਂ ਹੈਗੀ, ਪਰ ਇੱਕ ਕੰਡੀਸ਼ਨ ਹੈ ਕਿ ਤੁਸੀਂ ਸਮਝਣੀ ਪਊਗੀ ਤੁਹਾਨੂੰ। ਇਹਦਾ ਕੋਈ ਇਹ ਨਹੀਂ ਵੀ ਫਿਕਸ ਆਨਸਰ ਹੋਏਗਾ, ਤੁਹਾਨੂੰ ਆਪਣੀ ਸੈਂਸ ਡਿਵੈਲਪ ਕਰਨੀ ਪਵੇਗੀ। ਇਹ ਕਲਾਸ ਪੈਡਾਗੋਜੀ ਦੀ ਕਲਾਸ ਲਗਾਉਣ ਦਾ ਕੀ ਮੋਟਿਵ ਹੁੰਦਾ ਹੈ ਕਿ ਆਪਾਂ ਆਪਣੀ ਸੈਂਸ ਨੂੰ ਡਿਵੈਲਪ ਕਰੀਏ। ਜੋ ਤੁਹਾਡੀ ਉਹ ਸੋਚ ਨਹੀਂ ਉਸ ਤਰ੍ਹਾਂ ਦੀ ਬਣ ਗਈ, ਤੁਸੀਂ ਕਿਸੇ ਵੀ ਤਰੀਕੇ ਨਾਲ ਪ੍ਰਸ਼ਨ ਪੁੱਛਿਆ ਜਾਵੇ ਤੁਸੀਂ ਉਹਦਾ ਜਵਾਬ ਦੇ ਦੇਵੋਗੇ। ਦੇਖੋ ਜੀ, ਸਟਾਰਟ ਕਰਨ ਜਾ ਰਹੇ ਹਾਂ ਲੈਂਗੁਏਜ ਸਕਿੱਲਸ, ਯਾਨੀ ਕਿ ਭਾਸ਼ਾ ਕੌਸ਼ਲ। ਭਾਸ਼ਾ ਕੌਸ਼ਲ ਦਾ ਮੀਨਿੰਗ ਹੁੰਦਾ ਹੈ ਕਿ ਜਿਹੜੀ ਆਪਣੀ ਭਾਸ਼ਾ ਹੈ, ਠੀਕ ਹੈ, ਭਾਸ਼ਾ ਕੀ ਹੁੰਦੀ ਹੈ ਕਿ ਮਨੁੱਖ ਆਪਣੇ ਮਨ ਦੇ ਭਾਵਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਜੋ ਸਾਧਨ ਵਰਤਦਾ ਉਸ ਨੂੰ ਅਸੀਂ ਭਾਸ਼ਾ ਜਾਂ ਬੋਲੀ ਆਖਦੇ ਹਾਂ। ਅਤੇ ਉਸ ਦੇ ਨਾਲ ਸੰਬੰਧਿਤ ਕੁਝ ਸਕਿੱਲਸ ਨੇ। ਮਤਲਬ ਭਾਸ਼ਾ ਨੂੰ ਅਸੀਂ ਕੀ ਕਰਦੇ ਹਾਂ, ਜਾਂ ਤਾਂ ਗ੍ਰਹਿਣ ਕਰਦੇ ਹਾਂ ਜਾਂ ਅਸੀਂ ਉਸ ਦਾ ਪ੍ਰਗਟਾ ਕਰਦੇ ਹਾਂ। ਮਤਲਬ ਤੁਸੀਂ ਇਹ ਸੋਚੋ ਵੀ ਜੋ ਗੱਲ ਮੇਰੇ ਮੂੰਹ ਵਿੱਚੋਂ ਨਿਕਲ ਰਹੀ ਹੈ ਉਹ ਤੁਹਾਡੇ ਦਿਮਾਗ ਦੇ ਵਿੱਚ ਐਂਟਰ ਕਰ ਰਹੀ ਹੈ, ਤਾਂ ਉਹ ਕੀ ਹੋ ਰਿਹਾ, ਮਤਲਬ ਮੈਂ ਪ੍ਰਗਟਾ ਕਰ ਰਹੀ ਹਾਂ ਉਹਦਾ ਅਤੇ ਤੁਸੀਂ ਉਸ ਚੀਜ਼ ਨੂੰ ਗ੍ਰਹਿਣ ਕਰ ਰਹੇ ਹੋ, ਠੀਕ ਹੈ ਜੀ। ਤਾਂ ਗ੍ਰਹਿਣ ਕਰਨ ਦਾ ਮੀਨਿੰਗ ਕੀ ਹੈ ਕਿ ਕੋਈ ਇਨਫੋਰਮੇਸ਼ਨ ਆਪਣੇ ਦਿਮਾਗ ਦੇ ਅੰਦਰ ਐਂਟਰ ਕਰ ਜਾਣੀ, ਠੀਕ ਹੈ। ਜਾਂ ਆਪਣਾ ਮੰਨ ਕੇ ਚਲੋ ਇੱਦਾਂ ਕਹਿ ਲਓ ਵੀ ਇਹ ਆਪਣਾ ਆਲਾ ਦੁਆਲਾ ਹੈ, ਠੀਕ ਹੈ ਜੀ, ਅਤੇ ਇਹ ਮਨੁੱਖ ਹੈ। ਤਾਂ ਇਹ ਜਿਹੜਾ ਮਨੁੱਖ ਹੈ, ਠੀਕ ਹੈ ਜੀ, ਇੱਧਰੋਂ ਆਲੇ ਦੁਆਲੇ ਤੋਂ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਉਹ ਆਪਣੇ ਸਰੀਰ ਦੇ ਵਿੱਚ ਜਾ ਰਹੀ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਮਨੁੱਖ ਕੀ ਕਰ ਰਿਹਾ, ਉਹ ਚੀਜ਼ ਨੂੰ ਗ੍ਰਹਿਣ ਕਰ ਰਿਹਾ ਹੈ। ਤਾਂ ਭਾਸ਼ਾ ਕੌਸ਼ਲ ਹੈ ਜਿਹੜਾ ਉਹ ਗ੍ਰਹਿਣ ਕਰਦੇ ਆਪਾਂ। ਜਾਂ ਫਿਰ ਕੀ ਹੈ ਕਿ ਇਹ ਮੰਨ ਕੇ ਚੱਲੋ ਮਨੁੱਖ ਹੈ, ਠੀਕ ਹੈ ਜੀ, ਤਾਂ ਉਹ ਕੀ ਕਰ ਰਿਹਾ, ਆਪਣੇ ਆਲੇ ਦੁਆਲੇ ਦੇ ਵਿੱਚ ਕੁਝ ਚੀਜ਼ਾਂ ਨੂੰ ਫੈਲਾ ਰਿਹਾ ਹੈ। ਮਤਲਬ ਉਹਦੇ ਸਰੀਰ ਵਾਲੀ ਚੀਜ਼ ਸੀ, ਉਹਦੇ ਸਰੀਰ ਦੇ ਵਿੱਚ ਜੋ ਇਨਫੋਰਮੇਸ਼ਨ ਸੀ, ਦਿਮਾਗ ਦੇ ਵਿੱਚ ਇਨਫੋਰਮੇਸ਼ਨ ਸੀ, ਉਹਨੇ ਕੀ ਕੀਤੀ, ਬਾਹਰ ਫੈਲਾਈ, ਬਾਹਰ ਉਸ ਦਾ ਪ੍ਰਗਟਾ ਕੀਤਾ। ਤਾਂ ਕੁੱਲ ਮਿਲਾ ਕੇ ਜਿਹੜਾ ਭਾਸ਼ਾ ਕੌਸ਼ਲ ਹੈ ਉਸ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਪ੍ਰਗਟਾ ਕਰਨਾ ਅਤੇ ਗ੍ਰਹਿਣ ਕਰਨਾ। ਤਾਂ ਕੁੱਲ ਮਿਲਾ ਕੇ ਕੀ ਹੋ ਗਈ ਵੀ ਕੁਝ ਇਨਫੋਰਮੇਸ਼ਨ ਆਪਣੇ ਸਰੀਰ ਦੇ ਵਿੱਚ ਜਾ ਰਹੀ ਹੈ, ਕੁਝ ਇਨਫੋਰਮੇਸ਼ਨ ਆਪਣੇ ਸਰੀਰ 'ਚੋਂ ਆ ਰਹੀ ਹੈ। ਜਿਵੇਂ ਕੁੱਲ ਮਿਲਾ ਕੇ ਤੁਸੀਂ ਇੱਦਾਂ ਕਹਿ ਸਕਦੇ ਹੋ ਕਿ ਦੇਖੋ ਜੀ, ਤੁਸੀਂ ਹੁਣ ਕੀ ਕਰ ਰਹੇ ਹੋ, ਮੇਰੀ ਆਵਾਜ਼ ਸੁਣ ਰਹੇ ਹੋ, ਠੀਕ ਹੈ, ਸੁਣ ਰਹੇ ਹੋ। ਜਾਂ ਫਿਰ ਜੋ ਚੀਜ਼ ਸਕਰੀਨ 'ਤੇ ਲਿਖੀ ਹੋਈ ਹੈ, ਜਿਵੇਂ ਤੁਸੀਂ ਗ੍ਰਹਿਣ ਕਰਨਾ, ਸਕਰੀਨ 'ਤੇ ਲਿਖਿਆ ਹੋਇਆ ਤੁਸੀਂ ਨੇ ਪੜ੍ਹਿਆ, ਮਤਲਬ ਕਿ ਮੇਰੀ ਗੱਲ ਤੁਹਾਡੇ ਤੱਕ ਕਿੱਦਾਂ ਪਹੁੰਚੀ, ਤੁਸੀਂ ਨੇ ਗ੍ਰਹਿਣ ਕੀਤੀ। ਕਿਵੇਂ ਗ੍ਰਹਿਣ ਕੀਤੀ, ਹੋ ਸਕਦਾ ਤੁਸੀਂ ਨੇ ਸੁਣਿਆ ਹੋਵੇ, ਜੇ ਮੈਂ ਕੁਛ ਨਾ ਬੋਲਾਂ, ਡਾਇਰੈਕਟ ਤੁਹਾਡੇ ਸਾਹਮਣੇ ਕੁਝ ਲਿਖਿਆ ਪਿਆ, ਤੁਸੀਂ ਤਾਂ ਵੀ ਗੱਲ ਨੂੰ ਕੀ ਕਰ ਲਓਗੇ, ਆਪਣੇ ਅੰਦਰ ਲੈ ਜਾਓਗੇ, ਫਿਰ ਵੀ ਉਹ ਇਨਫੋਰਮੇਸ਼ਨ ਤੁਹਾਡੇ ਤੱਕ ਪੁੱਜ ਜਾਊਗੀ। ਪਰ ਜੇਕਰ ਮੰਨ ਕੇ ਚੱਲੋ ਮੈਂ ਕੁਛ ਲਿਖ ਨਹੀਂ ਰਿਹਾ, ਸਾਹਮਣੇ ਕੁਛ ਵੀ ਨਹੀਂ ਲਿਖਿਆ ਹੋਇਆ, ਮੈਂ ਤੁਹਾਨੂੰ ਸਿਰਫ ਬੋਲ ਕੇ ਦੱਸ ਰਿਹਾ, ਤੁਸੀਂ ਸੁਣ ਰਹੇ ਹੋ, ਤਾਂ ਤੁਸੀਂ ਸੁਣ ਕੇ ਵੀ ਗ੍ਰਹਿਣ ਕਰ ਸਕਦੇ ਹੋ ਅਤੇ ਤੁਸੀਂ ਪੜ੍ਹ ਕੇ ਵੀ ਗ੍ਰਹਿਣ ਕਰ ਸਕਦੇ ਹੋ। ਆਪਾਂ ਨਾਲ ਅਟੈਚ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਬੜਾ ਈਜ਼ੀ ਹੋ ਜਾਊਗਾ ਇਹ ਟੌਪਿਕ, ਠੀਕ ਹੈ ਜੀ। ਤਾਂ ਇਸ ਤੋਂ ਬਿਨਾਂ ਜੇਕਰ ਗੱਲ ਕਰਾਂ, ਇਹ ਤਾਂ ਮੈਂ ਤੁਹਾਡੇ ਪੁਆਇੰਟ ਆਫ ਵਿਊ ਤੋਂ ਗੱਲ ਕਰਤੀ। ਤੁਹਾਡੇ ਪੁਆਇੰਟ ਆਫ ਵਿਊ ਤੋਂ ਮੈਂ ਕੀ ਗੱਲ ਕੀਤੀ ਹੈ ਵੀ ਜਾਂ ਤਾਂ ਤੁਸੀਂ ਸੁਣ ਰਹੇ ਹੋ, ਠੀਕ ਹੈ ਜੀ, ਜਾਂ ਫਿਰ ਤੁਸੀਂ ਪੜ੍ਹ ਰਹੇ ਹੋ। ਤੁਸੀਂ ਜੇ ਨਹੀਂ ਸੁਣ ਰਹੇ, ਦੇਖੋ ਮੇਰੀ ਗੱਲ, ਜਿਹੜੀ ਗੱਲ ਮੈਂ ਹੁਣ ਬੋਲ ਰਿਹਾ ਵੀ ਤੁਸੀਂ ਸੁਣਿਆ ਹੈ, ਤਾਂ ਇਹ ਵੀ ਤੁਸੀਂ ਸੁਣੇ ਹੈ, ਸਮਝੀਏ, ਮਤਲਬ ਡੀਪ 'ਚ ਕਿੰਨਾ ਚਲੇ ਗਏ ਵੀ ਇਹ ਗੱਲ ਵੀ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਹੋਏਗੀ ਜਿਹੜੀ ਮੈਂ ਬੋਲ ਰਿਹਾ। ਮਤਲਬ ਜਦੋਂ ਮੈਂ ਪ੍ਰਗਟਾ ਕੀਤਾ, ਠੀਕ ਹੈ ਜੀ, ਤਾਂ ਇਹ ਮੇਰਾ ਪੁਆਇੰਟ ਆਫ ਵਿਊ ਹੋ ਗਿਆ ਵੀ ਮੈਂ ਕੀ ਕਰ ਰਿਹਾ, ਆਪਣੀ ਗੱਲ ਦਾ ਪ੍ਰਗਟਾ ਕਰ ਰਿਹਾ। ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਵੀ ਭਾਸ਼ਾ ਕੌਸ਼ਲ ਕੀ ਹੈ, ਅਤੇ ਇਹ ਮੈਂ ਕਾਹਦੇ ਥਰੂ ਦੇ ਰਿਹਾ, ਜਾਂ ਤਾਂ ਦੇਖੋ ਮੈਂ ਬੋਲ ਕੇ ਦੱਸ ਰਿਹਾ ਤੁਹਾਨੂੰ, ਜਿਹੜਾ ਮੇਰੇ ਮਨ ਵਿੱਚ ਗੱਲ ਹੈ ਉਹ ਮੈਂ ਤੁਹਾਨੂੰ ਤੁਹਾਡੇ ਤੱਕ ਕਿਵੇਂ ਆਈ। ਆਪਾਂ ਕਦੇ ਫੇਸ ਟੂ ਫੇਸ ਤਾਂ ਮਿਲੇ ਨਹੀਂ ਵੀ ਤੁਸੀਂ ਐਕਸਪ੍ਰੈਸ਼ਨ ਦੇ ਥਰੂ ਆਪਾਂ ਨੂੰ ਮੇਰੀ ਗੱਲ ਸਮਝ ਗਏ ਹੋਵੋਗੇ। ਮੈਂ ਜਾਂ ਤਾਂ ਬੋਲ ਕੇ ਤੁਹਾਡੇ ਤੱਕ ਆਪਦੀ ਗੱਲ ਪਹੁੰਚਾਈ ਹੈ,
ਜਾਂ ਫਿਰ मैं लिख के। ਇਹ देखो मैं लिखिया पे स्क्रीन के सामने। तो इस तरह मैं अपनी गल का प्रगटा किवें कीता, बोल के ਜਾਂ फिर लिख के। तो तुसीं मेरी गल नूं ग्रहण किवें कीता, ਜਾਂ तुसीं ने सुन के ग्रहण कीता, ਜਾਂ तुसीं ने पढ़ के ग्रहण कीता। इन्हां चारां तो बिना कोई मुख कौशल है नहीं गा। ठीक है जी। मतलब बाकी सारियां जिहड़ियां कुशलतावां ने मनुख दियां ਉਹ ਇਸ ਦੇ ਵਿੱਚ ਹੀ ਇੱਦਾਂ ਹੀ ਸ਼ਾਮਲ ਹੋ ਜਾਣਗੀਆਂ। ਠੀਕ ਹੈ ਜੀ। ਤਾਂ ਬਾਕੀ ਇਹਨਾਂ ਦੀ ਇੱਕ ਸੀਰੀਜ਼ ਹੈ, ਆਪਾਂ ਅੱਗੇ ਸੀਰੀਜ਼ ਸਮਝਦੇ ਹਾਂ। ਜੇਕਰ ਤੁਹਾਨੂੰ ਇਹ ਵਧੀਆ ਸਲਾਈਡ ਨੂੰ ਇੱਦਾਂ ਹੀ ਸਮਝ ਲੱਗੀ ਤਾਂ ਇਹਨੂੰ ਨਾਲ ਦੀ ਨਾਲ ਇੱਦਾਂ ਹੀ ਨੋਟ ਕਰ ਲਓ। ਇਸ ਤੋਂ ਬਾਅਦ ਨੈਕਸਟ ਹੈ ਜੀ ਸੁਣਨ ਕੌਸ਼ਲ ਜਾਂ ਸਮਝਣ ਕੌਸ਼ਲ। ਇਹਦੇ ਨਾਮ ਨੇ, ਕਈ ਵਾਰ ਨਾਮ ਜਿਹੜਾ ਉਹ ਚੇਂਜਸ ਕਰਕੇ ਪਾ ਦਿੰਦੇ ਨੇ, ਤੁਸੀਂ ਸਾਰੇ ਨਾਮ ਇੱਦਾਂ ਹੀ ਯਾਦ ਕਰਿਓ। ਠੀਕ ਹੈ ਜੀ। ਸੁਣਨ ਕੌਸ਼ਲ ਕਿਹਾ ਜਾ ਸਕਦਾ ਹੈ, ਸਮਝਣ ਕੌਸ਼ਲ। ਠੀਕ ਹੈ ਜੀ। ਸੁਣਨ ਅਤੇ ਸਮਝਣ ਇਕੱਠੀ ਚੀਜ਼ ਹੈ, ਆਪਾਂ ਉਹ ਅੱਗੇ ਸਮਝਾਂਗੇ ਵੀ ਕਿਵੇਂ ਇਹ। ਤੇ ਇਹਨੂੰ ਇੰਗਲਿਸ਼ ਦੇ ਵਿੱਚ ਲਿਸਨਿੰਗ ਸਕਿੱਲਸ ਆਪਾਂ ਕਹਿ ਸਕਦੇ ਹਾਂ। ਤਾਂ ਦੇਖੋ ਜੀ ਜਿਹੜੀ ਮਤਲਬ ਇਹਦੀ ਇੱਕ ਸੀਰੀਜ਼ ਹੈ, ਮਤਲਬ ਕੀ ਕਰਦਾ, ਜਿਵੇਂ ਇੱਕ ਬੱਚਾ ਹੈ, ਤੁਸੀਂ ਨਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹਾਂਗਾ। ਜੇਕਰ ਤੁਸੀਂ ਨੇ ਪੈਡਾਗੋਜੀ ਨੂੰ ਸਮਝਣਾ ਹੈ ਤਾਂ ਤੁਸੀਂ ਪੈਡਾਗੋਜੀ ਨੂੰ ਸਿਰਫ ਆਪਦੇ ਸਾਹਮਣੇ ਕਿਤਾਬ ਵੀਡੀਓ ਰੱਖ ਕੇ ਕਾਪੀ ਰੱਖ ਕੇ ਨਾ ਸਮਝਿਆ ਕਰੋ। ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਬੱਚੇ ਦਾ ਕੀ ਬਣਾਇਆ ਕਰੋ, ਦ੍ਰਿਸ਼ ਬਣਾਇਆ ਕਰੋ। ਮਤਲਬ ਤੁਹਾਡੇ ਆਂਢ ਗੁਆਂਢ 'ਚ ਕਿਤੇ ਆਲੇ ਦੁਆਲੇ ਕਿਤੇ ਕੋਈ ਬੱਚਾ ਤਾਂ ਹੋਊਗਾ, ਛੋਟਾ ਬੱਚਾ, ਤੁਸੀਂ ਉਹਦੇ 'ਤੇ ਪੈਡਾਗੋਜੀ ਲਾਉਣ ਦੀ ਕੋਸ਼ਿਸ਼ ਕਰਿਆ ਕਰੋ। ਜਦੋਂ ਤੁਸੀਂ ਉਹਦੇ 'ਤੇ ਪੈਡਾਗੋਜੀ ਅਪਲਾਈ ਕਰੋਗੇ ਨਾ, ਉਹ ਚੀਜ਼ਾਂ ਤੁਹਾਨੂੰ ਆਟੋਮੈਟਿਕਲੀ ਕੀ ਹੋਣਗੀਆਂ, ਯਾਦ ਹੋਣਗੀਆਂ। ਜਿਵੇਂ ਕਿ ਦੇਖੋ ਸਭ ਤੋਂ ਪਹਿਲਾਂ ਜਿਹੜਾ ਬੱਚਾ ਹੈ ਉਹ ਕੀ ਸਿੱਖਦਾ, ਸੁਣਨਾ ਸ਼ੁਰੂ ਕਰਦਾ। ਮਤਲਬ ਉਹ ਨਾ ਤਾਂ ਹਾਲੇ ਬੋਲਣਾ ਜਾਣਦਾ, ਨਾ ਲਿਖਣਾ ਜਾਣਦਾ, ਨਾ ਉਹ ਕਹਿ ਸਕਦੇ ਆਪਾਂ ਪੜ੍ਹਨਾ ਜਾਣਦਾ। ਸਿਰਫ ਉਹ ਕੀ ਕਰਦਾ, ਸੁਣਦਾ। ਸਭ ਤੋਂ ਛੋਟਾ ਬੱਚਾ ਜਿਹੜਾ, ਮਤਲਬ ਛੋਟੇ ਬੱਚੇ ਦੀ ਮੈਂ ਗੱਲ ਕਰ ਰਿਹਾ, ਉਹ ਕੀ ਕਰਦਾ ਜੀ, ਸੁਣਨਾ ਸ਼ੁਰੂ ਕਰਦਾ, ਸੁਣ ਕੇ ਸਮਝਦਾ। ਠੀਕ ਹੈ ਜੀ। ਉਹਦੇ ਕੋਈ ਮਤਲਬ ਧੁਨੀ ਸੀ, ਉਸਦੇ ਕੰਨ ਵਿੱਚ ਐਂਟਰ ਕੀਤੀ। ਠੀਕ ਹੈ ਜੀ। ਉਸ ਤੋਂ ਬਾਅਦ ਉਹਨੇ ਕੀ ਸ਼ੁਰੂ ਕੀਤਾ, ਉਸ ਨੂੰ ਸਮਝਿਆ, ਫਿਰ ਉਹ ਅੱਗੇ ਰਿਐਕਟ ਕਰੂਗਾ। ਉਹ ਆਪਾਂ ਅੱਗੇ ਡਿਟੇਲ ਦੇ 'ਚ ਸਮਝਾਂਗੇ। ਅਤੇ ਇਹ ਮਤਲਬ ਕੁੱਲ ਮਿਲਾ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ, ਇਹ ਪਹਿਲੀ ਸਕਿੱਲ ਹੈ ਜੀ। ਠੀਕ ਹੈ ਜੀ। ਫਸਟ ਸਕਿੱਲ ਹੈ ਇਹ। ਨੈਕਸਟ ਆਪਾਂ ਕਹਿ ਸਕਦੇ ਹਾਂ ਕਿ ਦੂਸਰਾ ਕੌਸ਼ਲ ਕੀ ਹੈ, ਬੋਲਣ, ਬੋਲਚਾਲ ਜਾਂ ਮੌਖਿਕ ਕੌਸ਼ਲ। ਮੌਖਿਕ ਕੌਸ਼ਲ ਨੂੰ ਅਸੀਂ ਦੂਸਰਾ ਕੌਸ਼ਲ ਮੰਨਦੇ ਹਾਂ। ਇਹ ਇੱਕ ਇਹਦੀ ਸੀਰੀਜ਼ ਹੈ, ਇਹਦੇ 'ਤੇ ਡਾਇਰੈਕਟ ਕੌਸ਼ਲ ਬਣਦਾ ਹੈ। ਠੀਕ ਹੈ ਜੀ। ਨੈਕਸਟ ਹੈ ਤੀਸਰੀ ਸਕਿੱਲ, ਤੀਸਰੀ ਕੌਸ਼ਲ ਹੈ ਜੀ ਪੜ੍ਹਨ ਕੌਸ਼ਲ, ਜਾਂ ਇਹਨੂੰ ਵਾਚਨ ਕੌਸ਼ਲ ਵੀ ਕਹਿ ਦਿੱਤਾ ਜਾਂਦਾ। ਨਾਮ ਦੇ ਵਿੱਚ ਨੌਲੇਜ, ਜੇ ਉਹ ਪੰਜਾਬੀ ਜਦੋਂ ਤੁਸੀਂ ਪੈਡਾਗੋਜੀ ਕਰੋਗੇ ਉਹਦੇ ਵਿੱਚ ਇੰਗਲਿਸ਼ ਟਰਾਂਸਲੇਸ਼ਨ ਨਹੀਂ ਦਿੱਤੀ ਹੁੰਦੀ ਤਾਂ ਪਲੀਜ਼ ਸ਼ਬਦਾਂ ਨੂੰ ਪਕੜਨਾ ਸਿੱਖੋ, ਪੰਜਾਬੀ ਦਿਆਂ ਨੂੰ ਵੀ, ਕਿਉਂਕਿ ਪੰਜਾਬੀ ਦੇ ਵਿੱਚ ਤਾਂ ਅਲੱਗ-ਅਲੱਗ ਸ਼ਬਦ ਵਰਤ ਲਾਏ ਜਾਂਦੇ ਨੇ। ਠੀਕ ਹੈ ਜੀ। ਤਾਂ ਪੜ੍ਹਨ ਜਾਂ ਵਾਚਨ ਕੌਸ਼ਲ ਯਾਨੀ ਕਿ ਰੀਡਿੰਗ ਸਕਿੱਲਸ। ਐਂਡ ਇਸ ਤੋਂ ਬਿਨਾਂ ਫੋਰਥ ਜੋ ਕੌਸ਼ਲ ਹੈ ਜੀ ਇਹ ਹੈ ਲਿਖਣ ਕੌਸ਼ਲ। ਮਤਲਬ ਲਿਖਣ ਕੌਸ਼ਲ ਹੈ ਜਿਹੜੀ ਉਹ ਸਭ ਤੋਂ ਬਾਅਦ ਵਿੱਚ ਡਿਵੈਲਪ ਹੁੰਦੀ ਹੈ। ਕਦੋਂ? ਜਦੋਂ ਬੱਚਾ ਸੁਣਨਾ ਸਮਝਣਾ ਸਿੱਖ ਗਿਆ, ਬੋਲਣਾ ਸਿੱਖ ਗਿਆ, ਪੜ੍ਹਨਾ ਸਿੱਖ ਗਿਆ ਅਤੇ ਲਿਖਣਾ ਸਿੱਖ ਗਿਆ। ਬਾਕੀ ਆਪਸ ਵਿੱਚ ਅਟੈਚਮੈਂਟ ਹੈ ਇਹਨਾਂ ਦੇ, ਉਹ ਆਪਾਂ ਅੱਗੇ ਜਿਉਂ-ਜਿਉਂ ਕਲਾਸ ਅੱਗੇ ਵਧੂਗੀ ਆਪਾਂ ਸਮਝੀ ਚੱਲਾਂਗੇ। ਦੇਖੋ ਜੀ ਚਾਰੇ ਕੌਸ਼ਲ ਆਪਸ ਵਿੱਚ ਸੰਬੰਧਿਤ ਹਨ ਅਤੇ ਇੱਕ ਦੂਜੇ ਦੀ ਸਹਾਇਤਾ ਕਰਦੀਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਕੋਈ ਚੰਗੀ ਤਰੀਕੇ ਨਾਲ ਸੁਣਨਾ ਸਿੱਖ ਗਿਆ, ਠੀਕ ਹੈ ਜੀ, ਜੇ ਕੋਈ ਚੰਗੇ ਤਰੀਕੇ ਨਾਲ ਸੁਣਨਾ ਸਿੱਖ ਗਿਆ ਤਾਂ ਉਹ ਬੋਲੂਗਾ ਵੀ ਵਧੀਆ। ਮਤਲਬ ਜਿਹੜੀ ਨੇ ਗੱਲ ਸੁਣੀ ਹੈ ਉਹ ਉਸ ਗੱਲ ਦਾ ਪ੍ਰਗਟਾਅ ਵੀ ਵਧੀਆ ਕਰੂਗਾ। ਠੀਕ ਹੈ ਜੀ। ਅਤੇ ਉਹ ਜਿਹੜੇ ਨੇ ਪੜ੍ਹੇ ਹੈ ਉਹ ਲਿਖੂਗਾ ਵੀ ਵਧੀਆ। ਜਿਹੜੇ ਨੇ ਮੰਨ ਕੇ ਚੱਲੋ ਕੋਈ ਸ਼ਬਦ ਹੈ ਬੱਚੇ ਨੇ, ਉਹ ਸ਼ਬਦ ਨੂੰ ਚੰਗੇ ਤਰੀਕੇ ਨਾਲ ਪੜ੍ਹੇ ਹੈ, ਵੀ ਉਹਦਾ ਸਹੀ ਉਚਾਰਨ ਕੀਤਾ, ਸਹੀ ਪੜ੍ਹੇ ਹੈ। ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਮੰਨ ਕੇ ਚੱਲੋ ਇੱਥੇ ਇੱਕ ਸ਼ਬਦ ਲਿਖਤਾ ਸੀ ਨੇ ਸਾਰ, ਬੱਚੇ ਨੇ ਇਹਨੂੰ ਚੰਗੇ ਤਰੀਕੇ ਨਾਲ ਪੜ੍ਹੇ ਹੈ ਸਾਰ, ਫਿਰ ਉਹ ਲਿਖੂਗਾ ਵੀ ਸਹੀ ਤਰੀਕੇ ਨਾਲ ਹੀ। ਤਾਂ ਇਸ ਤਰੀਕੇ ਨਾਲ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜੀਆਂ ਚਾਰੇ ਇਹ ਕੌਸ਼ਲਸ ਨੇ ਆਪਸ ਵਿੱਚ ਕੀ ਨੇ ਜੀ, ਇਹ ਚਾਰੇ ਸਕਿੱਲਸ ਨੇ ਜਿਹੜੀਆਂ ਆਪਸ ਵਿੱਚ ਸੰਬੰਧਿਤ ਨੇ, ਅੰਤਰ ਸੰਬੰਧਿਤ ਕਹਿ ਸਕਦੇ ਹਾਂ। ਠੀਕ ਹੈ ਜੀ। ਅਤੇ ਇੱਕ ਦੂਜੇ ਦੀ ਸਹਾਇਤਾ ਕਰਦੀਆਂ ਨੇ। ਜਿਵੇਂ ਤੁਹਾਨੂੰ ਦੱਸਿਆ ਵੀ ਸਹਾਇਤਾ ਕਿਵੇਂ ਹੋਗੀ, ਜੇ ਕਿਸੇ ਨੇ ਵਧੀਆ ਤਰੀਕੇ ਨਾਲ ਲਿਖਣਾ ਸਿੱਖਣਾ ਉਹ ਪਹਿਲਾਂ ਪੜ੍ਹਨਾ ਸਿੱਖ ਲੇ। ਠੀਕ ਹੈ ਜੀ। ਤਾਂ ਉਹ ਲਿਖਣ ਦੇ ਵਿੱਚ ਕਿਹੜੀ ਕੌਸ਼ਲ ਸਹਾਇਤਾ ਕਰੂਗੀ, ਉਸ ਦੀ ਪੜ੍ਹਨ ਕੌਸ਼ਲ। ਅਤੇ ਇਸ ਤੋਂ ਬਿਨਾਂ ਜੇਕਰ ਕਿਸੇ ਨੇ ਕੀ ਕਰਨਾ ਜੀ, ਆਪਣਾ ਚੰਗੇ ਤਰੀਕੇ ਨਾਲ ਬੋਲਣਾ ਸਿੱਖਣਾ ਤਾਂ ਉਹ ਪਹਿਲਾਂ ਸੁਣੇ ਚੰਗੇ ਤਰੀਕੇ ਨਾਲ। ਠੀਕ ਹੈ। ਮੰਨ ਕੇ ਚੱਲੋ ਕਿਸੇ ਨੇ ਕੋਈ ਆਡੀਓ ਸੁਣ ਲਈ, ਬਾਅਦ ਵਿੱਚ ਉਸ ਆਡੀਓ ਤੋਂ ਹੀ ਉਸਨੇ ਭਾਸ਼ਣ ਤਿਆਰ ਕਰਨਾ ਆਪਣਾ। ਠੀਕ ਹੈ ਜੀ। ਤਾਂ ਉਸ ਨੂੰ ਪਹਿਲਾਂ ਉਹ ਆਡੀਓ ਧਿਆਨ ਨਾਲ ਸੁਣਨੀ ਪਵੇਗੀ। ਇਹ ਨਹੀਂ ਹੈਗਾ ਵੀ ਬਸ ਉਹੀ ਕਾਹਲੀ ਕਾਹਲੀ ਲੰਘਾਤੀ। ਤੁਸੀਂ ਵੀ ਕਲਾਸ ਨੂੰ ਤੇਜ਼ ਕਰਕੇ ਲੰਘਾਇਆ ਕਰੋ। ਠੀਕ ਹੈ। ਧਿਆਨ ਨਾਲ ਸੁਣਿਆ ਕਰੋ, ਫਿਰ ਇਹ ਚੀਜ਼ਾਂ ਮਾਈਂਡ 'ਚ ਬੈਠਣਗੀਆਂ। ਭਾਸ਼ਾ ਸਿੱਖਿਆ ਦਾ ਅਸਲੀ ਮਕਸਦ ਇਹਨਾਂ ਦਾ ਵਿਕਾਸ ਕਰਨਾ। ਜਿਹੜੀ ਲੈਂਗੁਏਜ ਦੀ ਆਪਾਂ ਕਹਿ ਸਕਦੇ ਹਾਂ ਲੈਂਗੁਏਜ ਪੜ੍ਹਾਈ ਜਾਂਦੀ ਹੈ ਸਕੂਲਾਂ ਦੇ ਵਿੱਚ, ਉਹ ਕਿਉਂ ਪੜ੍ਹਾਈ ਜਾਂਦੀ ਹੈ, ਤਾਂ ਕਿ ਇਹਨਾਂ ਕੌਸ਼ਲਸ ਦਾ, ਠੀਕ ਹੈ ਜੀ, ਇਹਨਾਂ ਦਾ ਵਿਕਾਸ ਕੀਤਾ ਜਾ ਸਕੇ। ਤਾਂ ਭਾਸ਼ਾ ਸਿੱਖਿਆ ਜਿਹੜੀ ਇਹ ਤਾਂ ਹੀ ਦਿੱਤੀ ਜਾਂਦੀ ਹੈ ਤਾਂ ਕਿ ਇਹ ਜਿਹੜੀਆਂ ਚਾਰ ਕੌਸ਼ਲਸ ਨੇ ਇਹਨਾਂ ਦਾ ਕੀ ਹੋ ਜੇ, ਵਿਕਾਸ ਹੋ ਜੇ। ਤਾਂ ਅਸਲੀ ਮਕਸਦ ਕੀ ਹੈ, ਇਹਨਾਂ ਦਾ ਵਿਕਾਸ ਕਰਨਾ।
ठीक है जी। बाकी सबजैक्ट ਤਾਂ ਬਾਅਦ ਗੱਲਾਂ ਹੁੰਦੀਆਂ ਨੇ, ਪਹਿਲਾਂ ਲੈਂਗੁਏਜ ਸਿੱਖਿਆ ਆਉਂਦੀ ਹੈ ਸਭ ਤੋਂ ਪਹਿਲਾਂ, ਮੈਥ ਸਾਇੰਸ, ਠੀਕ ਹੈ। ਇਹ ਚੀਜ਼ਾਂ ਤਾਂ ਬਾਅਦ ਦੀਆਂ ਗੱਲਾਂ ਨਹੀਂ, ਪਹਿਲਾਂ ਕੀ ਆਉਂਦੀ ਹੈ, ਭਾਸ਼ਾ ਆਉਂਦੀ ਹੈ। ਜਦੋਂ ਭਾਸ਼ਾ ਬੱਚਾ ਚੰਗੀ ਤਰੀਕੇ ਨਾਲ ਸਿੱਖ ਗਿਆ ਤਾਂ ਉਹ ਆਟੋਮੈਟਿਕਲੀ ਬਾਕੀ ਸਬਜੈਕਟਾਂ ਨੂੰ ਵੀ ਸਿੱਖ ਹੀ ਜਾਵੇਗਾ, ਠੀਕ ਹੈ ਜੀ। ਅਤੇ ਭਾਸ਼ਾ ਅਧਿਆਪਕ ਦੀ ਜ਼ਿੰਮੇਵਾਰੀ, ਭਾਸ਼ਾ ਅਧਿਆਪਕ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਕਿ ਉਹ ਭਾਸ਼ਾ ਨੂੰ ਚੰਗੇ ਤਰੀਕੇ ਨਾਲ ਸਿਖਾਵੇ। ਅਤੇ ਭਾਸ਼ਾ ਅਧਿਆਪਕ ਦੇ ਉੱਤੇ ਬਰਡਨ ਵੀ ਫਿਰ ਬਹੁਤ ਰਹਿੰਦਾ, ਵਿਚਾਰੇ 'ਤੇ ਪ੍ਰੈਸ਼ਰ ਇੰਨਾ ਰਹਿੰਦਾ, ਵਿਚਾਰਾ ਸ਼ਬਦ ਮੈਨੂੰ ਵਰਤਣਾ ਪੈ ਗਿਆ ਪਤਾ ਨਹੀਂ ਕਿਉਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੰਨ ਕੇ ਚੱਲੋ ਤੁਸੀਂ 10ਵੀਂ ਜਮਾਤ ਨੂੰ ਪੰਜਾਬੀ ਪੜ੍ਹਾਉਂਦੇ ਹੋ, ਠੀਕ ਹੈ ਜੀ। ਤੁਸੀਂ ਪਹਿਲਾ ਲੈਕਚਰ 10ਵੀਂ ਜਮਾਤ ਦੇ ਵਿੱਚ ਪੰਜਾਬੀ ਦਾ ਲਾਇਆ ਏ, ਤੁਸੀਂ ਪੰਜਾਬੀ ਪੜ੍ਹਾਏ ਅਤੇ ਤੁਹਾਡੀ ਕਲਾਸ 'ਚ ਇੱਕ ਬੱਚਾ ਅਜਿਹਾ ਹੈ, ਮੈਂ ਉਹਦੇ ਲਈ ਸ਼ਬਦ ਵਰਤੂੰਗਾ ਕਿ ਸਲੋ ਲਰਨਰ ਹੈ, ਸਲੋ ਲਰਨਰ ਹੈ ਤੁਹਾਡੀ ਕਲਾਸ ਦੇ ਵਿੱਚ ਇੱਕ, ਉਹ ਪੰਜਾਬੀ ਦੀਆਂ ਲਗਾ ਮਾਤਰਾਵਾਂ ਦਾ ਵੀ ਉਸ ਨੂੰ ਮਤਲਬ ਕਹਿ ਸਕਦੇ ਆਪਾਂ ਹਾਲੇ ਗਿਆਨ ਨਹੀਂ ਹੈਗਾ, ਠੀਕ ਹੈ। ਤਾਂ ਉਹ ਲਗਾ ਮਾਤਰਾਵਾਂ ਵੀ ਨਹੀਂ ਸਮਝਦਾ, ਪੰਜਾਬੀ ਨੂੰ ਸਹੀ ਨਹੀਂ ਲਿਖ ਪਾਉਂਦਾ। ਅਤੇ ਇੱਕ ਅਧਿਆਪਕ ਆਇਆ ਕਲਾਸ ਦੇ ਵਿੱਚ, ਉਹਨੇ ਬਾਕੀ ਮਤਲਬ ਪੂਰੀ ਕਲਾਸ ਨੂੰ ਕੋਈ ਪਾਠ ਪੜ੍ਹਾਤਾ, ਕੁਛ ਲਿਖਿਆ ਤਾ, ਕਰਤਾ, ਸਾਰਾ ਪ੍ਰੋਸੈਸ ਕਰ ਗਿਆ, ਆਪਣਾ ਅਧਿਆਪਨ ਦਾ ਕਾਰਜ ਕਰ ਗਿਆ। ਪਰ ਉਸ ਤੋਂ ਬਾਅਦ ਕੀ ਹੋਇਆ, ਇੱਕ ਬੱਚਾ ਜਿਹੜਾ ਉਹ ਸਲੋ ਲਰਨਰ ਹੈ। ਨਾ ਤਾਂ ਦੇਖੋ ਟੀਚਰ ਦੀ ਵੀ ਉੱਥੇ ਮਜਬੂਰੀ ਹੈ, ਜਦੋਂ ਤੁਸੀਂ ਜੇ ਟੀਚਰ ਬਣੋਗੇ ਇਹ ਚੀਜ਼ ਪਤਾ ਲੱਗੂਗੀ ਤੁਹਾਨੂੰ ਵੀ 30 ਬੱਚੇ ਨੇ, ਉਹਨਾਂ ਦੇ ਵਿੱਚੋਂ ਜੇ ਇੱਕ ਬੱਚਾ ਸਲੋ ਲਰਨਰ ਹੈ ਤਾਂ ਉਹ 1 ਮਿੰਟ ਹੀ ਆਉਂਦੀ ਹੈ। ਜੇ ਆਪਾਂ ਇੰਡੀਵਿਜੂਅਲੀ ਮੰਨੀਏ ਵੀ 30 ਮਿੰਟ ਦਾ ਲੈਕਚਰ ਹੈ, ਜੇ 30 ਮਿੰਟ 30 ਬੱਚੇ ਨੇ 1 ਮਿੰਟ ਆਈ ਤਾਂ 1 ਮਿੰਟ 'ਚ ਕਿਹੜੇ ਕੌਸ਼ਲ ਦਾ ਵਿਕਾਸ ਕਰੂਗਾ ਟੀਚਰ। ਤਾਂ ਇਸ ਕਰਕੇ ਤੁਸੀਂ ਸੋਚੋ ਵੀ ਉਹਦੇ 'ਤੇ ਇੰਨਾ ਬਰਡਨ ਹੈ ਵੀ ਉਸਨੇ ਕੀ ਕਰਨਾ, ਨਾਲੇ ਤਾਂ ਉਹਦੇ ਕੋਲ ਟਾਈਮ ਨਹੀਂ ਹੈਗਾ, ਉਸਨੇ ਇੱਕ ਲੈਕਚਰ ਦੇ ਵਿੱਚ ਸਾਰਿਆਂ ਨੂੰ ਹੀ ਟਰੀਟ ਕਰਨਾ, ਇੱਕ ਬੱਚੇ ਨੂੰ ਵੀ 'ਤੇ ਵੀ ਨਹੀਂ ਫੋਕਸ ਕਰ ਸਕਦਾ ਉਹ, ਨਾ ਉਹ ਇਹ ਕਰ ਸਕਦਾ ਵੀ ਸਾਰੀ ਕਲਾਸ 'ਤੇ ਫੋਕਸ ਕਰੀ ਚੱਲੇ, ਇੱਕ ਬੱਚੇ ਨੂੰ ਇਗਨੋਰ ਕਰ ਦੇ। ਇਹ ਚੀਜ਼ ਤਾਂ ਜਦੋਂ ਵਾਹ ਪੈਂਦਾ ਉਦੋਂ ਹੀ ਪਤਾ ਲੱਗਦਾ। ਤਾਂ ਕੁੱਲ ਮਿਲਾ ਕੇ ਕੀ ਕਰੂਗਾ ਟੀਚਰ, ਆਪਣਾ ਫਰਜ਼ ਨਿਭਾ ਕੇ ਉਸ ਨੂੰ ਥੋੜ੍ਹਾ ਬਹੁਤ ਬੇਸਿਕ ਦੱਸੂਗਾ, ਇੱਦਾਂ ਕਰਵਾ ਕੇ ਆਪਦਾ ਪਾਠ ਪੜ੍ਹਾ ਕੇ ਚੱਲ ਜੂਗਾ। ਨੈਕਸਟ ਲੈਕਚਰ ਆ ਗਿਆ ਜੀ ਸਾਇੰਸ ਦਾ। ਸਾਇੰਸ ਵਾਲੇ ਅਧਿਆਪਕ ਨੇ ਕਿਹਾ ਹਾਂਜੀ ਬੱਚਿਓ ਚਲੋ ਆਪਾਂ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ। ਤਾਂ ਉਹੀ ਬੱਚੇ ਨੂੰ ਖੜਾ ਕਰ ਲਿਆ ਜਿਹੜਾ ਸਲੋ ਲਰਨਰ ਸੀ ਅਧਿਆਪਕ ਨੇ, ਅਤੇ ਜਦੋਂ ਉਹਨੂੰ ਖੜਾ ਕੀਤਾ ਤਾਂ ਉਹਨੂੰ ਪਾਠ ਪੜ੍ਹਨਾ ਨਾ ਵਿੱਚੋਂ ਲਗਾ ਮਾਤਰਾਵਾਂ ਗਲਤ ਪੜ੍ਹੀ ਹੈ, ਕੁਛ ਮਤਲਬ ਸਹੀ ਨਾ ਪੜ੍ਹਿਆ ਪਾਠ ਨੂੰ। ਅਤੇ ਉਸ ਤੋਂ ਬਾਅਦ ਉਹ ਅਧਿਆਪਕ ਕਹੂਗਾ ਜਾਂ ਬੱਚੇ ਕਹਿ ਦੇਣਗੇ ਉਹਦੇ ਸਾਥੀ, ਸਰ ਜੀ ਇਹਨੂੰ ਤਾਂ ਪੰਜਾਬੀ ਹੀ ਨਹੀਂ ਆਉਂਦੀ ਜੀ, ਇਹ ਕਿੱਥੋਂ ਪਾਠ ਪੜ੍ਹੂਗਾ। ਮਤਲਬ ਉਹਦੇ 'ਤੇ ਕੀ ਲੱਗ ਗਿਆ, ਕਲੰਕ ਲੱਗ ਗਿਆ ਇੱਕ। ਇਸ ਤੋਂ ਬਾਅਦ ਸਾਇੰਸ ਦਾ ਲੈਕਚਰ ਵੀ ਨਿਬੜ ਗਿਆ। ਉਸ ਤੋਂ ਬਾਅਦ ਆਇਆ ਮੈਥ ਦਾ ਲੈਕਚਰ। ਅਧਿਆਪਕ ਨੇ ਕਿਹਾ ਹਾਂਜੀ ਬੱਚਿਓ ਪੜ੍ਹੋ ਸਵਾਲ ਦੀ ਸਟੇਟਮੈਂਟ, ਦੱਸੋ ਕੀ ਕਿਹਾ, ਕੀ ਦਿੱਤਾ ਹੋਇਆ, ਕੀ ਪਤਾ ਕਰਨਾ। ਉਹ ਉੱਥੇ ਅਟਕ ਗਿਆ ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਪਤਾ ਕੀ ਕਰਨਾ, ਕੀ ਲਿਖਿਆ ਹੋਇਆ, ਕੀ ਸਟੇਟਮੈਂਟ ਹੈ। ਜਦੋਂ ਉਹਨੂੰ ਮਤਲਬ ਪੂਰੀ ਪੰਜਾਬੀ ਹੀ ਨਹੀਂ ਚੰਗੀ ਤਰ੍ਹਾਂ ਪੜ੍ਹਨੀ ਆਈ ਤਾਂ ਉਹ ਮੈਥ ਦੀਆਂ ਸੋਲਵੇਸ਼ਨਾਂ ਕਿੱਥੋਂ ਕਰੂਗਾ ਜਦੋਂ ਉਹਨੂੰ ਸਟੇਟਮੈਂਟ ਹੀ ਨਹੀਂ ਸਮਝ ਆਈ। ਸਮਝ ਗਏ ਨਾ। ਇਸ ਤੋਂ ਬਾਅਦ ਸਮਾਜਿਕ ਵਿਗਿਆਨ ਦਾ ਲੈਕਚਰ ਆਇਆ ਤਾਂ ਸਮਾਜਿਕ ਵਿਗਿਆਨ ਦੇ ਟੀਚਰ ਨੇ ਕਿਹਾ ਹਾਂਜੀ ਚਲੋ ਆਪਾਂ ਅੱਜ ਇਹ ਰਾਜੇ ਬਾਰੇ ਪੜ੍ਹਦੇ ਹਾਂ। ਉਹ ਰਾਜੇ ਦੀ ਜੋ ਸਪੈਲਿੰਗ ਹੀ ਉਹਨੂੰ ਪੜ੍ਹਨ ਦੇ ਵਿੱਚ ਡਾਊਟ ਆ ਰਿਹਾ ਹਾਲੇ, ਉਹ ਫਿਰ ਉਹਦੇ ਅਰਥ ਕੱਢੂਗਾ, ਫਿਰ ਉਸ ਨੂੰ ਲਿਖੂਗਾ, ਕਿੱਥੋਂ ਉਸ ਦੇ ਉੱਤੇ ਪੂਰਾ ਲੇਖ ਲਿਖੂਗਾ। ਮਤਲਬ ਕੁੱਲ ਮਿਲਾ ਕੇ ਮੈਂ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਭਾਸ਼ਾ ਅਧਿਆਪਕ ਦੀ ਇੰਨੀ ਜ਼ਿੰਮੇਵਾਰੀ ਹੈ ਵੀ ਜੇ ਭਾਸ਼ਾ ਹੀ ਬੱਚੇ ਦੀ ਖਰਾਬ ਹੋ ਗਈ ਤਾਂ ਬਾਕੀ ਸਬਜੈਕਟ ਤਾਂ ਦੂਰ ਦੀ ਗੱਲ ਹੋ ਜੂਗੀ, ਠੀਕ ਹੈ। ਫਿਰ ਇੱਕ ਗੱਲ ਗੁੱਡ ਪੁਆਇੰਟ ਇਹ ਵੀ ਹੈ, ਜਿਹੜਾ ਬੱਚਾ ਆਪਣੀ ਭਾਸ਼ਾ ਦੇ ਵਿੱਚ ਵਧੀਆ ਹੋ ਗਿਆ, ਮੰਨ ਕੇ ਚੱਲੋ ਪੰਜਾਬੀ ਮੀਡੀਅਮ ਦਾ ਵਿਦਿਆਰਥੀ, ਉਹ ਪੰਜਾਬੀ ਦੇ ਵਿੱਚ ਬਿਲਕੁਲ ਟੌਪ ਹੈ, ਚੰਗੇ ਤਰੀਕੇ ਨਾਲ ਸਾਰੀਆਂ ਲਗਾ ਮਾਤਰਾਵਾਂ ਦਾ ਉਹਨੂੰ ਗਿਆਨ ਹੈ, ਸਾਰੀ ਵਰਨਮਾਲਾ ਦਾ ਗਿਆਨ ਹੈ, ਵਧੀਆ ਸ਼ੁੱਧ ਉਚਾਰਨ ਹੈ, ਸ਼ੁੱਧ ਲਿਖਣ ਹੈ, ਤਾਂ ਉਹ ਆਟੋਮੈਟਿਕਲੀ ਚੱਕੂਗਾ ਸਾਇੰਸ ਨੂੰ, ਮੈਥ ਨੂੰ, ਸਾਰੀਆਂ ਚੀਜ਼ਾਂ ਨੂੰ ਆਟੋਮੈਟਿਕਲੀ ਵਧੀਆ ਪੜ੍ਹੂਗਾ। ਤਾਂ ਇਸ ਕਰਕੇ ਆਪਾਂ ਨੇ ਕੀ ਕਰਨਾ ਜੀ, ਭਾਸ਼ਾ ਅਧਿਆਪਕ ਹੋਣ ਦੇ ਨਾਂ 'ਤੇ ਆਪਾਂ ਨੇ ਇੱਕ ਜ਼ਿੰਮੇਵਾਰੀ ਨਿਭਾਉਣੀ ਹੈ ਕਿ ਆਪਾਂ ਭਾਸ਼ਾ ਦੀਆਂ ਜਿਹੜੀਆਂ ਇਹ ਕੌਸ਼ਲ ਨੇ ਇਹਨਾਂ ਦਾ ਵਿਕਾਸ ਕਰ ਦਈਏ, ਬਾਕੀ ਤਾਂ ਆਪਣੇ ਆਪ ਹੋ ਜਾਊਗਾ, ਠੀਕ ਹੈ ਜੀ। ਤਾਂ ਇੱਦਾਂ ਹੁੰਦੀ ਹੈ ਇਹ ਗੱਲ। ਅਤੇ ਸਾਰੀਆਂ ਕੌਸ਼ਲਾਂ ਦਾ ਸਮਾਨ ਵਿਕਾਸ ਹੋਣ 'ਤੇ ਹੀ ਭਾਸ਼ਾ ਵਿੱਚ ਪਕੜ, ਨਿਪੁੰਨਤਾ, ਮਾਹਿਰਤਾ, ਪ੍ਰਵੀਨਤਾ ਬਣੇਗੀ। ਮਤਲਬ ਸਿਰਫ ਇਹ ਨਹੀਂ ਵੀ ਸਿਰਫ ਸੁਣਨ ਦੇ ਉੱਤੇ ਜ਼ੋਰ ਦੇਣਾ, ਬੋਲਣ 'ਤੇ ਵੀ ਜ਼ੋਰ ਦੇਣਾ, ਸੁਣਨ 'ਤੇ ਵੀ ਜ਼ੋਰ ਦੇਣਾ, ਇਸ ਤੋਂ ਬਿਨਾਂ ਪੜ੍ਹਨ 'ਤੇ, ਲਿਖਣ 'ਤੇ। ਜਿਹੜੀਆਂ 4 ਦੀਆਂ 4 ਆਪਾਂ ਕੌਸ਼ਲਸ ਪੜ੍ਹੀਆਂ ਨੇ, ਇਹਨਾਂ 4 ਨੂੰ ਹੀ ਕੀ ਕਰਨਾ, ਸਮਾਨ ਲੈ ਕੇ ਚੱਲਣਾ, ਠੀਕ ਹੈ ਜੀ। ਵੀ ਸਾਰਿਆਂ ਨੂੰ ਬਰਾਬਰ ਦੇ ਕੀ ਕਰਨੇ ਨੇ, ਆਪਾਂ ਮੌਕੇ ਕਹਿ ਸਕਦੇ ਬਰਾਬਰ ਦਾ ਮੌਕਾ ਦੇਣਾ, ਉਹਨੂੰ ਸੁਣਨ ਦਾ ਵੀ ਮੌਕਾ ਦੇਣਾ, ਉਹਨੂੰ ਲਿਖਣ ਦਾ ਵੀ ਮੌਕਾ ਦੇਣਾ, ਪੜ੍ਹਨ ਦਾ, ਠੀਕ ਹੈ। ਇਹ ਸਭ ਮੌਕੇ ਦੇਣੇ ਨੇ ਅਤੇ 4 ਦੀਆਂ 4 ਕੌਸ਼ਲਾਂ ਜਿਹੜੀਆਂ ਇਹਨਾਂ ਦਾ ਵਿਕਾਸ ਕਰਨਾ ਹੈ। ਜੇਕਰ ਇਹਨਾਂ 4 ਕੌਸ਼ਲਾਂ ਦਾ ਵਿਕਾਸ ਹੋ ਗਿਆ ਤਾਂ ਉਸ ਦੀ ਭਾਸ਼ਾ ਦੇ ਉੱਤੇ ਪਕੜ ਬਣੂਗੀ, ਨਿਪੁੰਨਤਾ ਬਣੂਗੀ, ਮਾਹਿਰਤਾ ਹੋਏਗੀ, ਪ੍ਰਵੀਨਤਾ ਆਵੇਗੀ। ਇਹ ਜੋ ਅਸੀਂ ਨੇ ਕੀਵਰਡ ਹਾਈਲਾਈਟ ਕੀਤੇ ਨੇ, ਕਈ ਵਾਰ ਇਹ ਕੀਵਰਡ ਹੀ ਇੱਦਾਂ ਪੇਪਰ ਦੇ ਵਿੱਚ ਆ ਜਾਂਦੇ ਨੇ, ਅਸੀਂ ਇਹ ਤਾਂ ਅਲੱਗ-ਅਲੱਗ ਐਵੇਂ ਆਪਸ਼ਨਾਂ 'ਚ ਪਾ ਕੇ ਲਿਖੇ ਨੇ। ਪਕੜ, ਨਿਪੁੰਨਤਾ, ਮਾਹਿਰਤਾ, ਪ੍ਰਵੀਨਤਾ, ਇਹ 4 ਦਾ ਸਮਾਨ ਵਿਕਾਸ ਹੋਣ 'ਤੇ ਬਣੇਗੀ। ਨੈਕਸਟ ਹੈ ਜੀ ਕਿ ਸੁਣਨ ਸਮਝਣ ਕੌਸ਼ਲ, ਪਹਿਲੀ ਅਤੇ ਮੁੱਢਲੀ ਕੌਸ਼ਲ ਹੈ। ਮਤਲਬ ਆਪਾਂ ਨੇ ਹੁਣ ਤੱਕ ਜਿਹੜੇ ਇਹ ਪੁਆਇੰਟ ਡਿਸਕਸ ਕੀਤੇ ਨੇ ਓਵਰਆਲ ਸਾਰੀਆਂ ਦੇ ਮਿਕਸ ਸੀ। ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਪਹਿਲੀ ਕੌਸ਼ਲ ਜਾਂ ਮੁੱਢਲੀ ਕੌਸ਼ਲ ਕਹਿ ਸਕਦੇ ਇਹਨੂੰ ਆਪਾਂ, ਸੁਣਨ ਸਮਝਣ ਕੌਸ਼ਲ, ਲਿਸਨਿੰਗ। ਪਹਿਲੀ ਹੈ ਇਹ ਅਤੇ ਮੁੱਢਲੀ ਕੌਸ਼ਲ ਹੈ, ਇਹਦੀ ਆਪਾਂ ਡਿਸਕਸ਼ਨ ਕਰੀ ਚੁੱਕੇ ਹਾਂ ਕਿ ਇਹ ਕੀ ਹੈ ਜੀ, ਪਹਿਲੀ ਕੌਸ਼ਲ ਹੈ। ਅਤੇ ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਸੁਣ ਕੇ ਸਮਝਣਾ, ਇਸ ਨੂੰ ਸੁਣਨ ਕੌਸ਼ਲ ਕਿਹਾ ਜਾਂਦਾ। ਇੱਥੇ ਇੱਕ ਗੱਲ ਹੈ ਦੇਖੋ, ਸੁਣ ਕੇ ਸਮਝਣਾ
मतलब कि जो ਧੁਨੀ ਹੈ ਉਹ ਉਸਦੇ ਕੰਨ ਵਿੱਚ ਜਾਊਗੀ ਪਹਿਲਾਂ, ਮਤਲਬ ਉਹ ਧੁਨੀ ਨੂੰ ਗ੍ਰਹਿਣ ਕਰੂਗਾ, ਉਸਦੇ ਕੰਨ ਵਿੱਚ ਜਾਊਗੀ ਅਤੇ ਕੰਨ ਹੈ ਜਿਹੜਾ ਅੱਗੇ ਮਤਲਬ ਪੂਰੇ ਸਰੀਰ ਦਾ ਸਟਰਕਚਰ ਹੈ ਜਿਹੜਾ ਉਹਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਕਰੂਗਾ। ਸਮਝ ਗਏ ਵੀ ਜਿਵੇਂ ਧੁਨੀਆਂ ਤਾਂ ਸਾਰਿਆਂ ਦੀ ਇੱਕੋ ਜਿਹੀ ਨੇ, ਆਪਾਂ ਮੰਨ ਕੇ ਚਲੋ ਪੰਜਾਬੀ ਹੈ, ਪੰਜਾਬੀ ਦੇ ਵਿੱਚ ਆਪਾਂ ਅੱਖਰ ਨੇ 41 ਅੱਖਰ ਨੇ, ਉਹਨਾਂ 41 ਅੱਖਰਾਂ ਦਾ ਹੀ ਉਚਾਰਨ ਕਰਦਾ ਹਰ ਕੋਈ, ਪਰ ਉਹਨਾਂ ਨੂੰ ਬੋਲਣ ਦਾ ਢੰਗ ਹੈ, ਕਿਤੇ ਉਹ ਉਹਨੂੰ ਕਰ ਬੋਲ ਰਿਹਾ, ਕਿਤੇ ਕਾਰ ਬੋਲ ਰਿਹਾ, ਕਿਤੇ ਕਰੀ ਬੋਲ ਰਿਹਾ, ਮਤਲਬ ਅਲੱਗ-ਅਲੱਗ ਉਹਦੀਆਂ ਧੁਨੀਆਂ ਦਾ ਉਚਾਰਨ ਕਰ ਰਿਹਾ ਹੈ। ਤਾਂ ਉਹ ਚੀਜ਼ ਨੂੰ ਸਮਝਣਾ ਵੀ ਜ਼ਰੂਰੀ ਹੈ, ਸੁਣਨਾ ਅਤੇ ਸੁਣ ਕੇ ਸਮਝਣਾ, ਇਹੀ ਚੀਜ਼ ਕੀ ਹੈ, ਸੁਣਨ ਸਮਝਣ ਕੌਸ਼ਲ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ, ਇਸ ਨੂੰ ਅਸੀਂ ਸੁਣਨ ਸਮਝਣ ਕੌਸ਼ਲ ਆਖਦੇ ਹਾਂ। ਇਸ ਤੋਂ ਬਾਅਦ ਨੈਕਸਟ ਹੈ ਜੀ, ਕਿਸੇ ਦੁਆਰਾ ਉਚਾਰੀਆਂ ਗਈਆਂ ਧੁਨੀਆਂ, ਸ਼ਬਦਾਂ ਅਤੇ ਵਿਚਾਰਾਂ ਨੂੰ ਕੰਨਾਂ ਨਾਲ ਗ੍ਰਹਿਣ ਕਰਨਾ ਅਤੇ ਅਰਥ ਸਮਝਣ ਦੀ ਕੋਸ਼ਿਸ਼ ਕਰਨਾ। ਤਾਂ ਇੱਥੇ ਤੁਹਾਨੂੰ ਇੱਥੇ ਤੋਂ ਵੀ ਕਈ ਵਾਰ ਸਵਾਲ ਬਣ ਸਕਦਾ ਹੈ ਨਾ ਵੀ ਇਹ ਕੌਸ਼ਲ ਜਿਹੜੀ ਕਾਹਦੇ ਵੀ ਕੌਸ਼ਲ ਦੇ ਵਿੱਚ ਕਿਹੜੀ ਗਿਆਨ ਇੰਦਰੀ ਆਪਣੀ ਹੈ ਜਿਹੜੀ ਉਹ ਕਹਿ ਸਕਦੇ ਆਪਾਂ ਸ਼ਾਮਲ ਹੈ, ਤਾਂ ਕੰਨਾਂ ਦੇ ਨਾਲ ਆਪਾਂ ਕੀ ਕਰਾਂਗੇ, ਗ੍ਰਹਿਣ ਕਰਾਂਗੇ ਅਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਸ਼ਬਦਾਂ ਵਿਚਾਰਾਂ ਧੁਨੀਆਂ ਜੋ ਜਿਵੇਂ ਮੈਂ ਜੋ ਧੁਨੀ ਦਾ ਉਚਾਰਨ ਕਰ ਰਿਹਾ, ਮੈਂ ਜੋ ਸ਼ਬਦ ਬੋਲ ਰਿਹਾ, ਮੈਂ ਜੋ ਵਿਚਾਰ ਦੇ ਰਿਹਾ, ਤੁਸੀਂ ਕੰਨਾਂ ਦੇ ਥਰੂ ਉਹ ਤੁਹਾਡੇ ਅੰਦਰ ਜਾ ਰਿਹਾ ਹੈ, ਤਾਂ ਤੁਸੀਂ ਕੀ ਕੀਤਾ, ਗ੍ਰਹਿਣ ਕੀਤਾ ਕੰਨਾਂ ਦੇ ਨਾਲ, ਫਿਰ ਉਸ ਨੂੰ ਤੁਸੀਂ ਨੇ ਦਿਮਾਗ ਦਾ ਪੂਰਾ ਆਪਣੇ ਸਰੀਰ ਦਾ ਪ੍ਰੋਸੈਸ ਹੋਇਆ ਅਤੇ ਤੁਸੀਂ ਉਸ ਦਾ ਅਰਥ ਸਮਝਿਆ। ਤਾਂ ਇਸ ਤਰੀਕੇ ਨਾਲ ਇਹ ਕੀ ਹੋ ਗਈ, ਸੁਣਨ ਕੌਸ਼ਲ ਦੀ ਪਰਿਭਾਸ਼ਾ ਹੋ ਗਈ। ਵਕਤਾ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਉਹਨਾਂ ਅਰਥਾਂ ਵਿੱਚ ਹੀ ਸਮਝਣਾ ਅਸਲੀ ਕੌਸ਼ਲ ਹੈ। ਇਹ ਨਾ ਹੋਵੇ ਕਿ ਮੈਂ ਤਾਂ ਬੋਲ ਰਹੀ ਹਾਂ ਸੁਰ, ਠੀਕ ਹੈ ਜੀ, ਸਾਹਮਣੇ ਵਾਲਾ ਉਹਨੂੰ ਪਤਾ ਲੱਗ ਰਿਹਾ ਵੀ ਇਹ ਸੂਰ ਬੋਲ ਰਿਹਾ ਹੈ, ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ, ਸੁਰ ਸੂਰ, ਇਹਦਾ ਮਤਲਬ ਉਹਨੂੰ ਕੀ ਹੈ ਕਿ ਵਕਤਾ ਮਤਲਬ ਕਹਿ ਸਕਦੇ ਆਪਾਂ ਬੋਲਣ ਵਾਲਾ, ਠੀਕ ਹੈ, ਜੋ ਬੋਲਣ ਵਾਲਾ ਹੈ ਉਹ ਜੋ ਅਰਥ ਲੈ ਕੇ ਚੱਲ ਰਿਹਾ ਹੈ ਉਹ ਉਹਨਾਂ ਅਰਥਾਂ ਨੂੰ ਉਸੇ ਤਰ੍ਹਾਂ ਸਮਝਣਾ। ਠੀਕ ਹੈ ਜੀ, ਮੇਰੇ ਕਹਿਣ ਦਾ ਜੋ ਭਾਵ ਸੀ, ਜੀ ਮੈਂ ਬੋਲਤਾ ਸੁਰ, ਮੈਂ ਬੋਲਤਾ ਸੂਰ, ਤਾਂ ਤੁਸੀਂ ਸਮਝੋ ਵੀ ਸੁਰ ਅਤੇ ਸੂਰ ਕੀ ਗੱਲ ਕਹੀ ਜਾ ਰਹੀ ਹੈ। ਠੀਕ ਹੈ, ਧੁਨੀ ਦਾ ਥੋੜ੍ਹਾ ਜਿਹਾ ਫਰਕ ਹੈ, ਪਰ ਇਹ ਸਾਹਮਣੇ ਵਾਲੇ 'ਤੇ ਡਿਪੈਂਡ ਕਰਦਾ ਵੀ ਉਹਨੂੰ ਉਸੇ ਅਰਥਾਂ ਵਿੱਚ ਸਮਝੇ। ਠੀਕ ਹੈ ਜੀ, ਉਹਨਾਂ ਅਰਥਾਂ ਵਿੱਚ ਜੇਕਰ ਸਮਝਦਾ ਤਾਂ ਹੀ ਉਸ ਨੂੰ ਆਪਾਂ ਮੰਨਾਂਗੇ ਵੀ ਉਹਦੀ ਜਿਹੜੀ ਸੁਣਨ ਕੌਸ਼ਲ ਹੈ ਉਹ ਵਿਕਾਸ ਕੀਤਾ ਹੈ। ਠੀਕ ਹੈ ਜੀ, ਉਸਦੇ ਸੁਣਨ ਕੌਸ਼ਲ ਨੇ ਵਿਕਾਸ ਕੀਤਾ, ਜੇਕਰ ਉਹ ਵਕਤਾ ਦੇ ਉਹਨਾਂ ਅਰਥਾਂ ਨੂੰ ਹੀ ਗ੍ਰਹਿਣ ਕਰ ਰਿਹਾ ਜਿਹੜੇ ਅਰਥ ਮੈਂ ਸਮਝਾਉਣਾ ਚਾਹ ਰਿਹਾ। ਠੀਕ ਹੈ ਜੀ, ਨੈਕਸਟ ਹੈ ਜੀ, ਇੱਕ ਤੁਹਾਨੂੰ ਹੋਰ ਵੀ ਇੱਥੇ ਉਹ ਦਿੰਦੇ ਹਾਂ ਆਪਾਂ, ਇੱਕ ਐਗਜ਼ਾਮਪਲ ਦਿੰਦੇ ਹਾਂ। ਜਿਵੇਂ ਮੰਨ ਲਓ ਤੁਸੀਂ ਕਿਸੇ ਨੇ ਕਹਿਤਾ ਕਿ ਮੇਰੇ ਮਗਰ ਸ਼ੇਰ ਪੈ ਗਿਆ, ਹੁਣ ਮੈਂ ਬੋਲਿਆ ਸ਼ੇਰ ਹੈ, ਸਮਝ ਰਹੇ ਹੋ, ਬਰੀਕੀ ਨੂੰ ਫੜਿਓ, ਮੈਂ ਬੋਲ ਰਿਹਾ ਸ਼ੇਰ, ਮੇਰੇ ਮਗਰ ਸ਼ੇਰ ਪੈ ਗਿਆ, ਹੁਣ ਇਹ ਸ਼ੇਰ ਬੋਲਿਆ ਮੈਂ, ਇਹ ਸ਼ੇਰ ਦਾ ਮਤਲਬ ਕਿਲੋ ਹੁੰਦਾ ਹੈ, ਪਰ ਜਿਹੜੇ ਦੀ ਇਹ ਮਤਲਬ ਕੌਸ਼ਲ ਡਿਵੈਲਪ ਹੋ ਰਹੀ ਹੈ, ਜਿਹੜੇ ਨੂੰ ਪਤਾ ਹੈ ਵੀ ਸ਼ੇਰ ਇੱਕ ਜਾਨਵਰ ਵੀ ਹੈ, ਸ਼ੇਰ ਜਿਹਦੇ ਪੈਰ 'ਚ ਬਿੰਦੀ ਪਾ ਕੇ ਬੋਲਦੇ ਹਾਂ ਆਪਾਂ, ਸ਼ੇਰ ਵੀ ਇੱਕ ਜਾਨਵਰ ਵੀ ਹੈ, ਉਹ ਮਗਰ ਪੈ ਗਿਆ ਹੋਣਾ, ਮਤਲਬ ਮੈਂ ਬੋਲਿਆ ਚਾਹੇ ਗਲਤ ਹੀ ਸੀ, ਮੈਂ ਸ਼ੇਰ ਬੋਲਿਆ ਸੀ, ਸ਼ੇਰ, ਮੇਰੇ ਮਗਰ ਸ਼ੇਰ ਪੈ ਗਿਆ, ਤੁਸੀਂ ਕੀ ਕੀਤਾ, ਫਿਰ ਵੀ ਸਹੀ ਸਮਝ ਲਿਆ, ਕਿਉਂਕਿ ਤੁਹਾਡੀ ਸੁਣਨ ਕੌਸ਼ਲ ਹੈ ਜਿਹੜੀ ਉਸ ਦਾ ਵਿਕਾਸ ਹੋਇਆ ਹੈ, ਤੁਸੀਂ ਮਤਲਬ ਉਹੀ ਗੱਲ ਸਮਝੇ ਜਿਹੜੀ ਵਕਤਾ ਸਮਝਾਉਣਾ ਚਾਹੁੰਦਾ ਹੈ। ਠੀਕ ਹੈ ਜੀ, ਮਤਲਬ ਵਕਤਾ ਨੂੰ ਉਚਾਰਨ ਨਹੀਂ ਸਹੀ ਆਉਂਦਾ, ਉਹ ਤਾਂ ਅਲੱਗ ਚੀਜ਼ ਹੈ, ਉਹ ਆਪਾਂ ਅੱਗੇ ਸਮਝਾਂਗੇ ਵੀ ਉਚਾਰਨ ਉਹਦਾ ਸਹੀ ਕਿਉਂ ਨਹੀਂ ਹੈਗਾ। ਠੀਕ ਹੈ, ਤਾਂ ਕੁੱਲ ਮਿਲਾ ਕੇ ਕੀ ਹੈ ਕਿ ਇਹ ਮਤਲਬ ਹੈ ਕਿ ਸੁਣਨ ਕੌਸ਼ਲ ਸਹੀ ਡਿਵੈਲਪ ਹੋਈ ਹੈ। ਜਿਵੇਂ ਮੰਨ ਕੇ ਚਲੋ ਕਿਸੇ ਨੇ ਕਹਿਤਾ ਮੇਰੇ ਸੱਟ ਲੱਗੀ, ਮੇਰੇ ਲਹੂਆ ਆ ਗਿਆ, ਲਹੂਆ ਕੀ ਹੈ, ਲਹੂਆ ਇੱਕ ਸਹੀ ਉਚਾਰਨ ਤਾਂ ਲਹੂ ਸਹੀ ਉਚਾਰਨ ਹੋ ਸਕਦਾ ਲਹੂ, ਤਾਂ ਆਪਾਂ ਲਹੂਆ ਕਿਹਾ ਜਦੋਂ ਫਿਰ ਵੀ ਸਮਝ ਗਏ ਵੀ ਲਹੂਆ ਮਤਲਬ ਉਹਦੇ ਖੂਨ ਆ ਗਿਆ, ਸਮਝ ਗਏ। ਤਾਂ ਸੁਣਨ ਕੌਸ਼ਲ ਦਾ ਅਸਲੀ ਵਿਕਾਸ ਇਹ ਹੈ, ਵਕਤਾ ਜੋ ਚੀਜ਼ ਸਮਝਾਉਣਾ ਚਾਹੁੰਦਾ ਉਹੀ ਚੀਜ਼ ਸਮਝਣੀ। ਇਹ ਕੌਸ਼ਲ ਬਾਕੀ ਕੌਸ਼ਲਾਂ ਦਾ ਆਧਾਰ ਹੈ। ਕਹਿਣ ਦਾ ਭਾਵ ਕੀ ਹੈ, ਜਿਵੇਂ ਕਿ ਤੁਹਾਨੂੰ ਦੱਸਿਆ ਵੀ ਜਿਹੜੀ ਚੀਜ਼ ਦੇ ਵਿੱਚ ਮੰਨ ਕੇ ਚਲੋ ਬੱਚਾ ਪਹਿਲਾਂ ਕੀ ਹੋ ਗਿਆ, ਪਰਫੈਕਟ ਹੋ ਗਿਆ, ਮੰਨ ਕੇ ਚਲੋ ਉਹਨੇ ਸੁਣਨਾ ਚੰਗੀ ਤਰ੍ਹਾਂ ਸਿੱਖ ਲਿਆ ਤਾਂ ਉਹ ਬੋਲਣਾ ਵੀ ਚੰਗੀ ਤਰ੍ਹਾਂ ਸਿੱਖ ਜੂਗਾ। ਠੀਕ ਹੈ ਜੀ, ਉਹਨੇ ਪੜ੍ਹਨਾ ਚੰਗੀ ਤਰ੍ਹਾਂ ਸਿੱਖ ਲਿਆ ਤਾਂ ਉਹ ਲਿਖਣਾ ਵੀ ਚੰਗੀ ਤਰ੍ਹਾਂ ਸਿੱਖ ਜੂਗਾ। ਬਾਕੀ ਕੌਸ਼ਲਾਂ ਦਾ ਇਹ ਕੀ ਹੈ ਜੀ, ਆਧਾਰ ਹੈਗੀ ਹੈ ਚੀਜ਼। ਅਤੇ ਇਸ ਤੋਂ ਬਿਨਾਂ ਆਪਾਂ ਇੱਕ ਚੀਜ਼ ਇੱਥੇ ਹੋਰ ਸਮਝਦੇ ਹਾਂ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਫੋਰ ਐਗਜ਼ਾਮਪਲ, ਤੁਹਾਡੇ ਆਲੇ ਦੁਆਲੇ ਦੇ ਵਿੱਚ ਤੁਸੀਂ ਕੋਈ ਗੂੰਗਾ ਬੱਚਾ ਦੇਖਿਓ, ਠੀਕ ਹੈ ਜੀ, ਜ਼ਿਆਦਾਤਰ ਜੇਕਰ ਤੁਹਾਡੇ ਆਲੇ ਦੁਆਲੇ ਦੇ ਵਿੱਚ 10 ਜਣੇ ਗੂੰਗੇ ਨੇ, 10 ਦੇ ਵਿੱਚੋਂ 5 ਕੁ ਤਾਂ ਜਣੇ ਐਸੇ ਵੀ ਹੋਣੇ ਜਿਹੜਿਆਂ ਨੂੰ ਸੁਣਦਾ ਘੱਟ ਹੈ, ਠੀਕ ਹੈ, ਜਾਂ ਫਿਰ ਉਹਨਾਂ ਨੂੰ ਸੁਣਦਾ ਹੀ ਨਹੀਂ, ਜਾਂ ਫਿਰ ਘੱਟ ਸੁਣਦਾ ਹੈ, ਜਾਂ ਕਹਿ ਲੈ ਵੀ ਉਹਨਾਂ ਨੂੰ ਉੱਚੀ ਸੁਣਦਾ ਹੈ ਨਾ, ਮਤਲਬ ਉਹਨਾਂ ਨੂੰ ਸੁਣਨ ਦੇ ਵਿੱਚ ਵੀ ਪ੍ਰੋਬਲਮ ਹੈ, ਸ਼ਾਇਦ ਉਹ ਤਾਂ ਹੀ ਗੂੰਗੇ ਹੋਏ ਨੇ। ਇਹ ਰੀਜ਼ਨ ਹੁੰਦਾ ਹੈ, ਮੈਂ ਸਾਰਿਆਂ 'ਤੇ ਨਹੀਂ ਕਹਿ ਰਿਹਾ, ਵੀ ਵਿੱਚੋਂ ਕੁਝ ਸਪੈਸ਼ਲ ਕੇਸ ਵੀ ਹੁੰਦੇ ਨੇ, ਆਪਾਂ ਗੱਲ ਸਾਰਿਆਂ 'ਤੇ ਥੋੜ੍ਹੀ ਕਰਦੇ ਹਾਂ, ਆਪਾਂ ਮਤਲਬ ਇੱਕ ਜਨਰਲ ਕੇਸ ਲੈ ਕੇ ਚੱਲ ਰਹੇ ਹਾਂ ਵੀ ਜ਼ਿਆਦਾਤਰ ਹੁੰਦਾ ਵੀ ਜਿਹੜੇ ਗੂੰਗੇ ਨੇ ਜ਼ਿਆਦਾਤਰ ਉਹ ਕੀ ਹੋਣਗੇ ਜੀ, ਬੋਲੇ ਵੀ ਹੋਣਗੇ, ਮਤਲਬ ਉਹਨਾਂ ਨੂੰ ਸੁਣਦਾ ਵੀ ਘੱਟ ਹੋਊਗਾ। ਇਹ ਮਤਲਬ ਇੱਕ ਫੈਕਟ ਹੀ ਹੈ, ਇੱਦਾਂ ਕਹਿ ਸਕਦੇ ਹਾਂ। ਆਵਾਜ਼ ਦਾ ਉਤਰਾਅ ਚੜਾਅ ਸਮਝਣਾ ਇਸ ਵਿੱਚ ਸ਼ਾਮਲ ਹੁੰਦਾ ਹੈ। ਕਹਿਣ ਦਾ ਭਾਵ ਕੀ ਹੈ
ਉਤਰਾ ਚੜਾ ਸਮਝਣਾ ਇਸ ਵਿੱਚ ਸ਼ਾਮਲ ਹੁੰਦਾ। ਕਹਿਣ ਦਾ ਭਾਵ ਉਹੀ ਚੀਜ਼ ਹੋ ਗਈ ਜੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਸ਼ਬਦ ਇੱਥੇ ਮੈਂ ਲਿਖਤਾ ਸੁੱਖ, ਇਹ ਸ਼ਬਦ ਹੈ ਜੀ ਸੁੱਖ। ਹੁਣ ਇਹਦੇ ਨਾਲ ਆਪਾਂ ਸੁੱਖ ਹੀ ਲਿਖਦੇ ਹਾਂ। ਇਹ ਸ਼ਬਦ ਹੈ ਜੀ ਸੁਖੀ। ਇਹ ਸੁਖੀ ਦਾ ਤੁਸੀਂ ਕੀ ਮੀਨਿੰਗ ਕੱਢੋਗੇ? ਸੁਖੀ ਮਤਲਬ ਜਿਹਦੀ ਜ਼ਿੰਦਗੀ 'ਚ ਸੁੱਖ ਨਹੀਂ, ਹੈ ਨਾ, ਜੋ ਕਹਿ ਸਕਦੇ ਆਪਾਂ ਕਿ ਖੁਸ਼ ਰਹਿੰਦਾ ਹੈ ਨਾ, ਮਤਲਬ ਉਹਦੀ ਜ਼ਿੰਦਗੀ 'ਚ ਸੁੱਖ ਨੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਸੁਖੀ ਕਹਿੰਦੇ ਹਾਂ। ਅਤੇ ਇੱਕ ਮੈਂ ਬੋਲੂੰਗਾ ਸੁੱਖੀ, ਇੱਕ ਮੈਂ ਬੋਲਿਆ ਸੁੱਖੀ। ਹੁਣ ਇੱਥੇ ਕੀ ਸੀ? ਇੱਕ ਥਾਂ 'ਤੇ ਮੇਰੀ ਆਵਾਜ਼ ਉੱਚੀ ਗਈ ਸੀ, ਮਤਲਬ ਇੱਕਦਮ ਪਈ ਸੀ, ਆਪਾਂ ਸੱਸੇ 'ਤੇ ਜ਼ੋਰ ਦੇ ਕੇ ਬੋਲਿਆ ਸੁਖੀ, ਇੱਕ ਬੋਲਿਆ ਸੁੱਖੀ। ਕੀ ਹੈ? ਮੀਨਿੰਗ ਬਦਲ ਗਿਆ। ਜੇ ਮੰਨ ਕੇ ਚੱਲੋ ਬੱਚਾ ਇਸ ਚੀਜ਼ ਨੂੰ ਸਮਝੂਗਾ ਵੀ ਕਿੱਥੇ ਦੀ ਆਵਾਜ਼ ਉੱਚੀ ਗਈ ਹੈ, ਕਿੱਥੇ ਆਵਾਜ਼ ਨੀਵੀਂ ਗਈ ਹੈ, ਤਾਂ ਹੀ ਉਹ ਕੀ ਕਰ ਸਕੂਗਾ, ਉਸਦੀ ਸਹੀ ਵਿਕਾਸ ਹੋਇਆ ਆਪਾਂ ਮੰਨਾਂਗੇ, ਫਿਰ ਹੀ ਉਹ ਉਸਦੇ ਸਹੀ ਅਰਥ ਗ੍ਰਹਿਣ ਕਰ ਸਕੂਗਾ। ਤਾਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਵੀ ਉਤਰਾਅ ਚੜਾਅ ਜਿਹੜਾ ਉਹ ਇਸ ਕੌਸ਼ਲ ਦੇ ਵਿੱਚ ਸ਼ਾਮਲ ਹੁੰਦਾ ਹੈ। ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਇਹਦੀ ਹੋਰ ਦੇਣੀ ਸੀ। ਸ਼ਬਦ ਹੈ ਜੀ ਕਰਮ, ਸਮਝਿਓ ਕਰਮ। ਇਹ ਕਰਮ ਦਾ ਮਤਲਬ ਕੀ ਹੈ? ਮਤਲਬ ਭਾਗ ਕਹਿ ਸਕਦੇ, ਜਿਹੜੇ ਆਪਾਂ ਕਿਸਮਤ ਕਹਿੰਦੇ ਹਾਂ ਨਾ, ਵੀ ਕਰਮਾਂ ਵਾਲਾ ਤੂੰ ਵੇ ਜੱਟੀ ਕਰਮਾਂ 'ਚ ਤੇਰੇ, ਇੱਕ ਇੱਦਾਂ ਸੌਂਗ ਸੀ, ਤਾਂ ਉਹ ਕਰਮ ਹੈ, ਮਤਲਬ ਭਾਗ, ਇਹਦਾ ਅਰਥ ਭਾਗ ਕਿਸਮਤ ਇਹ ਕਹਿ ਸਕਦੇ ਹਾਂ। ਇੱਕ ਮੈਂ ਸ਼ਬਦ ਬੋਲ ਰਿਹਾ ਕਰਮ, ਕਰਮ। ਇਹ ਕਰਮ ਦਾ ਮਤਲਬ ਕੀ ਹੈ? ਪਹਿਲਾਂ ਤਾਂ ਉਚਾਰਨ ਨੂੰ ਸਮਝ। ਇੱਕ ਹੈ ਕਰਮ, ਇੱਕ ਹੈ ਕਰਮ। ਇਹ ਕਰਮ ਦਾ ਮਤਲਬ ਹੈ ਇੱਕ ਸੀਰੀਜ਼, ਮਤਲਬ ਸੀਕੁਐਂਸ ਵਾਈਜ਼, ਲੜੀ ਵਾਈਜ਼ ਕਹਿ ਸਕਦੇ ਹਾਂ ਆਪਾਂ, ਹੈ ਨਾ, ਵੀ ਜਿਵੇਂ ਮੈਂ ਕਹਿ ਰਿਹਾ ਵੀ ਮੈਂ ਤੁਹਾਨੂੰ ਜਿਹੜੇ ਟੌਪਿਕ ਹੈ ਉਹ ਕਰਮ ਵਾਈਜ਼ ਪੜ੍ਹਾ ਰਹੀ ਹਾਂ ਇੱਦਾਂ। ਤਾਂ ਮੀਨਿੰਗ ਕਹਿਣ ਦਾ ਮਤਲਬ ਇਹ ਸੀ ਵੀ ਉਤਰਾਅ ਚੜਾਅ ਨੂੰ ਸਮਝਣਾ ਵੀ ਸੁਣਨ ਕੌਸ਼ਲ ਦਾ ਇੱਕ ਹਿੱਸਾ ਹੈਗੇ ਹੈ। ਨੈਕਸਟ ਹੈ ਜੀ, ਇਸ ਕੌਸ਼ਲ ਦੇ ਲਈ ਅਰੋਗ ਕੰਨ, ਠੀਕ ਹੈ ਜੀ, ਅਤੇ ਰੌਚਿਕ ਸਮੱਗਰੀ, ਰੌਚਿਕ ਆਵਾਜ਼ ਆਦਿ ਕੰਮ ਆਉਂਦੀ ਹੈ। ਕਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਅਧਿਆਪਕ ਹੈ ਜਿਹੜਾ ਉਹ ਤਾਂ ਤਗੜੀਆਂ ਤੋਂ ਤਗੜੀਆਂ ਅਧਿਆਪਨ ਵਿਧੀਆਂ ਬਣਾ ਰਿਹਾ, ਕਦੇ ਕੁਛ ਸੁਣਾ ਰਿਹਾ, ਕਦੇ ਕੁਛ ਸੁਣਾ ਰਿਹਾ। ਪ੍ਰੋਬਲਮ ਬੱਚੇ ਦੇ ਕੰਨ 'ਚ ਹੈ। ਤੁਹਾਨੂੰ ਕੀ ਲੱਗਦਾ ਵੀ ਜੇਕਰ ਅਧਿਆਪਕ ਆਪਣਾ ਪੂਰਾ ਜਿਹੜਾ ਕਲਾਸਰੂਮ ਹੈ ਉਹਨੂੰ ਮਤਲਬ ਅਲੱਗ-ਅਲੱਗ ਟੀਚਿੰਗ ਏਡਸ ਦੇ ਨਾਲ ਭਰ ਲੂਗਾ ਕਮਰੇ ਨੂੰ, ਅਤੇ ਬੱਚਾ ਜਿਹੜਾ ਉਸਦੇ ਕੰਨ ਵਿੱਚ ਪ੍ਰੋਬਲਮ ਹੈ ਕਿ ਉਹ ਉਹਦੇ ਤੱਕ ਕੁਛ ਪੁੱਜ ਜੂਗਾ? ਨਹੀਂ ਪੁੱਜਦਾ ਨਾ। ਉਹਦੀ ਸੁਣਨ ਕੌਸ਼ਲ ਡਿਵੈਲਪ ਹੋ ਹੀ ਨਹੀਂ ਸਕਦੀ, ਕਿਉਂਕਿ ਉਸਦੇ ਕੰਨ ਨੂੰ ਵੀ ਅਰੋਗ ਹੋਣਾ ਪਊਗਾ, ਮਤਲਬ ਉਸਦੇ ਕੰਨ ਨੂੰ ਵੀ ਕੋਈ ਬਿਮਾਰੀ ਨਾ ਹੋਵੇ, ਵੀ ਉਸਦੇ ਕੰਨ ਵੀ ਮੇਨ ਲੋੜ ਹੈਗੀ ਹੈ ਵੀ ਕੰਨ ਵੀ ਸਹੀ ਹੋਣ, ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਆਪਾਂ ਅੱਗੇ ਕਾਰਨਾਂ 'ਚ ਵੀ ਸਮਝਾਂਗੇ। ਇਹਨੂੰ ਰੌਚਿਕ ਸਮੱਗਰੀ ਮਤਲਬ ਕਿ ਜਿਹੜੀ ਚੀਜ਼ ਅਧਿਆਪਕ ਉਸ ਨੂੰ ਸਮਝਾਉਣ ਜਾ ਰਹੇ ਹਨ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅਧਿਆਪਕ ਹੈ ਜਿਹੜਾ ਉਸਨੇ ਉਹਨੂੰ ਬੱਚੇ ਨੂੰ ਕੋਈ ਆਡੀਓ ਸੁਣਾਉਣੀ ਹੈ, ਤਾਂ ਜਿਹੜੀ ਚੀਜ਼ ਉਹ ਸਮੱਗਰੀ ਲੈ ਕੇ ਆਊਗਾ ਅਧਿਆਪਕ, ਠੀਕ ਹੈ, ਉਹ ਆਡੀਓ ਜੋ ਰਿਕਾਰਡ ਕਰੂਗਾ ਵੀ ਉਹ ਸਹੀ ਹੋਵੇ, ਰੌਚਕ ਹੋਵੇ, ਬੱਚੇ ਦਾ ਉਹਦੇ ਵਿੱਚ ਇੰਟਰਸਟ ਵੀ ਹੋਵੇ, ਇਹ ਨਾ ਹੋਵੇ ਵੀ ਬੱਚੇ ਨੂੰ ਪਹਿਲੇ ਦਿਨ ਉਸ ਨੂੰ ਮਤਲਬ ਥਿਊਰੀਆਂ ਸਮਝਾਉਣ ਲੱਗ ਗਏ, ਉਹਨੂੰ ਮਤਲਬ ਕੋਈ ਰੌਚਕ ਚੀਜ਼, ਉਹਨੂੰ ਕੋਈ ਬੁਝਾਰਤ ਬਾਰੇ ਸਮਝਾਵਾਂਗੇ, ਕੋਈ ਇੱਕਦਮ ਕਵਿਤਾ ਦਾ ਗਾਇਨ ਸਮਝਾਵਾਂਗੇ, ਹੈ ਨਾ, ਇੱਦਾਂ ਮਤਲਬ ਸਮੱਗਰੀ ਜਿਹੜੀ ਉਹ ਰੌਚਕ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਰੌਚਿਕ ਆਵਾਜ਼ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਆਵਾਜ਼ ਜਿਹੜੀ ਉਹ ਰੌਚਕ ਹੋਣੀ ਚਾਹੀਦੀ ਹੈ। ਅਤੇ ਆਵਾਜ਼ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵੀ ਆਪਾਂ ਪੈਦਾ ਕਰੀਏ ਵੀ ਇੱਕਦਮ ਬੱਚੇ ਦਾ ਧਿਆਨ ਜਾਵੇ, ਜਿਵੇਂ ਆਪਾਂ ਤਾੜੀ ਮਾਰਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਕਈ ਵਾਰ ਆਪਣੇ ਕੋਲ ਕੋਈ ਇੱਕ ਜਣਾ ਬੱਚੇ ਨੂੰ ਚੱਕੀ ਖੜਿਆ ਹੁੰਦਾ, ਆਪਾਂ ਚਾਹੁੰਦੇ ਹੁੰਦੇ ਵੀ ਬੱਚਾ ਮੇਰੇ ਕੋਲ ਆਵੇ, ਆਪਾਂ ਐਂ ਥੋੜ੍ਹੀਆਂ ਵੀ ਆਪਾਂ ਐਂ ਜੇਬਾਂ 'ਚ ਹੱਥ ਪਾ ਕੇ ਆਏ ਦੇਖੀ ਹੌਲੀ ਹੌਲੀ ਬੋਲੀ ਜਾ ਰਹੇ ਹਾਂ ਬੱਚੇ ਮੇਰੇ ਕੋਲ ਆ ਜਾਓ, ਉਹ ਇੱਦਾਂ ਆਉਂਦਾ ਹੀ ਨਹੀਂ ਬੱਚਾ। ਉਹਨੂੰ ਇੱਕਦਮ ਆਪਾਂ ਨੂੰ ਕੀ ਕਰਨਾ ਪਊਗਾ? ਐਂ ਤਾੜੀ ਮਾਰ ਕੇ ਆ ਜਾਓ ਬੱਚੇ ਮੇਰੇ ਕੋਲ ਆ ਜਾਓ, ਇੱਦਾਂ ਆਪਾਂ ਮਤਲਬ ਪਿਆਰ ਨਾਲ ਬੁਲਾਉਂਦੇ ਹਾਂ, ਆਪਣੀ ਆਵਾਜ਼ ਨੂੰ ਮੋਡੀਫਾਈ ਕਰਦੇ ਹਾਂ। ਇਸ ਤੋਂ ਬਿਨਾਂ ਆਪਾਂ ਤਾੜੀ ਸ਼ਬਦ ਯੂਜ਼ ਕਰਦੇ ਹਾਂ, ਸ਼ਬਦ ਨਹੀਂ ਕਹਿ ਸਕਦੇ ਵੀ ਇਹ ਤਾੜੀ ਨੂੰ ਇੱਦਾਂ ਮਾਰਦੇ ਹਾਂ। ਜੇ ਤੁਸੀਂ ਵੀ ਇੱਦਾਂ ਮਾਰਦੇ ਹੋ ਦੱਸਿਓ, ਠੀਕ ਹੈ, ਵੀ ਕਿਤੇ ਮੈਂ ਸ਼ਾਇਦ ਵੀ ਮੈਂ ਇਕੱਲਾ ਹੀ ਇਹ ਤਰੀਕਾ ਵਰਤਦਾ ਹੋਵਾਂ ਵੀ ਆਪਾਂ ਬੱਚੇ ਨੂੰ ਕਹਿੰਦੇ ਵੀ ਆ ਜਾਓ ਬੱਚੇ ਮੇਰੇ ਕੋਲ ਆ ਜਾਓ, ਇੱਦਾਂ ਮਤਲਬ ਆਪਾਂ ਤਾੜੀ ਨਾਲ ਕੀ ਕਰ ਰਹੇ ਹਾਂ? ਬੱਚੇ ਦੇ ਕੰਨ ਤੱਕ ਆਵਾਜ਼ ਪਹੁੰਚਾ ਰਹੇ ਹਾਂ। ਵੀ ਜਦੋਂ ਆਪਣੀ ਤਾੜੀ ਦੀ ਆਵਾਜ਼ ਬੱਚੇ ਨੇ ਸੁਣੀ ਤਾਂ ਇੱਕਦਮ ਉਹਦੇ ਕੰਨ ਵਿੱਚ ਆਪਣੀ ਧੁਨੀ, ਕੰਨ ਦੀ ਜਿਹੜੀ ਇਸ ਦੀ ਆਵਾਜ਼ ਹੈ ਨਾ, ਉਹ ਉਸਦੇ ਕੰਨ ਵਿੱਚ ਜਾਊਗੀ, ਬੱਚਾ ਆਪਣੀ ਗੱਲ ਨੂੰ ਗ੍ਰਹਿਣ ਕਰੂਗਾ। ਜਦੋਂ ਗ੍ਰਹਿਣ ਕਰਿਆ, ਉਹਨੇ ਸਮਝਿਆ ਵੀ ਇੱਧਰੋਂ ਆਵਾਜ਼ ਆਈ ਹੈ, ਤਾਂ ਬੱਚਾ ਇੱਕਦਮ ਆਪਣੇ ਵੱਲ ਝਾਕੂਗਾ। ਜਦੋਂ ਝਾਕੂਗਾ ਤਾਂ ਉਹਦੇ ਮਨ ਵਿੱਚ ਸੈਂਸੇਸ਼ਨਸ ਵਗੈਰਾ ਹੋਣਗੀਆਂ, ਤਾਂ ਉਹਦਾ ਜੀਅ ਵੀ ਕਰੂਗਾ ਜਾਣ ਨੂੰ, ਵੀ ਜਦੋਂ ਉਹ ਕੁਛ ਬੋਲ ਵੀ ਰਿਹਾ ਤਾਂ ਬੱਚੇ ਦਾ ਆਟੋਮੈਟਿਕਲੀ ਜੀਅ ਕਰੂਗਾ ਜਾਣ ਨੂੰ। ਅਤੇ ਉੱਥੇ ਬੱਚਾ, ਤੁਸੀਂ ਇੱਕ ਗੱਲ ਹੋਰ ਸੋਚੋ, ਇਹ ਛੋਟੇ ਬੱਚੇ 'ਤੇ ਅਪਲਾਈ ਕਰਕੇ ਦੇਖਿਓ, ਅਤੇ ਉਹ ਛੋਟੇ ਬੱਚੇ ਨੂੰ ਸਾਹਮਣੇ ਤੁਸੀਂ ਇੱਕ ਬੋਰਡ ਲਿਖਤਾ, ਉਹ ਬੋਰਡ ਦੇ ਉੱਤੇ ਕੁਛ ਲਿਖ ਰਿਹਾ ਵੀ ਆ ਜਾ ਮੈਂ ਤੈਨੂੰ ਚੀਜ਼ੀ ਦਊਂਗਾ, ਤਾਂ ਇਹ ਹੁਣ ਬੱਚੇ ਨੂੰ ਪੜ੍ਹਨਾ ਹੀ ਨਹੀਂ ਆਉਂਦਾ, ਕਿਉਂਕਿ ਪੜ੍ਹਨ ਕੌਸ਼ਲ ਨਹੀਂ ਉਹਦੀ ਡਿਵੈਲਪ ਹੋਈ। ਲਿਖਣ ਕੌਸ਼ਲ ਤਾਂ ਕਿੱਥੋਂ ਡਿਵੈਲਪ ਹੋ ਜਾਊਗੀ, ਹਾਲੇ ਪੜ੍ਹਨ ਕੌਸ਼ਲ ਵੀ ਨਹੀਂ ਹੋਈ। ਇਸ ਤੋਂ ਬਿਨਾਂ ਬੋਲਣ ਕੌਸ਼ਲ, ਉਹ ਬੋਲਣਾ ਵੀ ਨਹੀਂ ਸਿੱਖਿਆ, ਸਿਰਫ ਉਹਨੇ ਸੁਣਨਾ ਸਿੱਖਿਆ। ਸਮਝ ਗਏ ਵੀ ਇੱਥੇ ਤੋਂ ਸੁਣਨ ਕੌਸ਼ਲ ਜਿਹੜੀ ਉਹ ਮੁੱਢਲੀ ਕੌਸ਼ਲ ਇਸ ਤਰ੍ਹਾਂ ਹੈ, ਸਮਝੀਏ ਵੀ ਉਹਨੇ ਸਿਰਫ ਸੁਣਨਾ ਸਿੱਖਿਆ ਅਤੇ ਆਪਾਂ ਉਹ ਸੁਣਨ ਵਾਲੀ ਦੀ ਵਰਤੋਂ ਕਰ ਲਈ। ਇਸ ਤੋਂ ਬਾਅਦ ਜਿਉਂ-ਜਿਉਂ ਬੱਚਾ ਵੱਡਾ ਹੋਊਗਾ ਆਪਾਂ ਉਹਨੂੰ
ਲਿਖ ਕੇ ਵੀ ਕਹਿ ਸਕਦੇ ਹਾਂ। ਮੰਨ ਕੇ ਚਲੋ ਬੱਚਾ ਜਿਹੜਾ ਪੜ੍ਹਨਾ ਸਿੱਖ ਗਿਆ, ਆਪਾਂ ਉਹਨੂੰ ਮਤਲਬ ਇੱਕ ਇਸ ਤਰ੍ਹਾਂ ਲਿਖ ਕੇ ਕੋਈ ਪੋਸਟਰ ਉਹਦੇ ਸਾਹਮਣੇ ਕਰਤਾ ਵੀ ਆ ਜਾਓ ਬੱਚੇ ਮੈਂ ਤੁਹਾਨੂੰ ਚੀਜ਼ ਦੇਵਾਂਗਾ, ਮੇਰੇ ਕੋਲ ਆ ਜਾਓ। ਵੀ ਉਹ ਬੱਚਾ ਜੇ ਉਹਨੂੰ ਪੜ੍ਹਨਾ ਸਿੱਖ ਰਿਹਾ ਤਾਂ ਉਹਨੂੰ ਪੜ੍ਹ ਕੇ ਵੀ ਆ ਜਾਊਗਾ। ਮਤਲਬ ਸ਼ੁਰੂ ਵਿੱਚ ਉਹਨੂੰ ਬੱਚੇ ਨੂੰ ਬੁਲਾਉਣ ਲਈ ਆਪਾਂ ਨੇ ਕੀ ਕੀਤਾ, ਆਵਾਜ਼ ਦੀ ਵਰਤੋਂ ਕੀਤੀ। ਅਤੇ ਆਵਾਜ਼ ਜਿਹੜੀ ਉਹ ਕੰਨ ਨਾਲ ਸੰਬੰਧਿਤ ਹੈ, ਮਤਲਬ ਉਹਦੇ ਕੰਨ ਵਿੱਚ ਐਂਟਰ ਕਰੂਗੀ। ਠੀਕ ਹੈ ਜੀ, ਉਹਦੀ ਕੌਸ਼ਲ ਹੈ ਜਿਹੜੀ ਉਹ ਸੁਣਨ ਕੌਸ਼ਲ ਡਿਵੈਲਪ ਹੋ ਰਹੀ ਹੈ ਤਾਂ ਉਹ ਆਵਾਜ਼ ਜਿਹੜੀ ਕੰਮ ਕਰੂਗੀ। ਤਾਂ ਕੁੱਲ ਮਿਲਾ ਕੇ ਇਹ ਅਰੋਗ ਕੰਨ, ਰੌਚਕ ਸਮੱਗਰੀ, ਰੌਚਕ ਆਵਾਜ਼, ਇਹ ਚੀਜ਼ਾਂ ਨੇ ਜਿਹੜੀਆਂ ਮੁੱਖ ਲੋੜਾਂ ਨੇ ਸੁਣਨ ਕੌਸ਼ਲ ਦੀਆਂ। ਨੈਕਸਟ ਹੈ ਜੀ, ਜੇਕਰ ਸੁਣਨ ਨੂੰ ਨਾ ਮਿਲੇ ਤਾਂ ਉਸ ਦੀ ਬੋਲਣ ਕੌਸ਼ਲ ਵੀ ਵਿਕਸਿਤ ਨਹੀਂ ਹੋਵੇਗੀ। ਕੁਝ ਜਿਹੜੇ ਮਤਲਬ ਵਿਗਿਆਨੀ ਕਹਿ ਸਕਦੇ ਆਪਾਂ, ਜਿਹੜੇ ਨੇ ਅਲੱਗ-ਅਲੱਗ ਪ੍ਰਯੋਗ ਕੀਤੇ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਪ੍ਰਯੋਗ ਕਰਤੇ। ਉਹ ਕਹਿੰਦੇ ਕੋਈ ਜਾਨਵਰ ਬੱਚੇ ਨੂੰ ਚੁੱਕ ਕੇ ਲੈ ਗਿਆ ਅਤੇ ਉਹ ਬੱਚਾ ਬੋਲਣਾ ਹੀ ਨਹੀਂ ਸਿੱਖਿਆ। ਕਿਉਂ ਨਹੀਂ ਸਿੱਖਿਆ? ਕਿਉਂਕਿ ਉਹਨੇ ਮਨੁੱਖ ਨੂੰ ਬੋਲਦਾ ਨਹੀਂ ਸੁਣਿਆ। ਸਮਝ ਗਏ ਵੀ ਉਹਨੇ ਸੁਣਿਆ ਹੀ ਨਹੀਂ, ਮਤਲਬ ਉਹਨੇ ਸੁਣਿਆ ਨਹੀਂ। ਕਿਉਂਕਿ ਜੇ ਉਹ ਆਪਣੇ ਪਰਿਵਾਰ 'ਚ ਰਹਿੰਦਾ ਤਾਂ ਉਹ ਆਪਣੀ ਮੰਮੀ ਨੂੰ ਸੁਣਦਾ, ਆਪਦੇ ਪਾਪਾ ਨੂੰ ਸੁਣਦਾ, ਇਸ ਤੋਂ ਬਿਨਾਂ ਆਪਣੇ ਪਰਿਵਾਰ ਨੂੰ ਬੋਲਦਾ ਸੁਣਦਾ, ਤਾਂ ਉਹਨਾਂ ਨੂੰ ਬੋਲਦਾ ਸੁਣਦਾ, ਫਿਰ ਉਹ ਬੋਲਣਾ ਸਿੱਖਦਾ। ਠੀਕ ਹੈ ਜੀ, ਪਰ ਉਹਨੇ ਜਦੋਂ ਸੁਣਿਆ ਹੀ ਨਹੀਂ ਤਾਂ ਉਹ ਬੋਲਣਾ ਵੀ ਨਹੀਂ ਸਿੱਖ ਸਕਦਾ। ਸੁਣਨ ਨੂੰ ਨਾ ਮਿਲੇ ਤਾਂ ਬੋਲਣ ਦੀ ਕੌਸ਼ਲ ਵੀ ਵਿਕਸਿਤ ਹੋ ਹੀ ਨਹੀਂ ਸਕਦੀ, ਕਿਉਂਕਿ ਇਹ ਕੀ ਨੇ ਆਪਸ ਵਿੱਚ ਅੰਤਰ ਸੰਬੰਧਿਤ ਨੇ। ਠੀਕ ਹੈ ਜੀ, ਅਤੇ ਬੱਚੇ ਦੀ ਉਦਾਹਰਨ ਤੁਹਾਨੂੰ ਦੱਸਤੀ। ਅਤੇ ਇੱਕ ਗੱਲ ਹੋਰ, ਤੁਸੀਂ ਇੱਕ ਬੱਚੇ ਹੈ, ਵੈਸੇ ਇੱਕ ਮਤਲਬ ਗੱਲ ਹੈ ਕਿ ਤੁਸੀਂ ਇੱਕ ਬੱਚੇ ਨੂੰ ਜੰਮਦੇ ਸਾਰ ਵੀ ਉਹਨੇ ਹਾਲੇ ਕੋਈ ਵੀ ਧੁਨੀ ਆਪਣੇ ਆਲੇ ਦੁਆਲੇ ਦੇ ਪਰਿਵਾਰ ਦੀ ਕੋਈ ਵੀ ਗੱਲਬਾਤ ਨਹੀਂ ਸੁਣੀ, ਉਹਨੂੰ ਤੁਸੀਂ ਜਾਨਵਰਾਂ ਦੇ ਵਿੱਚ ਛੱਡ ਦਿਓ। ਠੀਕ ਹੈ, ਵੈਸੇ ਵੀ ਜੇ ਉਹ ਰਹਿ ਜੇ, ਕੋਈ ਇਸ ਤਰ੍ਹਾਂ ਸਿਸਟਮ ਹੋ ਜੇ ਵੀ ਉਹ ਜਿਉਂਦਾ ਬਚ ਜੇ, ਤਾਂ ਉਹ ਜਾਨਵਰਾਂ ਦੀ ਤਰ੍ਹਾਂ ਉਸ ਦਾ ਬਿਹੇਵੀਅਰ ਹੋ ਜਾਊਗਾ, ਵੀ ਉਹਨਾਂ ਵਾਲੀਆਂ ਆਵਾਜ਼ਾਂ ਕੱਢੂਗਾ। ਠੀਕ ਹੈ, ਵੀ ਜਦੋਂ ਹੋ ਸਕਦਾ ਰਿੰਗਣਾ ਸਿੱਖ ਜੇ ਉਹ ਜਾਨਵਰਾਂ ਵਾਂਗੂ, ਉਹਨੂੰ ਜੇ ਮੱਝਾਂ ਛੱਡਦਾ। ਤਾਂ ਕਹਿਣ ਦਾ ਭਾਵ ਕੀ ਹੈ ਵੀ ਉਹ ਆਪਣੇ ਆਲੇ ਦੁਆਲੇ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸੁਣੂਗਾ ਉਸੇ ਤਰ੍ਹਾਂ ਦੀ ਡਿਟੈਕਟ ਕਰੂਗਾ। ਜੇ ਉਹ ਜਾਨਵਰਾਂ ਦੀ ਆਵਾਜ਼ ਸੁਣੂਗਾ ਤਾਂ ਉਹ ਜਾਨਵਰਾਂ ਦੀ ਆਵਾਜ਼ ਹੀ ਕੱਢਣੀ ਸਿੱਖੂਗਾ। ਜੇਕਰ ਉਹ ਆਪਣੇ ਮਨੁੱਖਾਂ ਦੇ ਵਿੱਚ ਰਹਿੰਦਾ, ਪਰਿਵਾਰ ਦੇ ਵਿੱਚ ਰਹਿੰਦਾ, ਪਰਿਵਾਰ ਉਹਨੂੰ ਪਾਪਾ, ਮੰਮੀ, ਇਹ ਸ਼ਬਦ, ਪਾਣੀ, ਹੈ ਨਾ, ਇੱਦਾਂ ਮਾਣੀ ਆਪਾਂ ਉਹਨੂੰ ਮਤਲਬ ਬੁਲਾਉਣ ਲਈ, ਆਪਾਂ ਉਹਨੂੰ ਸੁਣਾਉਣ ਲਈ ਕੀ ਕਹਿੰਦੇ ਹਾਂ, ਮਾਣੀ ਪੀਊਂਗਾ, ਮਾਣੀ, ਇੱਦਾਂ ਆਪਾਂ ਮਤਲਬ ਉਹਦੇ ਨਾਲ ਤੋਤਲਾ ਜਿਹਾ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਤਰ੍ਹਾਂ ਜਦੋਂ ਆਪਾਂ ਇਹ ਚੀਜ਼ਾਂ ਦੀ ਕੋਸ਼ਿਸ਼ ਕਰਦੇ, ਇਹ ਧੁਨੀਆਂ ਆਪਾਂ ਉਹਦੇ ਕੰਨ ਤੱਕ ਪਹੁੰਚਾ ਰਹੇ ਹਾਂ। ਜਦੋਂ ਉਹਦੇ ਕੰਨ ਦੇ ਵਿੱਚ ਇਹ ਧੁਨੀਆਂ ਐਂਟਰ ਕਰ ਗਈਆਂ ਤਾਂ ਇਹ ਧੁਨੀਆਂ ਨੂੰ ਉਹ ਸਮਝੂਗਾ, ਸਮਝ ਕੇ ਹੌਲੀ ਹੌਲੀ ਉਹਦੇ ਮਨ ਵਿੱਚ ਜਿਹੜੇ ਚਿੱਤਰ ਨੇ ਉਹ ਬਣ ਜਾਣਗੇ। ਵੀ ਪਾਣੀ ਦਾ ਕੀ ਮੀਨਿੰਗ ਹੈ, ਮੰਮੀ ਸ਼ਬਦ ਬੋਲ ਰਹੇ ਉਹਦੇ ਸਾਹਮਣੇ ਇੱਕ ਪਿਕਚਰ ਬਣ ਜੂਗੀ, ਪਾਪਾ ਸ਼ਬਦ ਬੋਲ ਰਹੇ ਤਾਂ ਉਹਦੇ ਸਾਹਮਣੇ ਪਿਕਚਰ ਬਣ ਜੂਗੀ। ਹੌਲੀ ਹੌਲੀ ਉਹ ਚੀਜ਼ਾਂ ਬੋਲਣੀਆਂ ਵੀ ਸਿੱਖ ਜੂਗਾ। ਠੀਕ ਹੈ, ਇਸ ਤਰ੍ਹਾਂ ਤਾਂ ਇਸ ਤਰ੍ਹਾਂ ਇਹ ਕੌਸ਼ਲ ਹੈ, ਜਿਹੜੀਆਂ ਇੰਟਰਸਟਿੰਗ ਚੀਜ਼ਾਂ ਨੇ ਇਹ, ਇਹਨਾਂ ਨੂੰ ਸਮਝੋ ਵਧੀਆ ਤਰੀਕੇ ਨਾਲ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਸੁਣਨ ਨੂੰ ਮਿਲੂਗਾ ਤਾਂ ਹੀ ਬੋਲਣਾ ਸਿੱਖਿਆ ਜਾਵੇਗਾ। ਨੈਕਸਟ ਹੈ ਜੀ, ਸੁਣਨ ਕੌਸ਼ਲ ਦੀ ਭਾਸ਼ਾ ਸਿੱਖਿਆ ਵਿੱਚ ਮਹੱਤਤਾ। ਮਤਲਬ ਕਿ ਸੁਣਨ ਕੌਸ਼ਲ ਬਾਰੇ ਆਪਾਂ ਨੇ ਵੈਸੇ ਤਾਂ ਬਹੁਤ ਗੱਲ ਕਰ ਲਈ ਹੈ ਨਾ, ਤਾਂ ਵੀ ਸਿੱਖਿਆ ਜਿਹੜੀ ਆਪਾਂ ਲੈਂਗੁਏਜ ਦੀ ਗੱਲ ਕੀਤੀ ਹੈ, ਵੀ ਲੈਂਗੁਏਜ ਲਰਨਿੰਗ ਦੀ ਗੱਲ ਕੀਤੀ ਹੈ, ਤਾਂ ਉਹਦੇ ਵਿੱਚ ਕੀ ਮਹੱਤਤਾ ਇਹਦੀ? ਅਧਿਆਪਕ ਨੂੰ ਸੁਣਨਾ ਅਤੇ ਸਮਝਣਾ, ਉਹੀ ਗੱਲ ਆ ਗਈ ਵੀ ਇਸ ਦੀ ਲੋੜ ਕਿਉਂ ਹੈ ਸੁਣਨ ਕੌਸ਼ਲ ਦੀ, ਵੀ ਉਹ ਅਧਿਆਪਕ ਨੂੰ ਸੁਣੂਗਾ ਫਿਰ ਹੀ ਸਮਝੂਗਾ। ਠੀਕ ਹੈ, ਸੁਣਨ ਅਤੇ ਸਮਝਣ ਲਈ ਲੋੜ ਹੈ। ਇਸ ਤੋਂ ਬਿਨਾਂ ਅਨੁਕਰਨ ਕਰਕੇ ਸ਼ਬਦ ਭੰਡਾਰ ਬਣਾਉਣਾ। ਮੰਨ ਕੇ ਚੱਲੋ ਉਹਨੇ ਪਹਿਲਾਂ ਆਪਦੇ ਮਤਲਬ ਇੱਕ ਸਿੰਪਲ ਇੱਕ ਸ਼ਬਦ ਸਿੱਖ ਲਏ, ਵੀ ਮੰਮੀ ਪਾਪਾ ਸ਼ਬਦ ਕਹਿਣਾ ਸਿੱਖ ਲਏ। ਉਸ ਤੋਂ ਬਾਅਦ ਉਹ ਆਪਣੇ ਸਕੂਲ ਦੇ ਵਿੱਚ ਵਿਚਰੂਗਾ, ਉੱਥੇ ਉਹ ਦੋਸਤ ਵੀ ਕਹਿਣਾ ਸਿੱਖੂਗਾ, ਮਿੱਤਰ, ਆਪਦੇ ਦੋਸਤਾਂ ਦੇ ਨਾਮ ਲੈਣੇ ਸਿੱਖੂਗਾ, ਅਧਿਆਪਕਾਂ ਦੇ ਨਾਮ ਲੈਣੇ ਸਿੱਖੂਗਾ, ਆਪਣੇ ਆਲੇ ਦੁਆਲੇ ਵਿੱਚ ਨਵੀਂ ਨਵੀਂ ਚੀਜ਼ਾਂ ਸਿੱਖੂਗਾ। ਤਾਂ ਅਨੁਕਰਨ ਕਰਕੇ ਮਤਲਬ ਕਿ ਨਕਲ ਕਰ ਕਰਕੇ ਉਹ ਕੀ ਕਰੂਗਾ, ਆਪਣੇ ਸ਼ਬਦ ਭੰਡਾਰ ਨੂੰ ਵਧਾਊਗਾ। ਠੀਕ ਹੈ ਜੀ, ਨੈਕਸਟ ਹੈ ਕਵਿਤਾ ਦਾ ਰਸ ਅਤੇ ਕਹਾਣੀ ਦਾ ਆਨੰਦ। ਕਹਾਣੀ ਦਾ ਆਨੰਦ ਵੀ ਉਹ ਤਾਂ ਹੀ ਮਾਣ ਸਕੋ ਜੇ ਉਹਨੂੰ ਸੁਣਨ ਕੌਸ਼ਲ ਆਉਂਦੀ ਹੈ, ਵੀ ਉਹਨੂੰ ਸੁਣਨ ਆਨੰਦ ਵੀ ਜਦੋਂ ਸਾਹਮਣੇ ਵਾਲਾ ਇੱਦਾਂ ਬੋਲ ਰਿਹਾ ਹੈ ਵੀ ਉਹਨੂੰ ਇੱਦਾਂ ਇੰਜੋਏ ਕਰੋ, ਹੈ ਨਾ, ਵੀ ਕੋਈ ਹਾਸੇ ਵਾਲੀ ਗੱਲ ਹੈ ਤਾਂ ਹੱਸੋ, ਕੋਈ ਨੱਚਣ ਵਾਲੀ ਗੱਲ ਹੈ ਨੱਚੋ ਟੱਪੋ ਇੱਦਾਂ। ਤਾਂ ਕਵਿਤਾ ਦਾ ਅਤੇ ਕਹਾਣੀ ਦਾ ਰਸ ਵੀ ਉਹ ਤਾਂ ਹੀ ਮਾਣ ਸਕੂਗਾ ਜੇਕਰ ਸੁਣਨ ਕੌਸ਼ਲ ਉਸ ਦੀ ਵਿਕਸਿਤ ਹੋਈ ਹੈ। ਤਾਂ ਇਸ ਕਰਕੇ ਕਵਿਤਾ ਦੇ ਆਨੰਦ ਮਾਣਨ ਲਈ, ਕਵਿਤਾ ਦਾ ਰਸ, ਕਹਾਣੀ ਦਾ ਆਨੰਦ ਮਾਣਨ ਲਈ ਵੀ ਇਸ ਦੀ ਮਹੱਤਤਾ ਹੈਗੀ ਹੈ। ਬਾਕੀ ਕੌਸ਼ਲਾਂ ਦਾ ਆਧਾਰ ਬਣਦਾ ਹੈ ਅਧਿਆਪਨ ਵਿਧੀਆਂ ਦਾ ਲਾਹਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਸੁਣਨ ਕੌਸ਼ਲ ਜਿਹੜੀ ਉਹ ਡਿਵੈਲਪ ਹੋਈ ਹੈ। ਮੰਨ ਕੇ ਚਲੋ ਅਧਿਆਪਕ ਨੇ ਕੀ ਕੀਤਾ ਕਿ ਬੱਚਿਆਂ ਨੂੰ ਕਹਿ ਤਾ ਅੱਜ ਕਲਾਸ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਕਵਿਤਾ ਰਿਕਾਰਡ ਕੀਤੀ ਹੈ ਉਹ ਸੁਣਾਊਂਗਾ। ਅਧਿਆਪਕ ਨੇ ਲਿਆ ਕੇ ਸਪੀਕਰ ਰੱਖਤਾ, ਠੀਕ ਹੈ, ਚਲਾਤੀ, ਪਲੇ ਕਰਤੀ। ਇੱਕ ਬੱਚਾ ਜਿਹੜਾ ਉਹਨੂੰ ਸੁਣਨ ਦੀ ਕੌਸ਼ਲ ਉਹਦੀ ਡਿਵੈਲਪ ਨਹੀਂ ਹੋਈ। ਠੀਕ ਹੈ, ਹਾਲੇ ਇੱਦਾਂ ਕਹਿ ਸਕਦੇ ਹਾਂ ਵੀ ਉਹਨੂੰ ਸੁਣਨ ਸਮਝਣਾ ਨਹੀਂ ਆਇਆ। ਅਧਿਆਪਕ ਬਾਅਦ ਵਿੱਚ ਸਵਾਲ ਪੁੱਛਣ ਲੱਗ ਗਿਆ ਵੀ ਹਾਂ ਦੱਸੋ ਤੁਸੀਂ ਨੇ ਕੀ ਸਿੱਖਿਆ, ਉਹਨੇ ਸੁਣੀ ਨਹੀਂ ਤਾਂ ਦੱਸੂਗਾ ਕੀ। ਠੀਕ ਹੈ, ਇਸ ਤਰ੍ਹਾਂ ਮਤਲਬ ਉਹਦੀ ਸੁਣਨ ਕੌਸ਼ਲ ਨਹੀਂ ਡਿਵੈਲਪ ਹੋਈ। ਜਦੋਂ ਸੁਣਨ ਕੌਸ਼ਲ ਡਿਵੈਲਪ ਹੋ ਗਈ ਤਾਂ ਫਿਰ ਉਹ ਸੁਣੂਗਾ ਵੀ, ਸਮਝੂਗਾ ਵੀ, ਫਿਰ ਉਹਦਾ ਰਿਐਕਟ ਵੀ ਕਰੂਗਾ, ਬੋਲ ਕੇ ਉਸਨੂੰ ਪ੍ਰਗਟ ਵੀ ਕਰੂਗਾ। ਠੀਕ ਹੈ, ਪ੍ਰਗਟਾ ਕਰੂਗਾ ਆਪਣੀ ਸ਼ਬਦਾਂ ਵਿੱਚ। ਤਾਂ ਇਸ ਤਰ੍ਹਾਂ ਆਪਣੀਆਂ ਕੌਸ਼ਲ ਡਿਵੈਲਪ ਹੋ ਗਈਆਂ। ਤਾਂ ਅਧਿਆਪਨ ਵਿਧੀਆਂ ਦਾ ਲਾਹਾ ਵੀ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਸੁਣਨ ਕੌਸ਼ਲ ਹੈਗੇ ਆ ਚੰਗਾ। ਨੈਕਸਟ ਹੈ ਜੀ ਨਵੇਂ ਗਿਆਨ ਦੀ ਪ੍ਰਾਪਤੀ ਲਈ ਸੰਮੇਲਨ, ਵਿਚਾਰ ਗੋਸ਼ਟੀ, ਸੈਮੀਨਾਰ ਵਿੱਚ ਭਾਗ ਲੈਣਾ। ਠੀਕ ਹੈ ਜੀ, ਤਾਂ ਸੰਮੇਲਨ, ਵਿਚਾਰ ਗੋਸ਼ਟੀ, ਸੈਮੀਨਾਰ ਵਿੱਚ ਭਾਗ ਲੈਣ ਦੇ ਲਈ ਵੀ ਸੁਣਨ ਕੌਸ਼ਲ
ਜ਼ਰੂਰੀ ਹੈ। ਸੁਣਨ ਅਤੇ ਸਮਝਣ ਕੌਸ਼ਲ ਦੇ ਉਦੇਸ਼ ਕਿਹੜੇ-ਕਿਹੜੇ ਹੋ ਸਕਦੇ ਨੇ? ਸੁਣ ਕੇ ਸਮਝਣਾ ਮੁੱਖ ਉਦੇਸ਼ ਹੈ, ਵੀ ਸਿਰਫ ਸੁਣਨ ਨਾਲ ਹੀ ਕੰਮ ਹੈ ਜਿਹੜਾ ਆਪਣਾ ਉਹ ਨੇਪਰੇ ਨਹੀਂ ਚੜ੍ਹਦਾ। ਜੇਕਰ ਬੱਚਾ ਇਹਦੀ ਆਵਾਜ਼ ਸੁਣਨੀ ਸਿੱਖ ਗਿਆ ਅਤੇ ਮਤਲਬ ਉਹਨੇ ਦਾ ਕੋਈ ਅਰਥ ਹੀ ਨਾ ਕੱਢਿਆ, ਠੀਕ ਹੈ, ਮਤਲਬ ਉਹਨੇ ਸਮਝੇ ਹੀ ਨਾ, ਤਾਂ ਉਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਤਾਂ ਮੇਨ ਉਦੇਸ਼ ਕੀ ਹੈ ਆਪਣਾ, ਕਿ ਗੱਲ ਨੂੰ ਸੁਣ ਕੇ ਸਮਝਣਾ, ਸੁਣਨ ਪ੍ਰਤੀ ਰੁਚੀ ਪੈਦਾ ਕਰਨਾ, ਬੱਚੇ ਨੂੰ ਵੱਧ ਤੋਂ ਵੱਧ ਨਵੀਆਂ ਚੀਜ਼ਾਂ ਸੁਣਨ ਲਈ ਕਹੋ, ਬੱਚੇ ਇਹ ਦੇਖੋ, ਇਹ ਸੁਣੋ, ਮੈਂ ਤੁਹਾਨੂੰ ਸੁਣਾਵਾਂ ਇੱਦਾਂ, ਮਤਲਬ ਉਹਦੀਆਂ ਜਿਹੜੀਆਂ ਸੁਣਨ ਰੁਚੀਆਂ ਨੇ ਉਹਨਾਂ ਨੂੰ ਪੈਦਾ ਕਰਨਾ। ਅਰਥ ਗ੍ਰਹਿਣ ਕਰਾਉਣਾ, ਦੱਸਣਾ ਵੀ ਜਦੋਂ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਇਹਦਾ ਕੀ ਮੀਨਿੰਗ ਹੈ। ਜਿਵੇਂ ਤੁਹਾਨੂੰ ਉਹਦੇ ਵਾਲੀ ਇੱਕ ਐਗਜ਼ਾਮਪਲ ਦਿੱਤੀ ਸੀ ਵੀ ਬੱਚੇ ਨੂੰ ਦੱਸਣਾ ਵੀ ਇਹ ਜਦੋਂ ਇਹਨੂੰ ਹਲਕਾ ਜਿਹਾ ਬੋਲਾਂਗੇ ਬੱਚੇ ਸੁਰ ਇਹਨੂੰ ਬੋਲਾਂਗੇ, ਇਹਦਾ ਮਤਲਬ ਇੱਕ ਸੁਰ, ਇੱਕ ਆਵਾਜ਼ ਹੈ, ਧੁਨੀ ਹੈ, ਸੰਗੀਤ ਨਾਲ ਸੰਬੰਧਿਤ ਹੈ। ਅਤੇ ਆਪਾਂ ਇਹ ਕਹਾਂਗੇ ਜਦੋਂ ਸੂਰ ਕਹਾਂਗੇ, ਤਾਂ ਆਪਾਂ ਬੱਚੇ ਨੂੰ ਕੀ ਕਹਾਂਗੇ ਕਿ ਬੱਚੇ ਜਦੋਂ ਇਹਨੂੰ ਇੱਦਾਂ ਦੀ ਆਵਾਜ਼ ਆਵੇ ਨਾ ਵੀ ਸੂਰ, ਤਾਂ ਇਹਦਾ ਮਤਲਬ ਇੱਕ ਜਾਨਵਰ ਹੈ। ਤਾਂ ਇਸ ਤਰ੍ਹਾਂ ਬੱਚੇ ਨੂੰ ਇਹ ਚੀਜ਼ਾਂ ਬਾਰੇ ਦੱਸਣਾ, ਤਾਂ ਅਰਥ ਗ੍ਰਹਿਣ ਕਰਾਉਣਾ, ਠੀਕ ਹੈ ਜੀ, ਉਹਨੂੰ ਅਰਥ ਦੱਸਣਾ ਵੀ ਇਹ ਆਵਾਜ਼ ਦਾ ਕੀ ਅਰਥ ਹੈ, ਇਹ ਆਵਾਜ਼ ਦਾ ਕੀ ਅਰਥ ਹੈ। ਉਚਾਰਨ ਸੁਣ ਕੇ ਸ਼ੁੱਧ ਕਰਾਉਣਾ, ਬੋਲਣ ਵਾਲੇ ਖਿਡਾਉਣੇ। ਤਾਂ ਕਈ ਵਾਰ ਕੀ ਹੋ ਸਕਦੇ, ਬੱਚੇ ਨੂੰ ਬੋਲਣ ਵਾਲੇ ਖਿਡਾਉਣੇ ਦਿਓ ਜਿਹਦੇ ਵਿੱਚ ਮੰਨ ਕੇ ਚਲੋ ਕੋਈ ਸ਼ਬਦ ਮੰਨ ਕੇ ਚਲੋ ਜਿਵੇਂ ਛਈਆਂ, ਉਹ ਇੱਕ ਮਤਲਬ ਇੱਕ ਮੋਬਾਈਲ ਜਿਹਾ ਹੁੰਦਾ ਸੀ, ਉਹ ਕਾਹਦੇ ਲਈ ਸੀ ਵੀ ਬੱਚਾ ਉਹ ਤੋਂ ਸੁਣਦਾ ਸੀ, ਉਹ ਨਵੇਂ ਸ਼ਬਦ ਜਿਹੜੇ ਬੋਲਣੇ ਸਿੱਖਦਾ ਸੀ। ਤਾਂ ਇਸੇ ਤਰ੍ਹਾਂ ਕੋਈ ਖਿਡਾਉਣੇ ਨੇ ਜਿਹੜੇ ਬੱਚੇ ਦੇ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਵੀ ਉਹਨਾਂ ਵਿੱਚ ਕੁਝ ਸ਼ਬਦ ਰਿਕਾਰਡ ਹੋਣ। ਜਿਵੇਂ ਕੋਈ ਮੰਨ ਕੇ ਚਲੋ ਬੇਸਿਕ ਸ਼ਬਦ ਸਿਖਾਉਣਾ ਹੈ ਨਾ, ਵੀ ਅਧਿਆਪਕ ਦਾ ਸਤਿਕਾਰ ਕਰੋ, ਇੱਦਾਂ ਕੋਈ ਲਾਈਨ ਬੋਲੀ ਪਈ ਹੋਵੇ ਵੀ ਉਹਦੇ ਵਿੱਚ ਅਧਿਆਪਕ ਦਾ ਸਤਿਕਾਰ ਕਰੋ, ਤਾਂ ਬੱਚਾ ਉਹਨੂੰ ਸੁਣੂਗਾ, ਠੀਕ ਹੈ ਜੀ। ਸੁਣ ਕੇ ਕੀ ਕਰੂਗਾ, ਉਸ ਦਾ ਉਚਾਰਨ ਵੀ ਸ਼ੁੱਧ ਹੋਊਗਾ, ਠੀਕ ਹੈ, ਉਹਨੂੰ ਬੋਲੂਗਾ ਮਗਰ ਦੀ ਮਗਰ, ਅਤੇ ਉਸ ਨੂੰ ਜਦੋਂ ਸੁਣੂਗਾ ਤਾਂ ਉਸ 'ਤੇ ਅਸਰ ਵੀ ਹੋਊਗਾ, ਠੀਕ ਹੈ, ਖਿਡਾਉਣੇ ਦਾ ਅਸਰ ਵੀ ਉਸ 'ਤੇ ਹੁੰਦਾ ਹੈ। ਉਚਾਰਨ ਸੁਣ ਕੇ ਸ਼ੁੱਧ ਕਰਾਉਣਾ, ਵੀ ਜਦੋਂ ਉਹ ਸ਼ੁੱਧ ਉਚਾਰਨ ਸੁਣੂਗਾ ਤਾਂ ਉਹ ਸ਼ੁੱਧ ਉਚਾਰਨ ਕਰੇਗਾ ਵੀ। ਜਿਵੇਂ ਉਹ ਨਹੀਂ ਹੁੰਦਾ ਕਈ ਵਾਰ ਇੰਗਲਿਸ਼ ਦਾ ਸ਼ਬਦ ਹੈ ਕੋਈ, ਮੈਂ ਤੁਹਾਨੂੰ ਇੱਕ ਟਰਿਕ ਦੱਸਦਾ, ਇੰਗਲਿਸ਼ ਦਾ ਇੱਕ ਸ਼ਬਦ ਹੈ, ਉਹਨੂੰ ਤੁਸੀਂ ਗੂਗਲ ਟਰਾਂਸਲੇਟਰ 'ਤੇ ਭਰ ਲਓ, ਉਸ ਤੋਂ ਬਾਅਦ ਉਹ ਸਪੀਕਰ ਜਾਂ ਦੱਬ ਦਿਓ, ਸਪੀਕਰ ਤੁਹਾਨੂੰ ਉਚਾਰਨ ਕਰਕੇ ਦੱਸੂਗਾ, ਤਾਂ ਆਪਾਂ ਇਸ ਤਰ੍ਹਾਂ ਇੰਗਲਿਸ਼ ਦਾ ਵੀ ਉਚਾਰਨ ਸਿੱਖ ਸਕਦੇ ਹਾਂ। ਨੈਕਸਟ ਹੈ ਜੀ ਵਕਤਾ ਦੇ ਭਾਵ ਨੂੰ ਸਮਝਣਾ, ਮਤਲਬ ਕਿ ਜਿਵੇਂ ਵਕਤਾ ਨੇ ਸ਼ੇਰ ਬੋਲਿਆ ਤਾਂ ਉਹਨੂੰ ਸ਼ੇਰ ਸਮਝ ਜਾਣਾ, ਮਤਲਬ ਵਾਕ ਦੇ ਪ੍ਰਸੰਗ ਦੇ ਅਕੋਰਡਿੰਗ, ਹੈ ਨਾ। ਜੇ ਮੰਨ ਕੇ ਚਲੋ ਕਿਸੇ ਨੇ ਜਾ ਕੇ ਦੁਕਾਨ 'ਤੇ ਕਹਿਤਾ ਮੈਨੂੰ ਸ਼ੇਰ ਖੰਡ ਦੇ ਦੇ, ਉਹ ਸ਼ੇਰ ਦਾ ਮਤਲਬ ਇਹ ਥੋੜ੍ਹੀ ਹੈ ਵੀ ਕੋਈ ਸ਼ੇਰ ਨੇ ਬਣਾਈ ਹੋਈ ਖੰਡ ਦਊਗਾ, ਉਹ ਸ਼ੇਰ ਦਾ ਮਤਲਬ 1 ਕਿਲੋ ਖੰਡ ਦੇ ਦੇ ਮੈਨੂੰ, ਠੀਕ ਹੈ। ਤਾਂ ਮਤਲਬ ਸ਼ੇਰ ਨੂੰ ਸ਼ੇਰ ਬੋਲਿਆ ਜਾਵੇ, ਕੁਛ ਵੀ ਬੋਲਿਆ ਜਾਵੇ, ਵਕਤਾ ਮਤਲਬ ਸੁਣਨ ਵਾਲੇ ਦੀ ਕੌਸ਼ਲ ਇੰਨੀ ਜ਼ਿਆਦਾ ਡਿਵੈਲਪ ਹੈ ਵੀ ਉਹ ਸਮਝ ਗਏ। ਮਤਲਬ ਇੱਕ ਜਿਵੇਂ ਫਿਲਮ 'ਚ ਨਹੀਂ ਹੁੰਦਾ ਵੀ ਉਹ ਜਾਣ ਕੇ ਸ਼ਬਦਾਂ ਦਾ ਗਲਤ ਉਚਾਰਨ ਕਰ ਦਿੰਦੀ ਹੈ ਅਤੇ ਬਾਅਦ ਵਿੱਚ ਉਹ ਕਹਿ ਦਿੰਦੀ ਹੈ ਵੀ ਹੁੰਦਾ ਤਾਂ ਉਹੀ ਹੈ, ਇੱਦਾਂ ਮਤਲਬ ਵੀ ਉਹ ਕਹਿ ਰਹੀ ਹੈ ਵੀ ਤੁਸੀਂ ਤਾਂ ਸਮਝ ਗਏ ਵੀ ਫਿਰ ਸ਼ੁੱਧ ਕਰਾ ਕੇ ਕੀ ਲੈਣਾ ਹੈ। ਇਹੀਆਂ ਜਿਹੀਆਂ ਗੱਲਾਂ ਵੀ ਫਨ ਲਈ ਆਪਾਂ ਨੂੰ ਸੁਣਨੀਆਂ ਚਾਹੀਦੀਆਂ ਨੇ। ਆਵਾਜ਼ ਦੇ ਉਤਰਾਅ ਚੜਾਅ ਨੂੰ ਸਮਝਣਾ, ਜਿਵੇਂ ਸੁਰ, ਸੂਰ, ਸੁਖੀ, ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਆਲਰੈਡੀ। ਸਾਹਿਤਕ ਰੁਚੀਆਂ ਵਧਾਉਣੀਆਂ, ਬੌਧਿਕ ਵਿਕਾਸ, ਇਹ ਕੀ ਨੇ ਮੁੱਖ ਉਦੇਸ਼ ਨੇ ਜੀ ਸੁਣਨ ਕੌਸ਼ਲ ਦੇ। ਸੁਣਨ ਕੌਸ਼ਲ ਅਤੇ ਸਮਝਣ ਕੌਸ਼ਲ ਦੇ ਅਭਿਆਸ, ਆਪਾਂ ਨੇ ਇਹ ਤਾਂ ਬਹੁਤ ਗੱਲ ਕਰ ਲਈ ਵੀ ਸੁਣਨ ਕੌਸ਼ਲ ਕੀ ਹੈ, ਉਦੇਸ਼, ਮਹੱਤਵ ਬਹੁਤ ਸਮਝ ਲਿਆ। ਹੁਣ ਆਪਾਂ ਸਮਝਦੇ ਹਾਂ ਵੀ ਸੁਣਨ ਕੌਸ਼ਲ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ। ਤਾਂ ਇਹ ਵਿਕਾਸ ਕੀਤਾ ਜਾ ਸਕਦਾ ਜੀ ਆਪਸੀ ਗੱਲਬਾਤ ਰਾਹੀਂ, ਠੀਕ ਹੈ। ਬੱਚਾ ਜਿਹੜਾ ਉਹ ਵੱਧ ਤੋਂ ਵੱਧ ਆਪਣੇ ਦੋਸਤਾਂ ਵਿੱਚ ਵਿਚਰੂਗਾ, ਦੋਸਤ ਨਵੇਂ ਸ਼ਬਦ ਬੋਲਣਗੇ, ਉਹਨਾਂ ਸ਼ਬਦਾਂ ਨੂੰ ਜਦੋਂ ਉਹ ਸੁਣੂਗਾ, ਸਮਝੂਗਾ, ਤਾਂ ਕੀ ਹੋਊਗਾ, ਉਸ ਦਾ ਇਹ ਵਿਕਾਸ ਹੋਊਗਾ, ਠੀਕ ਹੈ ਜੀ। ਮਤਲਬ ਪ੍ਰੈਕਟਿਸ ਹੈ, ਠੀਕ ਹੈ, ਅਭਿਆਸ ਹੈ। ਨੈਕਸਟ ਹੈ ਜੀ ਵਾਦ ਵਿਵਾਦ, ਠੀਕ ਹੈ। ਵਾਦ ਵਿਵਾਦ ਮਤਲਬ ਉਹਨੂੰ ਕੋਈ ਡਿਬੇਟ ਦੇ ਵਿੱਚ ਮਤਲਬ ਦੋਸਤਾਂ ਨਾਲ ਬਿਠਾ ਰਿਹਾ ਵੀ ਇਹ ਤੇਰੇ ਦੋਸਤ ਤੋਂ ਇਹ ਗੱਲ ਪੁੱਛ ਕੇ ਆ, ਮਤਲਬ ਉਹ ਪੁੱਛ ਰਿਹਾ ਵੀ ਹੈ ਇਹ ਐਵੇਂ ਹੈ, ਮਤਲਬ ਜਦੋਂ ਆਪਸ 'ਚ ਵੀ ਗੱਲ ਕਹੂਗਾ, ਗੱਲ ਸੁਣੂਗਾ, ਤਾਂ ਕੀ ਹੋਊਗਾ, ਜਦੋਂ ਵਾਦ ਵਿਵਾਦ ਹੋਊਗਾ ਤਾਂ ਇਸ ਦਾ ਵਿਕਾਸ ਹੋਊਗਾ, ਮਤਲਬ ਹੋਰ ਵੀ ਵਧੀਆ ਤਰੀਕੇ ਨਾਲ ਸੁਣ ਸਕੂਗਾ, ਠੀਕ ਹੈ ਜੀ। ਪ੍ਰਸ਼ਨ ਉੱਤਰ ਵਿਧੀ, ਪਹਿਲਾਂ ਉਸਨੂੰ ਮਤਲਬ ਕੁਛ ਦੱਸਣਾ, ਹੈ ਨਾ, ਬਾਅਦ ਵਿੱਚ ਉਸ ਤੋਂ ਉਹ ਸੁਣਨਾ, ਪ੍ਰਸ਼ਨ ਉੱਤਰ ਵਿਧੀ ਹੋ ਸਕਦੀ ਹੈ। ਕਹਾਣੀ ਸੁਣਨਾ ਅਤੇ ਸੁਣਾਉਣਾ, ਠੀਕ ਹੈ, ਮਤਲਬ ਕੋਈ ਉਹਨੂੰ ਗੱਲ ਦੱਸਤੀ, ਉਹਨੂੰ ਦੱਸੋਗੇ ਵੀ ਹੈ ਕਿ ਮੈਂ ਕੀ ਦੱਸਿਆ, ਦੱਸੋ ਬੱਚੇ, ਇੱਦਾਂ ਮਤਲਬ ਕਹਾਣੀ ਸੁਣਨਾ ਸੁਣਾਉਣਾ ਇਹਦੇ 'ਚ ਸ਼ਾਮਲ ਹੈ। ਨੈਕਸਟ ਹੈ ਜੀ ਇੱਕ ਪੁਆਇੰਟ ਮੋਸਟ ਇੰਪੋਰਟੈਂਟ ਹੈ, ਬੋਲ ਲਿਖਤ ਇੰਪੋਰਟੈਂਟ ਪੁਆਇੰਟ ਹੈ, ਇਹ ਚੀਜ਼ ਨੂੰ ਵਧੀਆ ਤਾਂ ਹੀ 'ਤੇ ਸਟਾਰ ਲੱਗੇ ਨੇ। ਬੋਲ ਲਿਖਤ ਜਿਹੜਾ ਇਹ ਇੱਕ ਵਧੀਆ ਅਭਿਆਸ ਸਾਬਿਤ ਹੋ ਸਕਦਾ ਕਾਹਦੇ ਲਈ, ਸੁਣਨ ਅਤੇ ਸਮਝਣ ਕੌਸ਼ਲ ਦੇ ਲਈ। ਨੈਕਸਟ ਹੈ ਜੀ ਉੱਚੀ ਪਾਠ ਅਤੇ ਭਾਸ਼ਣ, ਵੈਸੇ ਇਹ ਨੇ ਜਿਹੜੀਆਂ ਆਪਾਂ ਇੱਕ ਹੋਰ ਕੌਸ਼ਲ ਦੇ ਵਿੱਚ ਡਿਸਕਸ ਕਰਾਂਗੇ, ਜਿਵੇਂ ਕਿ ਆਪਾਂ ਇਹ ਬੋਲਣ ਕੌਸ਼ਲ ਦੇ ਵਿੱਚ ਡਿਸਕਸ ਕਰਾਂਗੇ, ਪਰ ਤੁਹਾਨੂੰ ਇੱਥੇ ਵੀ ਅਸੀਂ ਨੇ ਸ਼ਾਮਲ ਕਿਉਂ ਕਰਤੀਆਂ ਵੀ ਉਹੀ ਗੱਲ ਹੋ ਗਈ ਵੀ ਜਦੋਂ ਉਹ ਕਿਸੇ ਨੂੰ ਮਤਲਬ ਉੱਚੀ ਪਾਠ ਪੜ੍ਹਦਾ ਹੋਏ ਦੇਖਦਾ ਤਾਂ ਉਹਦੇ 'ਤੇ ਉਹ ਵੱਖਰਾ ਹੀ ਅਸਰ ਛੱਡਦਾ ਵੀ ਉਹਨੇ ਇੰਨੀ ਉੱਚੀ ਐਵੇਂ ਪੜ੍ਹਿਆ ਵੀ ਮੈਂ ਵੀ ਐਵੇਂ ਪੜ੍ਹਨਾ ਸਿੱਖੂੰਗਾ, ਹੈ ਨਾ, ਇੱਦਾਂ ਮਤਲਬ ਇੱਕ ਸਿੱਧੇ ਤਰੀਕੇ ਨਾਲ ਇਹ ਆਪਸ 'ਚ ਇੰਟਰਲੇਟਡ ਹੈਗੀਆਂ ਨੇ, ਪਰ ਇਹ 2 ਪੁਆਇੰਟ ਨੇ ਜਿਹੜੇ ਮੇਨ ਤੌਰ 'ਤੇ ਇਹ ਬੋਲ ਲਿਖਤ ਵਾਲੇ ਦੇ ਵਿੱਚ ਆਉਣਗੇ ਤਾਂ ਹੀ 'ਤੇ ਕ੍ਰੋਸ ਲੱਗੇ ਹੈ।
ਨੈਕਸਟ ਹੈ ਜੀ ਦੇਖਣ ਸੁਣਨ ਸਮੱਗਰੀ ਦਾ ਪ੍ਰਯੋਗ। ਕਹਿਣ ਦਾ ਭਾਵ ਕੀ ਹੈ, ਮੋਸਟ ਇੰਪੋਰਟੈਂਟ ਪੁਆਇੰਟ ਹੈ ਇਹ ਕਿ ਬੱਚੇ ਦੇ ਸਾਹਮਣੇ ਕੁਝ ਅਜਿਹੀਆਂ ਚੀਜ਼ਾਂ ਪੇਸ਼ ਕਰਨੀਆਂ ਵੀ ਜਿਵੇਂ ਮੰਨ ਕੇ ਚੱਲੋ ਉਸ ਨੂੰ ਬੱਚੇ ਨੂੰ ਆਪਾਂ ਸਮਝਾ ਰਹੇ ਹਾਂ ਭਗਤ ਸਿੰਘ ਬਾਰੇ, ਠੀਕ ਹੈ, ਭਗਤ ਸਿੰਘ ਬਾਰੇ ਸਮਝਾ ਰਹੇ ਹਾਂ, ਤਾਂ ਉਹਨੂੰ ਭਗਤ ਸਿੰਘ ਬਾਰੇ ਰੇਡੀਓ ਤੋਂ ਕੁਛ ਸੁਣਾ ਦਿਓ, ਸੁਣ ਕੇ ਵੀ ਭਗਤ ਸਿੰਘ ਬਾਰੇ ਸਿੱਖ ਸਕਦਾ ਉਹ। ਹੋ ਸਕਦਾ ਵੀ ਉਸਨੂੰ ਭਗਤ ਸਿੰਘ ਨਾਲ ਸੰਬੰਧਿਤ ਕੋਈ ਕਵਿਤਾ ਸੁਣਾ ਦਿੱਤੀ ਜਾਵੇ, ਠੀਕ ਹੈ ਜੀ। ਭਗਤ ਸਿੰਘ ਨਾਲ ਸੰਬੰਧਿਤ ਜੋ ਕਵਿਤਾ ਸੁਣੂਗਾ ਤਾਂ ਉਹ ਸਮਝੂਗਾ ਵੀ ਭਗਤ ਸਿੰਘ ਕੌਣ ਸੀ, ਦੇਸ਼ ਭਗਤ ਸੀ, ਉਹਨੇ ਕਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਸੀ, ਇੱਦਾਂ ਹੈ ਨਾ, ਵੀ ਗੁਰੂ ਨਾਨਕ ਦੇਵ ਜੀ ਦੀ ਕੋਈ ਆਪਾਂ ਰਚਨਾ ਪੜ੍ਹਾਤੀ ਸੁਣਾਤੀ ਇੱਦਾਂ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਰੇਡੀਓ ਹੋਇਆ, ਗ੍ਰਾਮੋਫੋਨ ਹੋਇਆ, ਟੀਵੀ ਦਾ ਕੀ ਫਾਇਦਾ ਹੈ ਕਿ ਨਾਲ ਦ੍ਰਿਸ਼ ਵੀ ਦਿਸ ਰਿਹਾ ਬੱਚੇ ਨੂੰ। ਜਿਵੇਂ ਕਿ ਆਪਾਂ ਰੇਡੀਓ ਰੇਡੀਓ ਕੀ ਹੈ, ਸਿਰਫ ਆਡੀਓ ਹੈ, ਸਮਝ ਗਏ। ਇਹ ਚੀਜ਼ਾਂ ਨੂੰ ਵੀ ਤੁਸੀਂ ਆਪਦੇ ਅਕੋਰਡਿੰਗ ਅਲੱਗ-ਅਲੱਗ ਕਰ ਲਿਓ ਵੀ ਜਿਵੇਂ ਰੇਡੀਓ ਹੈ ਇਹਦੇ ਵਿੱਚ ਸਿਰਫ ਆਵਾਜ਼ ਆ ਰਹੀ ਹੈ, ਠੀਕ ਹੈ। ਬੱਚਾ ਕੀ ਕਰ ਰਿਹਾ, ਸਿਰਫ ਸੁਣ ਰਿਹਾ, ਸੁਣ ਕੇ ਜਾਣਕਾਰੀ ਲੈ ਰਿਹਾ ਹੈ। ਪਰ ਟੀਵੀ ਦੇ ਵਿੱਚ ਕੀ ਹੈ, ਉਹ ਸੁਣ ਵੀ ਰਿਹਾ ਅਤੇ ਦੇਖ ਵੀ ਰਿਹਾ, ਠੀਕ ਹੈ ਜੀ। ਤਾਂ ਸੁਣ ਰਿਹਾ ਅਤੇ ਦੇਖ ਕੇ ਮਤਲਬ ਦ੍ਰਿਸ਼ ਦੇਖ ਰਿਹਾ, ਨਾਲ ਜਿਹੜੀ ਚੀਜ਼ ਉਹਨੇ ਸੁਣੀ, ਜਦੋਂ ਉਹਨੇ ਪਹਾੜ ਸੁਣਿਆ ਨਾਲ ਪਹਾੜ ਦੀ ਫੋਟੋ ਵੀ ਦੇਖੀ ਤਾਂ ਉਹ ਸਮਝ ਗਿਆ ਵੀ ਉਹ ਵੱਡੀ ਸਾਰੀ ਚੀਜ਼ ਇੱਕ, ਠੀਕ ਹੈ। ਤਾਂ ਇਹ ਟੀਵੀ ਦੇ ਵਿੱਚ ਦ੍ਰਿਸ਼ ਵੀ ਹੁੰਦਾ ਅਤੇ ਨਾਲ ਆਵਾਜ਼ ਵੀ ਹੁੰਦੀ ਹੈ। ਟੇਪ ਰਿਕਾਰਡਰ ਦੇ ਵਿੱਚ ਆਵਾਜ਼ ਕਹਿ ਸਕਦੇ ਆਪਾਂ ਵੀ ਆਵਾਜ਼ ਰਿਕਾਰਡ ਕਰੀ ਹੁੰਦੀ ਹੈ ਨਾ ਪੂਰੀ ਇੱਕ। ਨੈਕਸਟ ਹੈ ਜੀ ਸਿਨੇਮਾ, ਇਹਦੇ ਵਿੱਚ ਦ੍ਰਿਸ਼ ਅਤੇ ਆਵਾਜ਼ ਦੋਨੇ ਚੀਜ਼ਾਂ ਸ਼ਾਮਲ ਨੇ, ਚਲਚਿੱਤਰ ਵੀ ਕਹਿ ਦਿੰਦੇ ਇਹਨੂੰ। ਇਸ ਤੋਂ ਬਿਨਾਂ ਬਲੂਟੁੱਥ ਵਾਲੇ ਇੱਕ ਸਪੀਕਰ ਜੇ ਹੁੰਦੇ ਨਾ, ਮਤਲਬ ਆਮ ਸਪੀਕਰ ਜਿਹਾ ਹੁੰਦਾ, ਉਹਨੂੰ ਆਪਾਂ ਕੀ ਕਰ ਲੈਂਦੇ, ਮੋਬਾਈਲ ਦੇ ਨਾਲ ਅਟੈਚ ਕਰ ਲੈਂਦੇ ਹਾਂ ਵੀ ਉਹਦੀ ਆਵਾਜ਼ ਆਪਾਂ ਵੱਡੀ ਕਰਕੇ ਸੁਣਦੇ ਹਾਂ ਤਾਂ ਉਹ ਕੀ ਇੱਕ ਵਧੀਆ MP3 ਟਾਈਪ ਹੈ ਨਾ। ਤਾਂ ਉਹਦੇ ਵਿੱਚ ਕੀ ਆ, ਉਹ ਆਵਾਜ਼ ਨੂੰ ਜਦੋਂ ਉੱਚੀ ਕਰਕੇ ਸੁਣਦੇ ਹਾਂ ਉਹ ਉੱਚੀ ਪਾਠ ਹੀ ਹੋ ਗਿਆ, ਠੀਕ ਹੈ, ਵੀ ਜਿਵੇਂ ਉੱਚੀ ਪਾਠਣ, ਠੀਕ ਹੈ, ਉਹ ਚੀਜ਼ ਹੋ ਗਈ ਉਹ। ਅਤੇ ਇਸ ਤੋਂ ਬਿਨਾਂ ਆਪਾਂ ਸਮਝਦੇ ਹਾਂ ਜੀ ਲਿੰਗਵਾ ਫੋਨ। ਤਾਂ ਲਿੰਗਵਾ ਫੋਨ ਹੈ ਜੀ ਜਿਹੜਾ, ਇਹ ਇੰਪੋਰਟੈਂਟ ਹੈ ਕਿਉਂਕਿ ਇਸ ਬਾਰੇ ਪੁੱਛਿਆ ਜਾ ਚੁੱਕਿਆ ਪਹਿਲਾਂ ਕਿ ਲਿੰਗਵਾ ਫੋਨ ਕੀ ਹੈ। ਤਾਂ ਇਸ ਤਰੀਕੇ ਨਾਲ ਲਿੰਗਵਾ ਫੋਨ, ਬਲੂਟੁੱਥ ਰਿਕਾਰਡਰ, ਚਲਚਿੱਤਰ, ਇਹ ਚੀਜ਼ਾਂ ਕੀ ਨੇ ਜੀ, ਆਡੀਓ ਵਿਜ਼ੂਅਲ ਏਡਸ ਨੇ, ਭਾਵ ਕਿ ਦੇਖਣ ਸੁਣਨ ਸਮੱਗਰੀ ਹੈ ਇਹ। ਤਾਂ ਇਸ ਚੀਜ਼ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਇਹਨਾਂ ਕੌਸ਼ਲਸ ਨੂੰ ਵਿਕਸਿਤ ਕਰਨ ਦੇ ਲਈ। ਇਸ ਤੋਂ ਬਿਨਾਂ ਕੁਝ ਚੀਜ਼ਾਂ ਹੋਰ ਨੇ। ਲਿੰਗਵਾ ਫੋਨ ਇੰਪੋਰਟੈਂਟ ਹੈ ਜੀ, ਸੁਣਨ ਨਾਲ ਸੰਬੰਧਿਤ ਹੈ ਇਹ, ਇਹਨੂੰ ਧਿਆਨ ਦੇ ਜ਼ਰੂਰ ਰੱਖਿਓ, ਸਵਾਲ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ। ਇਸ ਤੋਂ ਬਿਨਾਂ ਟੈਲੀਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਜਦੋਂ ਬੱਚੇ ਨੇ ਕੀ ਕੀਤਾ ਵੀ ਟੈਲੀਫੋਨ ਕਰਦੇ ਕਿਸੇ ਨੂੰ ਸੁਣ ਲਿਆ ਤਾਂ ਉਹ ਕੀ ਕਰੂਗਾ, ਆਪਣੇ ਗਲਾਸ ਨੂੰ ਚੱਕ ਕੇ ਕੰਨ 'ਤੇ ਲਾ ਲੂਗਾ, ਮਤਲਬ ਜਦੋਂ ਗਲਾਸ ਹੈ ਉਹਦੇ ਹੱਥ 'ਚ ਗਲਾਸ ਨੂੰ ਚੱਕ ਕੇ ਕੰਨ 'ਤੇ ਲਾਊਗਾ ਵੀ ਉਹ ਰੀਸ ਕਰੂਗਾ। ਪਰ ਤੁਸੀਂ ਸੋਚੋ ਵੀ ਜੇ ਉਹਨੂੰ ਸੱਚਮੁੱਚ ਦਾ ਟੈਲੀਫੋਨ ਕੰਨ 'ਤੇ ਲਾ ਦਿੱਤਾ ਜਾਵੇ, ਉਹਦੇ ਵਿੱਚੋਂ ਆਵਾਜ਼ ਵੀ ਆਊਗੀ, ਉਹ ਆਵਾਜ਼ ਨੂੰ ਬੱਚਾ ਸੁਣੂਗਾ ਵੀ, ਸਮਝੂਗਾ ਵੀ। ਤਾਂ ਇਸ ਤਰੀਕੇ ਨਾਲ ਕੁੱਲ ਮਿਲਾ ਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਉਸਦਾ ਜਿਹੜਾ ਸੁਣਨ ਕੌਸ਼ਲ ਹੈ ਉਹ ਵਧੂਗਾ। ਇਸ ਤੋਂ ਬਿਨਾਂ ਆਪਾਂ ਬੋਲਦੇ ਖਿਡਾਉਣੇ ਦੀ ਗੱਲ ਹੋ ਚੁੱਕੀ ਹੈ। ਘਟਨਾਵਾਂ ਦੇ ਵੇਰਵੇ ਵੀ ਉਹਦੇ ਨਾਲ ਕੋਈ ਘਟਨਾ ਸਾਂਝੀ ਕਰੋ। ਬੱਚੇ ਆਪਾਂ ਕੱਲ੍ਹ ਉੱਥੇ ਗਏ ਸੀ, ਤੁਸੀਂ ਉਹ ਦੇਖਿਆ ਸੀ, ਇੱਦਾਂ ਵੀ ਉਹਨੂੰ ਪੁੱਛੋ ਵੀ ਹਾਂ, ਉਹ ਕਹੂਗਾ ਹਾਂ ਮੈਂ ਦੇਖਿਆ ਸੀ। ਤਾਂ ਕਿਵੇਂ ਸੀ ਉੱਥੇ, ਸੜਕ ਕਿਵੇਂ ਸੀ, ਤੁਸੀਂ ਕਿਹਨੂੰ ਮਿਲੇ ਸੀ। ਮਤਲਬ ਕਈ ਵਾਰ ਬੱਚਾ ਕੀ ਹੁੰਦਾ, ਆਪਣੇ ਨਾਨਕੇ ਜਾ ਕੇ ਆਇਆ ਹੁੰਦਾ, ਠੀਕ ਹੈ, ਤਾਂ ਉਸ ਨੂੰ ਪਰਿਵਾਰ ਵਾਲੇ ਪੁੱਛਦੇ ਨੇ ਵੀ ਤੁਸੀਂ ਆਪਣੇ ਮਾਮੀ ਨੂੰ, ਨਾਨੇ ਨੂੰ ਮਿਲੇ ਸੀ, ਇੱਦਾਂ। ਮਤਲਬ ਵੀ ਘਟਨਾ ਦਾ ਜਦੋਂ ਉਹਨੂੰ ਆਪਾਂ ਕੀ ਕਰਾਂਗੇ, ਵੇਰਵਾ ਦੇਵਾਂਗੇ ਤਾਂ ਉਹਦੀ ਇਹ ਸੁਣਨ ਕੌਸ਼ਲ ਵਿਕਸਿਤ ਹੋਊਗੀ, ਠੀਕ ਹੈ। ਵੀ ਉਹਨੂੰ ਆਪਾਂ ਜਦੋਂ ਸੁਣਿਆ ਉਹ ਮਤਲਬ ਆਪਣੇ ਮਨ ਦੇ ਵਿੱਚ ਸਰਚ ਕਰੂਗਾ। ਤਾਂ ਸੁਣਨ ਕੌਸ਼ਲ ਹੈ ਜਿਹੜਾ ਉਹ ਸਰਚ ਕਰਨ ਦੇ ਬਰਾਬਰ ਹੈ। ਤੁਹਾਡੇ ਮੋਬਾਈਲ ਦੇ ਵਿੱਚ 500 PDFs ਪਈਆਂ ਨੇ, ਤੁਸੀਂ ਨੇ ਕੀ ਕੀਤਾ, ਕੁਝ ਕੀਵਰਡ ਨੇ ਜਿਹੜੇ ਉਹ ਸਰਚ ਕੀਤੇ, ਤਾਂ ਉਹੀ ਕੀਵਰਡ ਵਾਲੀ ਕੀ ਆਊਗੀ, PDF ਅੱਗੇ ਆ ਜਾਊਗੀ, ਸਰਚ ਹੋ ਜਾਊਗੀ। ਇਸੇ ਤਰ੍ਹਾਂ ਜਦੋਂ ਉਹਦੇ ਮਨ ਵਿੱਚ ਕੁਝ ਸ਼ਬਦ ਪਏ ਨੇ, ਠੀਕ ਹੈ, ਉਹਦੇ ਸ਼ਬਦ ਮਨ ਵਿੱਚ ਇੱਕ ਸ਼ਬਦ ਪਿਆ ਮਾਮਾ, ਇੱਕ ਸ਼ਬਦ ਪਿਆ ਮਾਮੀ, ਨਾਨਾ, ਨਾਨੀ, ਇਹ ਸ਼ਬਦ ਪਏ ਨੇ। ਜੇ ਤੁਸੀਂ ਉਹਨੂੰ ਮਾਮਾ ਸ਼ਬਦ ਕਹੋਗੇ ਤਾਂ ਉਹਦਾ ਉਹੀ ਚਿੱਤਰ ਹੈ ਜਿਹੜਾ ਹੈ ਨਾ, ਮਾਮੇ ਦਾ ਫੇਸ ਹੈ ਜਿਹੜਾ, ਉਹ ਉਸ ਦੀਆਂ ਅੱਖਾਂ ਸਾਹਮਣੇ ਆ ਜਾਊਗਾ ਵੀ ਹਾਂ ਉਹਦੀ ਗੱਲ ਕਰਦਾ ਇਹ। ਤਾਂ ਇਸ ਤਰ੍ਹਾਂ ਜਦੋਂ ਤੁਸੀਂ ਘਟਨਾਵਾਂ ਨੂੰ ਕੀ ਕਰੋਗੇ ਜੀ, ਵੇਰਵੇ ਦਓਗੇ ਤਾਂ ਵੀ ਸੁਣਨ ਕੌਸ਼ਲ ਵਧੂਗੀ, ਸਮਝਣ ਕੌਸ਼ਲ ਵਧੂਗੀ। ਨੈਕਸਟ ਹੈ ਜੀ ਨਿਰਦੇਸ਼। ਕੁਝ ਨਿਰਦੇਸ਼ ਦਿੱਤੇ ਜਾ ਸਕਦੇ ਨੇ ਜਿਵੇਂ ਬੱਚੇ ਪਿੱਛੇ ਹਟੋ, ਅੱਗੇ ਆਓ, ਉੱਠੋ, ਬੈਠੋ, ਇੱਦਾਂ, ਠੀਕ ਹੈ ਜੀ। ਲਤੀਫੇ ਸੁਣਾਏ ਜਾ ਸਕਦੇ ਨੇ, ਕੋਈ ਮਤਲਬ ਹਾਸੀ ਵਾਲੀ ਚੀਜ਼ ਸੁਣਾਤੀ, ਕਦੇ ਕੋਈ ਚੁਟਕਲਾ ਸੁਣਾਤਾ। ਚੁਟਕਲਾ ਸੁਣਾਓਗੇ ਤਾਂ ਬੱਚੇ ਦੇ ਅੰਦਰ ਖੁਸ਼ੀ ਦਾ ਭਾਵ ਜਦੋਂ ਪੈਦਾ ਹੋਊਗਾ ਤਾਂ ਉਹ ਹੱਸੂਗਾ, ਉਛਲੂਗਾ, ਕੁੱਦੂਗਾ, ਠੀਕ ਹੈ। ਇਸ ਤਰੀਕੇ ਨਾਲ ਉਸ ਦੀਆਂ ਇਹ ਕੌਸ਼ਲਸ ਨੇ ਜਿਹੜੀਆਂ ਇਹ ਵਿਕਸਿਤ ਹੋਣਗੀਆਂ। ਲਓ ਜੀ, ਸਕਸੈਸਫੁਲੀ ਆਪਾਂ ਨੇ ਇੱਕ ਜਿਹੜੀ ਕੌਸ਼ਲ ਹੈ ਇਹ ਸਮਾਪਤ ਕਰ ਲਈ ਹੈ। ਅਤੇ ਕੁੱਲ ਮਿਲਾ ਕੇ ਹੁਣ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜੀ ਦੂਸਰੀ ਕੌਸ਼ਲ। ਬੋਲਚਾਲ, ਮੌਖਿਕ ਕੌਸ਼ਲ, ਸਪੀਕਿੰਗ ਸਕਿੱਲ ਕਹਿੰਦੇ ਜਿਹਨੂੰ ਆਪਾਂ। ਤਾਂ ਇਹਦੇ ਨਾਮ ਅਲੱਗ-ਅਲੱਗ ਜਿਹੇ ਨੇ, ਇੱਦਾਂ ਹੀ ਯਾਦ ਰੱਖਿਓ, ਠੀਕ ਹੈ ਜੀ। ਮੌਖਿਕ ਕੌਸ਼ਲ, ਬੋਲਚਾਲ, ਬੋਲਣ, ਇਹਦਾ ਇੱਕੋ ਮੀਨਿੰਗ ਹੈ। ਮੂੰਹੋਂ ਧੁਨੀਆਂ ਦਾ ਉਚਾਰਨ,
ਮੌਖਿਕ ਪ੍ਰਗਟਾਵਾ, ਬੋਲਣਾ ਆਦਿ ਇਸ ਕੌਸ਼ਲ ਵਿੱਚ ਸ਼ਾਮਲ ਹੈ। ਮਤਲਬ ਮੈਂ ਤੁਹਾਨੂੰ ਇਹ ਕੁਝ ਕੀਵਰਡ ਦੱਸ ਰਹੇ ਹਾਂ ਵੀ ਤੁਸੀਂ ਇਹ ਕੀਵਰਡ ਨੂੰ ਪਕੜਨ ਦੀ ਕੋਸ਼ਿਸ਼ ਕਰਿਓ ਵੀ ਤੁਹਾਨੂੰ ਉੱਥੇ ਕਈ ਵਾਰ ਲਿਖਿਆ ਹੋਇਆ ਆਉਂਦਾ ਮੂੰਹੋਂ ਧੁਨੀਆਂ ਦਾ ਉਚਾਰਨ, ਠੀਕ ਹੈ, ਮਤਲਬ ਮੁੱਖ ਵਿੱਚੋਂ ਕੁਝ ਨਿਕਲ ਰਿਹਾ ਹੈ, ਆਵਾਜ਼ ਨਿਕਲ ਰਹੀ ਹੈ, ਠੀਕ ਹੈ, ਤਾਂ ਉਹ ਵੀ ਕੀ ਹੈ, ਮੌਖਿਕ ਕੌਸ਼ਲ ਹੀ ਹੈ। ਅਤੇ ਮੌਖਿਕ ਪ੍ਰਗਟਾਵਾ ਉਹੀ ਚੀਜ਼ ਹੋ ਗਈ, ਬੋਲਣਾ, ਠੀਕ ਹੈ ਜੀ। ਤਾਂ ਇਹ ਕੁਝ ਕੀਵਰਡ ਜਿਹੇ ਹੁੰਦੇ ਨੇ ਵੀ ਇਹਨਾਂ ਨੂੰ ਇੱਦਾਂ ਹੀ ਯਾਦ ਰੱਖਿਆ ਕਰੋ, ਠੀਕ ਹੈ ਜੀ। ਪੰਜਾਬੀ ਹੈ, ਬਾਕੀ ਅਨਲਿਮਿਟਡ ਸ਼ਬਦ ਨੇ ਵੀ ਕੋਈ ਕਿਸੇ ਵੀ ਤਰੀਕੇ ਨਾਲ ਪੈਟਰਨ ਜਿਹਾ ਬਣਾ ਕੇ ਪਾ ਦਿੰਦੇ ਨੇ, ਤਾਂ ਤੁਸੀਂ ਇਹਨਾਂ ਨੂੰ ਧਿਆਨ ਦੇ ਜ਼ਰੂਰ ਰੱਖਿਓ। ਇਸ ਕੌਸ਼ਲ ਵਿੱਚ ਦੀਆਂ ਕੁਝ ਲੋੜਾਂ ਨੇ, ਮਹੱਤਵ ਹੈ, ਠੀਕ ਹੈ ਜੀ। ਉਹ ਕਿਹੜੇ ਕਿਹੜੇ ਪੁਆਇੰਟ ਉਹਦੇ ਵਿੱਚ ਸ਼ਾਮਲ ਨੇ ਉਹ ਆਪਾਂ ਸਮਝਦੇ ਹਾਂ। ਤਾਂ ਦੇਖੋ ਜੀ, ਦੈਨਿਕ ਜੀਵਨ ਦੇ ਵਿੱਚ ਕੀ ਮਹੱਤਵ ਹੈ ਇਹਦਾ। ਜਿਵੇਂ ਕਿ ਮੰਨ ਕੇ ਚਲੋ ਆਪਾਂ ਨੇ ਸਿੰਪਲ ਗੱਲ ਹੈ, ਆਪਾਂ ਨੂੰ ਖਾਣ ਪੀਣ ਦੀ ਲੋੜ ਪੈਂਦੀ ਹੈ, ਹੈ ਨਾ। ਆਪਾਂ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਦੁੱਧ, ਇੱਕ ਬੱਚਾ ਹੈ ਨਾ ਵੀ ਉਹ ਦੁੱਧ ਮੰਗੂਗਾ ਅਤੇ ਰੋਟੀ ਮੰਗੂਗਾ, ਉਹਨੂੰ ਭੁੱਖ ਲੱਗੂਗੀ, ਇੱਦਾਂ ਵੀ ਭੁੱਖ ਕਹੂਗਾ, ਤਾਂ ਕੁੱਲ ਮਿਲਾ ਕੇ ਉਹਨੂੰ ਬੋਲਣ ਦੀ ਲੋੜ ਪਊਗੀ ਦੈਨਿਕ ਜੀਵਨ ਦੇ ਵਿੱਚ, ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਜਦੋਂ ਬੱਚੇ ਨੇ ਹਾਲੇ ਬੋਲਣ ਵਾਲੀ ਆਪਣੀ ਕੌਸ਼ਲ ਜਿਹੜੀ ਉਹ ਵਿਕਸਿਤ ਨਹੀਂ ਕੀਤੀ ਹੁੰਦੀ, ਤਾਂ ਉਹ ਇੱਕ ਹੋਰ ਚੀਜ਼ ਦੀ ਵਰਤੋਂ ਕਰਦਾ, ਉਹ ਹੈ ਰੋਣਾ। ਤਾਂ ਉਹ ਰੋ ਕੇ ਮਤਲਬ ਆਪਣੇ ਭਾਵਾਂ ਨੂੰ ਪੇਸ਼ ਕਰ ਰਿਹਾ ਵੀ ਰੋ ਰਿਹਾ, ਇਹਦਾ ਮਤਲਬ ਉਹਨੂੰ ਭੁੱਖ ਲੱਗੀ ਹੈ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਦੈਨਿਕ ਜੀਵਨ ਦੇ ਵਿੱਚ ਬੋਲਣ ਦੀ ਮਹੱਤਤਾ ਹੈਗੀ ਹੈ। ਤਾਂ ਤੁਸੀਂ ਇਹੀ ਗੱਲ ਦੇਖੋ ਇੱਥੇ, ਮਤਲਬ ਵੀ ਕਿੰਨੀ ਕੁਦਰਤੀ ਚੀਜ਼ ਤੌਰ 'ਤੇ ਹੈ ਨਾ ਇਹ, ਵੀ ਬੱਚੇ ਦੀ ਹਾਲੇ ਬੋਲਣ ਕੌਸ਼ਲ ਵਿਕਸਿਤ ਨਹੀਂ ਹੋਈ, ਬੋਲ ਚਾਲ ਦੀ ਕੌਸ਼ਲ ਉਹਨੇ ਸਿੱਖੀ ਨਹੀਂ, ਮੌਖਿਕ ਕੌਸ਼ਲ ਉਹਨੇ ਸਿੱਖੀ ਨਹੀਂ। ਕਿਉਂ? ਕਿਉਂਕਿ ਉਹਨੇ ਹਾਲੇ ਸੁਣਨਾ ਹੀ ਨਹੀਂ ਸਿੱਖਿਆ। ਉਹਨੇ ਆਪਣੇ ਆਲੇ ਦੁਆਲੇ ਦੇ ਵਿੱਚ ਹਾਲੇ ਤਾਂ ਉਹਨੇ ਜਨਮ ਹੀ ਲਿਆ, ਜੰਮੀ ਨਵਜਾਤ ਬੱਚੇ ਤੇ ਨੂੰ ਆਪਣੇ ਮਨ 'ਚ ਲਿਆਓ, ਠੀਕ ਹੈ ਜੀ। ਤਾਂ ਉਸਨੇ ਕੀ ਕੀਤਾ ਜੀ, ਹਾਲੇ ਸ਼ਬਦ ਸੁਣੀ ਨਹੀਂ, ਉਹਨੇ ਪਾਣੀ ਸ਼ਬਦ ਉਹਦੇ ਅੰਦਰ ਐਂਟਰ ਨਹੀਂ ਕਰਿਆ, ਠੀਕ ਹੈ। ਉਸ ਤੋਂ ਬਾਅਦ ਜਦੋਂ ਉਹਦੇ ਮਾਂ ਬਾਪ ਪਰਿਵਾਰ ਵਾਲੇ ਉਹਨੂੰ ਕਹਿਣਗੇ ਵੀ ਇਹ ਮਾਣੀ ਹੈ, ਮਾਣੀ, ਇਹਨੂੰ ਮਤਲਬ ਆਪਾਂ ਤੋਤਲਾ ਬੋਲ ਕੇ ਉਹਦੀ ਕੋਈ ਰੀਸ ਕਰਾਂਗੇ, ਹੈ ਨਾ, ਵੀ ਉਹਨੂੰ ਮਤਲਬ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਮਾਣੀ ਪੀਣਾ, ਮਾਣੀ ਪੀਣਾ, ਇੱਦਾਂ। ਤਾਂ ਮਾਣੀ ਸ਼ਬਦ ਨੂੰ ਹੌਲੀ ਹੌਲੀ ਉਹ ਪਾਣੀ ਸਮਝਣ ਲੱਗੂਗਾ, ਠੀਕ ਹੈ, ਕਿਉਂਕਿ ਉਹਦੇ ਅੰਦਰ ਤੋਂ ਨਹੀਂ ਜਾਊਗੀ ਵੀ ਇਹ ਪਾਣੀ ਦਾ ਮੀਨਿੰਗ ਕੀ ਹੈ, ਵੀ ਕੁਛ ਇਹ ਪੀਣ ਵਾਲੀ ਚੀਜ਼ ਆ। ਉਸ ਤੋਂ ਬਾਅਦ ਰੋਟੀ ਕਹਾਂਗੇ ਉਹਨੂੰ, ਤਾਂ ਇਸ ਤਰ੍ਹਾਂ ਉਹਦੇ ਅੰਦਰ ਉਹ ਕੀਵਰਡ ਨੇ ਜਿਹੜੇ ਉਹ ਸੇਵ ਹੋਣਗੇ, ਠੀਕ ਹੈ ਜੀ, ਉਹਦੇ ਅੰਦਰ ਸ਼ਾਮਲ ਹੋਣਗੇ। ਉਸ ਤੋਂ ਬਾਅਦ ਉਹ ਸਮਝਣਾ ਸ਼ੁਰੂ ਕਰੂਗਾ ਵੀ ਜਦੋਂ ਮੈਨੂੰ ਐਵੇਂ ਪਿਆਸ ਜੀ ਲੱਗਦੀ ਹੈ, ਕੋਈ ਫੀਲਿੰਗ ਹੈ ਨਾ ਵੀ ਪਿਆਸ ਲੱਗਦੀ ਹੈ, ਤਾਂ ਮੈਂ ਮਾਣੀ ਕਹੂੰਗਾ, ਪਾਣੀ ਕਹੂੰਗਾ, ਅਤੇ ਇਸ ਤੋਂ ਨਾ ਭੁੱਖ ਲੱਗੂਗੀ, ਦੁੱਧ, ਹੈ ਨਾ, ਇੱਦਾਂ। ਤਾਂ ਕੁੱਲ ਮਿਲਾ ਕੇ ਉਹ ਜਦੋਂ ਸ਼ਬਦ ਉਹਦੇ ਅੰਦਰ ਸੁਣਨ ਕੌਸ਼ਲ ਵਿਕਸਿਤ ਹੋਊਗਾ, ਫਿਰ ਬੋਲਣ ਕੌਸ਼ਲ ਵਿਕਸਿਤ ਹੋਊਗਾ। ਪਰ ਭੁੱਖ ਤਾਂ ਜੰਮਦੇ ਨੂੰ ਲੱਗ ਜਾਂਦੀ ਹੈ, ਤਾਂ ਉਹਨੇ ਬੋਲਣਾ ਸਿੱਖਿਆ ਨਹੀਂ, ਲਿਖਣਾ ਨਹੀਂ ਸਿੱਖਿਆ, ਠੀਕ ਹੈ। ਤਾਂ ਉਹ ਕੀ ਕਰਦਾ, ਰੋ ਕੇ ਪੇਸ਼ ਕਰਦਾ। ਕੁਦਰਤ ਹੈ ਇਹ, ਤੁਸੀਂ ਦੇਖੋ ਹੈ ਨਾ ਵੀ ਅਸਲ 'ਚ ਤਾਂ ਆਪਾਂ ਇਹ ਜਿਹੜੀਆਂ ਮਤਲਬ ਕੌਸ਼ਲਾਂ ਬਣਾਈਆਂ, ਕਿਸੇ ਨੇ ਚੀਜ਼ ਨੂੰ ਨੋਟ ਕੀਤਾ ਵੀ ਉਹ ਵੀ ਕਮਾਲ ਦਾ ਕੀਤਾ, ਅਤੇ ਉਸ ਤੋਂ ਬਿਨਾਂ ਰੱਬ ਨੇ ਬਣਾਇਆ ਵੀ ਕਮਾਲ ਦੀ ਚੀਜ਼ ਆ, ਹੈ ਨਾ। ਹੈਰਾਨੀ ਹੁੰਦੀ ਹੈ ਚੀਜ਼ਾਂ ਨੂੰ ਸੁਣ ਕੇ। ਸਿੱਖਿਆ ਵਿੱਚ ਮਹੱਤਵ, ਠੀਕ ਹੈ, ਸਿੱਖਿਆ ਵਿੱਚ ਮਹੱਤਵ ਇੱਦਾਂ ਹੋਊਗਾ ਕਿ ਬੱਚੇ ਨੂੰ ਕੋਈ ਚੀਜ਼ ਸਮਝ ਨਹੀਂ ਆਈ ਤਾਂ ਉਹ ਆਪਣੇ ਅਧਿਆਪਕ ਤੋਂ ਪੁੱਛੂਗਾ, ਕਿਵੇਂ, ਬੋਲ ਕੇ ਪੁੱਛੂਗਾ। ਤਾਂ ਇਸ ਤਰੀਕੇ ਨਾਲ ਆਪਾਂ ਕੀ ਕਹਿ ਸਕਦੇ ਹਾਂ ਵੀ ਸਿੱਖਿਆ ਵਿੱਚ ਵੀ ਲੋੜ ਪਊਗੀ, ਠੀਕ ਹੈ ਜੀ। ਜਿਹੜੀ ਚੀਜ਼ ਨਹੀਂ ਸਮਝ ਆਈ, ਜਿਹੜੀ ਚੀਜ਼ 'ਤੇ ਡਾਊਟ ਹੈ, ਉਹ ਸਭ ਚੀਜ਼ਾਂ ਬੋਲਣ ਨਾਲ ਹੀ ਸੰਬੰਧਿਤ ਤਾਂ ਹੈਗੀਆਂ ਨੇ। ਇਸ ਤੋਂ ਬਿਨਾਂ ਕਿੱਤੇ ਵਿੱਚ ਸਹਾਇਕ, ਠੀਕ ਹੈ, ਮੰਨ ਕੇ ਚੱਲੋ ਕੋਈ ਆਪਾਂ ਕਿੱਤਾ ਕਰਨਾ, ਉੱਥੇ ਆਪਾਂ ਬੋਲ ਕੇ ਸਾਹਮਣੇ ਨਾਲ ਗੱਲਬਾਤ ਕਰਾਂਗੇ, ਕਿੱਤੇ ਵਿੱਚ ਵੀ ਇਹ ਚੀਜ਼ ਸਹਾਇਕ ਹੈ। ਹੋਰ ਕੌਸ਼ਲਾਂ ਵਿੱਚ ਸਹਾਇਕ, ਜਿਵੇਂ ਤੁਹਾਨੂੰ ਦੱਸਿਆ ਵੀ ਬੋਲਣਾ ਜਦੋਂ ਚੰਗੀ ਤਰ੍ਹਾਂ ਕੋਈ ਸਿੱਖ ਗਿਆ, ਠੀਕ ਹੈ ਜੀ, ਤਾਂ ਉਹ ਆਟੋਮੈਟਿਕਲੀ ਕੀ ਸਿੱਖੂਗਾ, ਮਤਲਬ ਇੱਕ ਵਧੀਆ ਬੁਲਾਰਾ ਬਣ ਜਾਊਗਾ, ਠੀਕ ਹੈ। ਅਤੇ ਇਸ ਤੋਂ ਬਿਨਾਂ ਜਿਹੜੀ ਚੀਜ਼ ਨੂੰ ਆਪਾਂ ਸਹੀ ਤਰ੍ਹਾਂ ਬੋਲ ਲੈਂਦੇ ਹਾਂ, ਉਹਨੂੰ ਆਪਾਂ ਪੜ੍ਹ ਵੀ ਸਹੀ ਤਰ੍ਹਾਂ ਲੈਂਦੇ ਹਾਂ, ਫਿਰ ਉਹਨੂੰ ਆਪਾਂ ਲਿਖਾਂਗੇ ਵੀ ਸਹੀ ਤਰ੍ਹਾਂ, ਮਤਲਬ ਕਿ ਬਾਕੀ ਕੌਸ਼ਲਾਂ ਦੇ ਵਿੱਚ ਵੀ ਇਹ ਸਹਾਈ ਹੈਗੀ ਹੈ, ਠੀਕ ਹੈ ਜੀ। ਨੈਕਸਟ ਹੈ ਜੀ ਸ਼ਖਸੀਅਤ ਦਾ ਵਿਕਾਸ। ਤਾਂ ਕੁੱਲ ਮਿਲਾ ਕੇ ਇਹੀ ਗੱਲ ਆ ਗਈ ਵੀ ਜਦੋਂ ਉਹਦਾ ਕਿੱਤਾ ਵੀ ਸਹੀ ਹੋ ਗਿਆ, ਠੀਕ ਹੈ, ਉਹਨੂੰ ਮਤਲਬ ਨੌਲੇਜ ਵੀ ਸਹੀ ਮਿਲ ਗਈ, ਉਹਦੀਆਂ ਸਾਰੀਆਂ ਕੌਸ਼ਲਾਂ ਦਾ ਵਿਕਾਸ ਹੋ ਗਿਆ, ਤਾਂ ਉਹਦੀ ਸ਼ਖਸੀਅਤ ਦਾ ਵਿਕਾਸ ਤਾਂ ਆਟੋਮੈਟਿਕਲੀ ਹੋ ਗਿਆ। ਮਤਲਬ ਸ਼ਖਸੀਅਤ ਦਾ ਵਿਕਾਸ ਹੋਇਆ, ਸਰਵਪੱਖੀ ਵਿਕਾਸ ਹੋਇਆ। ਇਹ ਪੋਜ਼ੀਟਿਵ ਸ਼ਬਦ ਨੇ ਵੀ ਇਹ ਸਭ ਚੀਜ਼ਾਂ ਨੂੰ ਆਪਦੇ ਵਿੱਚ ਸਮੇਟ ਲੈਣ ਨੇ। ਮਤਲਬ ਸ਼ਖਸੀਅਤ ਦਾ ਵਿਕਾਸ ਸ਼ਬਦ ਪਤਾ ਕਿੱਡਾ ਅਰਥ ਹੈ ਇਹਦਾ, ਵੀ ਸਭ ਕੁਛ, ਸਾਰੀਆਂ ਕੌਸ਼ਲਾਂ, ਸਭ ਕੁਛ ਇਹਦੇ ਵਿੱਚ ਮਿਕਸ ਹੋ ਗਿਆ। ਕੋਈ ਵੀ ਪੁਆਇੰਟ ਕਹਿ ਲਓ ਜ਼ਿੰਦਗੀ ਦਾ, ਉਹ ਸ਼ਖਸੀਅਤ ਦੇ ਵਿਕਾਸ ਵਿੱਚ ਸ਼ਾਮਲ ਹੈ। ਸਮਝ ਗਏ, ਆਪਾਂ ਬੋਲਣਾ ਸਿੱਖਣਾ, ਲਿਖਣਾ ਸਿੱਖਣਾ, ਪੜ੍ਹਨਾ ਸਿੱਖਣਾ, ਠੀਕ ਹੈ ਜੀ, ਕੁੱਦਣਾ ਸਿੱਖਣਾ, ਨੱਚਣਾ ਟੱਪਣਾ, ਇਹ ਸ਼ਖਸੀਅਤ ਦਾ ਵਿਕਾਸ ਹੀ ਤਾਂ ਹੈਗੇ ਹੈ, ਠੀਕ ਹੈ ਜੀ। ਨੈਕਸਟ ਹੈ ਜੀ ਮਨ ਦੇ ਵਲਵਲਿਆਂ ਨੂੰ ਪੇਸ਼ ਕਰਨ ਦਾ ਭਾਸ਼ਾ ਦਾ ਅਸਲੀ ਰੂਪ। ਮਤਲਬ ਕਿ ਜਿਹੜੀ ਉਹਦੇ ਅੰਦਰ ਫੀਲਿੰਗ ਹੈ, ਮੰਨ ਕੇ ਚਲੋ ਉਹ ਖੁਸ਼ ਹੈ ਤਾਂ ਉਹ ਖੁਸ਼ੀ ਵਾਲੇ ਸ਼ਬਦ ਬੋਲੂਗਾ। ਜਦੋਂ ਉਹਦੇ ਅੰਦਰ ਦੁਖੀ ਹੈ, ਦੁੱਖ ਹੈ ਅੰਦਰ, ਹੈ ਨਾ, ਵੀ ਉਹਨੂੰ ਦਰਦ ਹੋ ਰਿਹਾ ਤਾਂ ਉਹ ਉਸ ਤਰ੍ਹਾਂ ਦੇ ਸ਼ਬਦ ਬੋਲੂਗਾ। ਸਮਝ ਗਏ। ਤਾਂ ਇਸ ਤਰ੍ਹਾਂ ਵੀ ਉਹਦੀਆਂ ਇਹ ਫੀਲਿੰਗਸ ਨੇ ਜਿਹੜੀਆਂ ਇਹ ਸ਼ੇਅਰ ਹੋਣਗੀਆਂ ਹਨ। ਤਾਂ ਮਨ ਦੇ ਵਲਵਲਿਆਂ ਨੂੰ ਪੇਸ਼ ਕਰਨ ਦਾ ਭਾਸ਼ਾ ਦਾ ਅਸਲੀ ਰੂਪ ਹੈ ਇਹ। ਮਤਲਬ ਕਿ ਜੇਕਰ ਕਿਸੇ ਨੇ ਕੋਈ ਭਾਸ਼ਾ ਨੂੰ ਵਿਅਕਤ ਕਰਨਾ ਹੈ ਤਾਂ ਅਸਲੀ ਰੂਪ ਵਿੱਚ, ਮੌਖਿਕ ਰੂਪ ਵਿੱਚ ਹੁੰਦੀ ਹੈ। ਤਾਂ ਇਹ ਚੀਜ਼ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਸਮਝਾਂਗੇ ਜਦੋਂ ਆਪਾਂ ਭਾਸ਼ਾ ਅਤੇ ਮਤ ਭਾਸ਼ਾ ਵਾਲਾ ਟੌਪਿਕ ਕਰਾਂਗੇ। ਉਹਦੇ ਵਿੱਚ ਜਿਵੇਂ ਤੁਹਾਨੂੰ ਇੱਕ ਸਿੰਪਲ ਜਿਹਾ ਮੈਂ ਹਿੰਟ ਜਿਹਾ ਦੇ ਦਿੰਦਾ ਵੀ ਭਾਸ਼ਾ
ਭਾਸ਼ਾ ਨੂੰ ਆਪਾਂ ਹੋਰ ਕੀ ਆਖਦੇ ਹਾਂ? ਭਾਸ਼ਾ ਨੂੰ ਆਪਾਂ ਬੋਲੀ ਵੀ ਤਾਂ ਆਖਦੇ ਹਾਂ, ਠੀਕ ਹੈ। ਬੋਲੀ ਮਤਲਬ ਬੋਲਣ ਦੇ ਨੇੜੇ ਹੈ। ਭਾਸ਼ਾ ਜਿਹੜੀ ਉਹ ਜ਼ਿਆਦਾ ਨੇੜੇ ਕਿਸ 'ਤੇ ਹੈ? ਬੋਲਣ ਦੇ ਜ਼ਿਆਦਾ ਨੇੜੇ ਹੈ, ਮੌਖਿਕ ਰੂਪ ਦੇ ਜ਼ਿਆਦਾ ਨੇੜੇ ਹੈ। ਇਹ ਮਤਲਬ ਇਹ ਪੁਆਇੰਟ ਲਿਖਣ ਦਾ ਇਹ ਮੀਨਿੰਗ ਸੀ। ਇਸ ਤੋਂ ਬਾਅਦ ਹੈ ਜੀ ਮੌਖਿਕ ਪ੍ਰਗਟਾਵਾ ਸਰਲ, ਸਪਸ਼ਟ ਅਤੇ ਸੌਖਾ ਹੋਣ ਕਰਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਆਸਾਨ ਹੋ ਜਾਂਦਾ ਹੈ। ਜਿਵੇਂ ਕਿ ਕਈ ਵਾਰ ਹੁੰਦਾ ਵੀ ਆਪਾਂ ਨੇ ਸਾਹਮਣੇ ਵਾਲੇ ਨਾਲ ਇੱਕਦਮ ਕੋਈ ਕਾਫੀ ਗੱਲ ਕਰਨੀ ਹੈ, ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਵਟਸਐਪ 'ਤੇ ਆਪਾਂ ਕਰਦੇ ਹਾਂ, ਤਾਂ ਆਪਾਂ ਕੀ ਕਰਦੇ ਹਾਂ, ਉਹਨੂੰ ਆਡੀਓ ਮੈਸੇਜ ਭੇਜ ਦਿੰਦੇ ਹਾਂ ਵੀ ਆਪਾਂ ਨੇ ਕੋਈ ਗੱਲ ਕਹਿਣੀ ਸੀ, ਪੂਰਾ ਉਹਨੂੰ ਮੈਸੇਜ ਲਗਾਉਣਾ ਸੀ ਵੀ ਤੂੰ ਐਵੇਂ ਨਹੀਂ ਕਰਕੇ ਐਂ ਕਰ, ਇਹ ਕਰ, ਵਾਹ ਕੁਛ ਵੀ ਹੈ ਨਾ, ਵੀ ਐਰਾ ਵਗੈਰਾ। ਉਹਨੂੰ ਆਪਾਂ ਟਾਈਪ ਕਿੱਥੇ ਕਰਦੇ ਫਿਰਾਂਗੇ? ਸਮਝ ਗਏ? ਮੰਨ ਕੇ ਚਲੋ 100 ਸ਼ਬਦ ਬੋਲਣੇ ਨੇ, ਆਪਾਂ 100 ਸ਼ਬਦਾਂ ਨੂੰ ਕਿੱਥੇ ਟਾਈਪ ਕਰਾਂਗੇ? ਆਪਣੇ ਕੋਲ 1-2 ਮਿੰਟੇ ਦੇ ਵਿੱਚ ਮੈਸੇਜ ਲਗਾਉਣੇ, ਤਾਂ ਆਪਾਂ ਕੀ ਕਰਦੇ ਹਾਂ, ਇੱਕਦਮ ਬੋਲ ਕੇ ਕਹਿ ਰਹੇ ਹਾਂ। ਜਿਵੇਂ ਤੁਹਾਨੂੰ ਸਿੰਪਲ ਸਮਝੋ ਵੀ ਜਿਹੜੇ ਸ਼ਬਦ ਤੁਹਾਨੂੰ ਕੀ ਲੱਗਦਾ ਮੈਂ ਇਹ ਘੰਟੇ ਦੀ ਕਲਾਸ ਵਿੱਚ ਜਿੰਨੇ ਸ਼ਬਦ ਬੋਲ ਕੇ ਤੁਹਾਨੂੰ ਸਮਝਾ ਦੂੰਗਾ, ਉਨੇ ਸ਼ਬਦ ਮੈਂ ਲਿਖ ਕੇ ਨਹੀਂ ਦੱਸ ਸਕਦਾ ਇਸ ਤੁਹਾਨੂੰ, ਨਾ ਹੀ ਤੁਸੀਂ ਉਹਨੂੰ ਪੜ੍ਹ ਸਕਦੇ ਸੀ। ਤਾਂ ਕੁੱਲ ਮਿਲਾ ਕੇ ਕੀ ਹੈ ਕਿ ਜਿਹੜਾ ਇਹ ਕੌਸ਼ਲ ਹੈ ਜੀ, ਮੌਖਿਕ ਕੌਸ਼ਲ ਹੈ ਜਿਹੜਾ, ਇਹ ਕੀ ਹੈ, ਸਰਲ ਹੈ, ਸਪਸ਼ਟ ਹੈ, ਸੌਖਾ ਹੈ। ਤਾਂ ਇਹ ਸਭ ਹੋਣ ਕਰਕੇ ਇਸ ਦਾ ਆਦਾਨ ਪ੍ਰਦਾਨ ਜਿਹੜੇ ਆਪਣੇ ਵਿਚਾਰਾਂ ਦਾ ਉਹ ਸੌਖਾ ਹੋ ਜਾਂਦਾ, ਆਸਾਨ ਹੋ ਜਾਂਦਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਮੌਖਿਕ ਜਿਹੜਾ ਕੌਸ਼ਲ ਹੈ ਇਹ ਮੁੱਖ ਕੌਸ਼ਲ ਵੀ ਆਪਾਂ ਮੰਨ ਸਕਦੇ ਹਾਂ। ਇਸ ਤੋਂ ਬਿਨਾਂ ਜੀ ਰਾਜਨੀਤਿਕ ਲਾਹਾ, ਠੀਕ ਹੈ, ਲੈਣਾ। ਦੇਖੋ ਜੀ ਰਾਜਨੀਤੀ ਹੈ ਜਿਹੜੀ, ਉਹਦੇ ਵਿੱਚ ਇਹ ਕੌਸ਼ਲ ਦੀ ਭਰਪੂਰ ਵਰਤੋਂ ਹੁੰਦੀ ਹੈ। ਕੋਈ ਰਾਜਨੀਤਿਕ ਕੋਈ ਲੀਡਰ ਹੈ, ਉਹ ਆਪਣੇ ਜਿਹੜਾ ਭਾਸ਼ਣ ਹੈ ਉਹ ਲਿਖ ਕੇ ਲੋਕਾਂ 'ਚ ਵੰਡਦੇ, ਕੋਈ ਨਾ ਸੁਣੇ ਉਹਨੂੰ। ਉਹ ਕੀ ਕਰਦਾ, ਸਟੇਜ ਲਗਾਉਂਦਾ, ਉੱਚੀ ਉੱਚੀ ਪੂਰਾ ਜੱਜ ਕੇ ਬੋਲਦਾ, ਵਧੀਆ ਸ਼ਬਦ ਕੱਢ ਕੇ ਬੋਲਦਾ, ਸਾਰੇ ਲੋਕ ਉਹਨੂੰ ਸੁਣਦੇ ਨੇ। ਆਪਦੀ ਗੱਲ ਉਹ ਕਿਸ ਤਰੀਕੇ ਨਾਲ ਪਹੁੰਚਾ ਰਿਹਾ, ਬੋਲ ਕੇ। ਤਾਂ ਇਸ ਤਰੀਕੇ ਨਾਲ ਰਾਜਨੀਤੀ ਵਾਲੇ ਇਸ ਕੌਸ਼ਲ ਦਾ ਪੂਰਾ ਲਾਹਾ ਲੈਂਦੇ ਨੇ। ਭਗਵੰਤ ਮਾਨ, ਉਹ ਕਹਿ ਸਕਦੇ ਆਪਾਂ ਵੀ ਉਸਦੀ ਜ਼ੁਬਾਨ ਸੀ, ਮਤਲਬ ਉਹਦੇ ਬੋਲ ਸੀ, ਉਹ ਬੋਲ ਲੋਕਾਂ ਨੇ ਸੁਣੀ, ਫਿਰ ਉਹਨੂੰ ਮੁੱਖ ਮੰਤਰੀ ਬਣਾਇਆ, ਠੀਕ ਹੈ। ਤਾਂ ਕੁੱਲ ਮਿਲਾ ਕੇ ਉਸਦੇ ਜਿਹੜੀ ਬੋਲ ਚਾਲ ਦੀ ਕੌਸ਼ਲ ਸੀ, ਕਮੇਡੀਅਨ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ ਉਹਨੇ ਆਪਣੀ ਕਹਿ ਸਕਦੇ ਹਾਂ ਮੌਖਿਕ ਸਕਿੱਲ, ਜਾਣੀ ਕਿ ਕਹਿ ਸਕਦੇ ਹਾਂ ਬੋਲ ਚਾਲ ਦੀ ਕੌਸ਼ਲ ਕਰਕੇ ਹੀ ਤਾਂ ਉਸਨੇ ਸਫ਼ਰ ਇਹ ਤੈਅ ਕੀਤਾ ਹੈ ਨਾ, ਸਮਝ ਗਏ। ਅਤੇ ਇਸ ਤੋਂ ਬਿਨਾਂ ਇੱਕ ਗੱਲ ਹੋਰ ਕਿ ਨਰਿੰਦਰ ਮੋਦੀ, ਠੀਕ ਹੈ, ਜਦੋਂ ਉਹ ਕਹਿੰਦਾ ਮੇਰੇ ਭਾਈਓ ਔਰ ਬਹਿਨੋ, ਤਾਂ ਉਹ ਇੱਕ ਇਹ ਬੋਲ ਕਿਹਾ ਉਹਨੇ, ਮਤਲਬ ਉਹਨੇ ਕੀ ਕੀਤਾ, ਬੋਲ ਚਾਲ ਵਰਤੀ। ਜੇ ਇਹੀ ਸ਼ਬਦ ਉਹ ਲਿਖ ਕੇ ਕਹਿੰਦਾ ਵੀ ਮੇਰੇ ਭਾਈਓ ਔਰ ਬਹਿਨੋ, ਤਾਂ ਉਹਨੂੰ ਕੋਈ ਨਾ ਪੜ੍ਹਦਾ। ਮਤਲਬ ਉਹਨੇ ਕੀ ਕਰਿਆ, ਬੋਲਿਆ, ਤਾਂ ਉਹਨੇ ਇਸ ਚੀਜ਼ ਦਾ ਫਾਇਦਾ ਲਿਆ ਵੀ ਜਿਹੜੀ ਸੁਣਨ ਕੌਸ਼ਲ ਹੈ ਉਹ ਲੋਕਾਂ ਦੀ ਵਿਕਸਿਤ ਹੈਗੀ ਹੈ, ਤਾਂ ਮੈਂ ਕੀ ਕਰਦਾ, ਬੋਲ ਚਾਲ ਵਾਲੀ ਕੌਸ਼ਲ ਦੀ ਵਰਤੋਂ ਕਰਦਾ। ਮਤਲਬ ਉਹਦੇ ਬੋਲ ਇਹ ਗੱਲ ਕਹਿਣ ਨਾਲ ਹੀ ਉਸਦੀਆਂ ਇੰਨੀਆਂ ਵੋਟਾਂ ਵੱਧ ਜਾਂਦੀਆਂ ਨੇ, ਜਦੋਂ ਲੋਕਾਂ ਨੂੰ ਉਹ ਕਹਿੰਦੇ ਮੇਰੇ ਭਾਈਓ ਔਰ ਬਹਿਨੋ। ਤਾਂ ਇਹ ਜਦੋਂ ਉਹਨੇ ਆਪਣੇ ਬੋਲ ਮੂੰਹ ਵਿੱਚੋਂ ਕੱਢੇ ਤਾਂ ਇਹਨੇ ਹੀ ਉਹਦੀਆਂ ਵੋਟਾਂ ਵਧਾਤੀਆਂ। ਤਾਂ ਇਹਦਾ ਮਤਲਬ ਕੀ ਹੈ ਕਿ ਰਾਜਨੀਤੀ ਦੇ ਵਿੱਚ ਇਸ ਕੌਸ਼ਲ ਦਾ ਪੂਰਾ ਲਾਹਾ ਲਿਆ ਜਾਂਦਾ ਹੈ। ਇਸ ਤੋਂ ਬਿਨਾਂ ਅਧਿਆਪਕ ਹੈ, ਉਹ ਪਾਠ ਪੜ੍ਹਾਉਣਾ ਸ਼ੁਰੂ ਕਰਦਾ ਜੀ। ਸਭ ਤੋਂ ਪਹਿਲਾਂ ਉਹ ਬੋਲ ਚਾਲ ਦੀ ਗੱਲ ਕਰਦਾ ਵੀ ਹਾਂਜੀ ਬੱਚਿਓ, ਅੱਜ ਆਪਾਂ ਇਹ ਪਾਠ ਪੜ੍ਹਨਾ ਸ਼ੁਰੂ ਕਰਾਂਗੇ, ਇਹ ਇੱਕ ਪਾਠ ਖੋਲ੍ਹੋ, ਇਤਨਾ ਪੇਜ ਨੰਬਰ ਖੋਲ੍ਹੋ। ਮਤਲਬ ਉਹ ਜੇ ਜਾਣਸਾਰ ਕਹਿ ਦੇ ਵੀ ਟਾਈਟਲ ਲਿਖਤਾ ਉਹਨੇ, ਬਸ ਉਹ ਟਾਈਟਲ ਬੋਰਡ ਭਰਤਾ ਲਿਖ ਕੇ, ਬੋਰਿੰਗ ਹੋ ਜੂਗਾ ਪਾਠ। ਤਾਂ ਸਭ ਤੋਂ ਪਹਿਲਾਂ ਉਹ ਕੀ ਕਰੂਗਾ, ਰੌਚਕ ਬਣਾਉਣ ਦੇ ਲਈ ਇਸ ਕੌਸ਼ਲ ਦੀ ਵਰਤੋਂ ਕਰੂਗਾ, ਠੀਕ ਹੈ ਜੀ। ਰਾਜਨੀਤੀ ਦੇ ਵਿੱਚ ਅਤੇ ਅਧਿਆਪਨ ਦੇ ਵਿੱਚ ਇਸ ਕੌਸ਼ਲ ਦੀ ਭਰਪੂਰ ਵਰਤੋਂ ਹੁੰਦੀ ਹੈ। ਤੁਸੀਂ ਵੀ ਅਧਿਆਪਕ ਬਣੋਗੇ ਅਤੇ ਇਸ ਤੋਂ ਬਾਅਦ ਤੁਸੀਂ ਕੀ ਕਰਿਓ, ਇਸ ਕੌਸ਼ਲ ਦੀ ਵਰਤੋਂ ਭਰਪੂਰ ਮਾਤਰਾ ਵਿੱਚ ਕਰਿਓ, ਠੀਕ ਹੈ ਜੀ। ਮਤਲਬ ਕਈ ਵਾਰ ਬੱਚਿਆਂ ਨੂੰ ਦੀ ਅਟੈਂਸ਼ਨ ਲੈਣ ਲਈ ਵੀ ਤੁਹਾਨੂੰ ਕੋਈ ਚੀਜ਼ਾਂ ਵਰਤਣੀਆਂ ਪੈਣਗੀਆਂ। ਮੈਂ ਤੁਹਾਨੂੰ ਇੱਕ ਉਹ ਗੱਲ ਵੀ ਦੱਸਾਂ, ਜਿਵੇਂ ਬੱਚੇ ਦੀ ਤਾੜੀ ਵਾਲੀ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ, ਕਿ ਤੁਹਾਨੂੰ ਅਟੈਂਸ਼ਨ ਲੈਣ ਲਈ ਕੁਝ ਕਈ ਵਾਰ ਕਰਨਾ ਪਊਗਾ। ਅਟੈਂਸ਼ਨ ਲੈਣ ਦਾ ਕੀ ਮੀਨਿੰਗ ਹੈ, ਕਈ ਵਾਰ ਦੇਖਿਓ ਬੱਚੇ ਸਾਰੇ ਮਤਲਬ ਸੁਸਤ ਜਿਹੇ ਹੋਏ ਬੈਠੇ ਨੇ, ਉਹਨਾਂ ਨੂੰ ਕਹਿਣਾ ਪਊਗਾ ਹਾਂਜੀ ਬੱਚਿਓ ਇੱਧਰ ਦੇਖੋ, ਮਤਲਬ ਇੱਕਦਮ ਕੁਛ ਕਹਿਣਾ ਪਊਗਾ ਵੀ ਹਾਂ ਇੱਧਰ ਦੇਖੋ, ਇੱਦਾਂ ਕੋਈ ਇੱਦਾਂ ਦੇ ਕੀਵਰਡ ਤੁਹਾਨੂੰ ਆਪਣੇ ਆਪ ਬਣ ਜਾਣਗੇ। ਜਿਵੇਂ ਕਈ ਵਾਰ ਆਪਾਂ ਨੂੰ ਕੀ ਹੁੰਦਾ ਵੀ ਆਪਾਂ ਬੱਚਿਆਂ ਨੂੰ ਨੇ ਰੌਲਾ ਪਾ ਰੱਖਿਆ, ਹੁਣ ਉਹਨੂੰ ਸਾਈਲੈਂਟ ਕਰਾਉਣਾ ਹੈ। ਸਾਈਲੈਂਟ ਕਰਾਉਣ ਲਈ ਆਪਾਂ ਇੱਕਦਮ ਐਵੇਂ ਨਹੀਂ ਕਹਿ ਸਕਦੇ ਚੁੱਪ ਕਰੋ, ਉਹਨਾਂ ਨੂੰ ਐਂ ਕਹਿੰਦੇ ਉਹ ਇਹ ਬੱਚੇ ਉਹ ਇੱਦਾਂ, ਮਤਲਬ ਆਪਾਂ ਇੱਕਦਮ ਆਪਣੀ ਆਵਾਜ਼ ਨੂੰ ਉੱਚੀ ਲੈ ਕੇ ਗਏ ਤਾਂ ਕਿ ਬੱਚਿਆਂ ਦੀ ਅਟੈਂਸ਼ਨ ਸਾਡੇ ਵੱਲ ਆ ਜਾਏ, ਠੀਕ ਹੈ। ਆਪਾਂ ਨੇ ਕਿਹੜੀ ਕੌਸ਼ਲ ਯੂਜ਼ ਕੀਤੀ, ਮੌਖਿਕ, ਠੀਕ ਹੈ, ਮੌਖਿਕ ਕੌਸ਼ਲ ਦੀ ਵਰਤੋਂ ਕੀਤੀ, ਪਰ ਬੱਚਿਆਂ ਨੇ ਉਸ ਨੂੰ ਸੁਣਿਆ, ਠੀਕ ਹੈ। ਇਸ ਤਰ੍ਹਾਂ ਆਪਣੀ ਵਾਰਤਾਲਾਪ ਹੋਊਗੀ। ਤਾਂ ਇਹ ਕੌਸ਼ਲ ਇਸ ਤਰ੍ਹਾਂ ਵਰਤੋਂ ਦਿੰਦੀ ਹੈ। ਇਸ ਤੋਂ ਬਿਨਾਂ ਸਵੈ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ, ਜਿਸ ਦੀ ਬੋਲਣ ਕੌਸ਼ਲ ਹੈ ਜਿਹੜੀ ਉਹ ਚੰਗੇ ਤਰੀਕੇ ਨਾਲ ਵਿਕਸਿਤ ਹੋ ਗਈ, ਉਹਦਾ ਜਿਹੜਾ ਕੌਨਫੀਡੈਂਸ ਹੈ, ਠੀਕ ਹੈ, ਸਵੈ ਵਿਸ਼ਵਾਸ ਹੈ, ਸੈਲਫ ਕੌਨਫੀਡੈਂਸ ਹੈ, ਉਹ ਆਟੋਮੈਟਿਕਲੀ ਇਨਕਰੀਜ਼ ਹੋਊਗਾ, ਆਟੋਮੈਟਿਕਲੀ ਵਧੂਗਾ। ਜਿਹਨੂੰ ਬੋਲਣਾ ਆਉਂਦਾ ਉਹਦੇ ਕੀ ਹੈ ਜੀ, ਸਭ ਚੀਜ਼ਾਂ ਦੇ ਵਿੱਚ ਉਹਦਾ ਵਿਸ਼ਵਾਸ ਵਧੀਆ ਹੋ ਜਾਂਦਾ ਹੈ। ਜਿਹਦੇ ਮਤਲਬ ਜ਼ੁਬਾਨ ਚੱਲਦੀ ਉਹਦੇ 7 ਹਲ ਚੱਲਦੇ ਨੇ, ਤਾਂ ਉਹਨੂੰ 7 ਨੌਕਰੀਆਂ ਮਿਲ ਜਾਣ ਤਾਂ ਤੁਹਾਡੀ ਕਿੱਡੀ ਕੁ ਕਮਾਈ ਹੋਊਗੀ, ਬਹੁਤ ਜ਼ਿਆਦਾ ਹੋ ਜੂਗੀ ਨਾ। ਤਾਂ ਇਹ ਸਮਝ ਲਓ ਵੀ ਜਿਹੜੇ ਬੰਦੇ ਦੀ ਜ਼ੁਬਾਨ ਚੱਲਦੀ ਹੈ ਨਾ, ਵੀ ਉਹਨੂੰ ਬੋਲਣਾ ਆ ਗਿਆ, ਉਸ ਦੇ ਉਹ 7 ਨੌਕਰੀਆਂ ਦੇ ਬਰਾਬਰ ਹੈ, ਠੀਕ ਹੈ ਜੀ। ਇਹ ਐਗਜ਼ਾਮਪਲ ਨੂੰ ਮਨ ਦੇ ਵਿੱਚ ਬਿਠਾ ਲਿਓ ਵੀ ਜਿਹੜੀ ਮੌਖਿਕ ਕੌਸ਼ਲ ਹੈ ਇਹ ਸਭ ਤੋਂ ਬੈਸਟ ਹੈ, ਠੀਕ ਹੈ ਜੀ। ਸਵੈ ਯੋਗਤਾ
ਸਵੈ ਪ੍ਰਗਟਾ ਦੀ ਯੋਗਤਾ ਵਿੱਚ ਵਾਧਾ, ਮਤਲਬ ਆਪਣੀ ਗੱਲ ਕਹਿਣੀ ਹੈ, ਹੈ ਨਾ, ਵੀ ਜਿਹੜੇ ਨੂੰ ਮਤਲਬ ਬੋਲਣਾ ਨਹੀਂ ਆਉਂਦਾ, ਕਈ ਵਾਰ ਉਹਦੀ ਯੋਗਤਾ ਦਬੀ ਹੀ ਰਹਿ ਜਾਂਦੀ ਹੈ। ਕਹਿਣ ਦਾ ਭਾਵ ਕੀ ਹੈ ਵੀ ਉਹਦੇ 'ਚ ਯੋਗਤਾ ਹੈਗੀ ਸੀ, ਉਹ ਕੰਮ ਨੂੰ ਬਾਕੀ ਲੋਕਾਂ ਨਾਲੋਂ ਵੀ ਵਧੀਆ ਕਰ ਸਕਦਾ ਸੀ, ਪਰ ਉਹਨੇ ਕਦੇ ਬੋਲ ਕੇ ਨਹੀਂ ਦੱਸਿਆ ਵੀ ਮੈਂ ਵੀ ਕਰ ਸਕਦਾ। ਬਹੁਤਿਆਂ ਦੇ ਵਿੱਚ ਤੁਹਾਡੇ ਆਲੇ ਦੁਆਲੇ ਦੇ ਵਿੱਚ ਕੋਈ ਹੋਣਗੇ ਵੀ ਜਿਹਨਾਂ ਨੂੰ ਮੈਥ ਪੜ੍ਹਾਉਣਾ ਬਹੁਤ ਵਧੀਆ ਤਰੀਕੇ ਨਾਲ ਆਉਂਦਾ, ਜਿਹਨਾਂ ਨੂੰ ਸਾਇੰਸ ਪੜ੍ਹਾਉਣੀ, ਜਿਹਨਾਂ ਨੂੰ ਬਾਕੀ ਸਬਜੈਕਟ ਪੜ੍ਹਾਉਣੇ ਤੁਹਾਡੇ ਨਾਲੋਂ ਵੀ ਵਧੀਆ ਆਉਂਦੇ ਹੋਣਗੇ, ਪਰ ਤੁਸੀਂ ਕੀ ਕਰਦੇ ਹੋ, ਆਪਦੀ ਬੋਲ ਕੇ ਸਕਿੱਲ ਨੂੰ ਪੇਸ਼ ਕੀਤਾ ਵੀ ਮੈਂ ਇੱਦਾਂ ਪੜ੍ਹਾ ਸਕਦਾ, ਮੈਂ ਇਹ ਟ੍ਰਿਕ ਸਿਖਾ ਸਕਦਾ। ਤਾਂ ਬਾਕੀਆਂ ਨੂੰ ਹੋ ਸਕਦਾ ਤੁਹਾਡੇ ਨਾਲੋਂ ਵਧੀਆ ਟ੍ਰਿਕ ਆਉਂਦੀ ਹੋਵੇ, ਪਰ ਉਹਨੇ ਕਦੇ ਬੋਲ ਕੇ ਨਹੀਂ ਦੱਸਿਆ ਵੀ ਮੈਨੂੰ ਵੀ ਆਉਂਦਾ ਇਹ, ਵੀ ਮੈਂ ਤੇਰੇ ਨਾਲੋਂ ਵਧੀਆ ਸਿਖਾ ਸਕਦਾ, ਕਿਉਂਕਿ ਉਹਨੇ ਆਪਣੀ ਜਿਹੜੀ ਯੋਗਤਾ ਸੀ ਉਸ ਦਾ ਪ੍ਰਗਟਾ ਹੀ ਨਹੀਂ ਕੀਤਾ। ਤਾਂ ਇਹ ਪ੍ਰਗਟਾ ਕਰਨ ਲਈ ਕੀ ਕਰਨਾ ਪਊਗਾ, ਬੋਲਣਾ ਪਊਗਾ, ਬੋਲਚਾਲ ਦੀ ਮੌਖਿਕ ਕੌਸ਼ਲ ਨੂੰ ਵਿਕਸਿਤ ਕਰਨਾ ਪਵੇਗਾ। ਤਾਂ ਇਹ ਕੀ ਕਰਦੀ ਹੈ, ਸਾਡੇ ਸਵੈ ਪ੍ਰਗਟਾ ਦੀ ਯੋਗਤਾ ਵਿੱਚ ਵਾਧਾ ਕਰਦੀ ਹੈ। ਇਸ ਤੋਂ ਬਿਨਾਂ ਸਿਰਜਣਾ, ਮੌਲਿਕਤਾ, ਸ਼ਬਦ ਭੰਡਾਰ, ਪ੍ਰੇਰਨਾ ਵਿੱਚ ਵਾਧਾ ਕਰਦੀ ਹੈ। ਸਿਰਜਣਾ ਹੀ ਵਧੂਗੀ ਜਦੋਂ ਆਪਾਂ ਜ਼ਿਆਦਾ ਬੋਲਾਂਗੇ, ਫਿਰ ਆਪਾਂ ਨੂੰ ਜ਼ਿਆਦਾ ਸ਼ਬਦ ਵੀ ਤਾਂ ਲੈ ਕੇ ਆਉਣੇ ਪੈਣਗੇ, ਸਿਰਜਣਾ ਵਧੂਗੀ। ਸ਼ਬਦ ਭੰਡਾਰ ਵੱਡਾ ਕਰਨਾ ਪਊਗਾ। ਜੇ ਮੰਨ ਕੇ ਚੱਲੋ ਕਿਸੇ ਨੇ ਅੱਜ ਭਾਸ਼ਣ ਦੇਣਾ, ਠੀਕ ਹੈ ਜੀ, ਕਰੋਨਾ ਟਾਈਮ 'ਚ ਕਿਸੇ ਨੇ ਭਾਸ਼ਣ ਦੇਣਾ ਸੀ ਮੰਨ ਕੇ ਚੱਲੋ, ਤਾਂ ਉਹਨੂੰ ਆਪਣੇ ਜਿਹੜੇ ਸ਼ਬਦ ਭੰਡਾਰ ਉਹਦੇ 'ਚ ਕੁਆਰੰਟਾਈਨ, ਠੀਕ ਹੈ, ਇਸ ਤੋਂ ਬਿਨਾਂ ਵਾਇਰਸ, ਕਰੋਨਾ, ਸੈਨੀਟਾਈਜ਼ਰ, ਇਸ ਤਰ੍ਹਾਂ ਦੇ ਸ਼ਬਦ ਐਡ ਕਰਨੇ ਪਏ, ਆਟੋਮੈਟਿਕਲੀ ਕਰਨੇ ਪਏ, ਮਜਬੂਰੀ ਹੀ ਬਣ ਗਈ ਉਹਦੀ। ਤਾਂ ਇਸ ਤਰ੍ਹਾਂ ਜਦੋਂ ਆਪਾਂ ਇਹ ਕੌਸ਼ਲ ਨੂੰ ਵਿਕਸਿਤ ਕਰਾਂਗੇ ਤਾਂ ਆਪਣਾ ਸ਼ਬਦ ਭੰਡਾਰ ਵਧੂਗਾ, ਠੀਕ ਹੈ ਜੀ, ਪ੍ਰੇਰਨਾ ਆਊਗੀ, ਪ੍ਰੇਰਨਾ 'ਚ ਵਾਧਾ ਹੋਊਗਾ, ਸਿਰਜਣਾ ਵਿੱਚ ਵਾਧਾ ਹੋਵੇਗਾ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਮੌਖਿਕ ਪ੍ਰਗਟਾ ਦੇ ਉਦੇਸ਼। ਤਾਂ ਇਸ ਦੇ ਉਦੇਸ਼ ਕੀ ਨੇ, ਸਰਲ, ਠੀਕ ਹੈ, ਸ਼ੁੱਧ, ਸਪਸ਼ਟ ਸ਼ਬਦਾਂ ਵਿੱਚ ਵਿਚਾਰ ਪ੍ਰਗਟਾਉਣੀ, ਠੀਕ ਹੈ। ਇਹ ਨਾ ਹੋਵੇ ਵੀ ਆਪਾਂ ਜੀ ਮੌਖਿਕ ਕੌਸ਼ਲ ਸਿੱਖ ਰਹੇ ਹਾਂ ਵੀ ਆਪਾਂ ਬਾਹਲੇ ਤਗੜੇ ਸ਼ਬਦ ਵਰਤਣ ਲੱਗ ਗਏ ਵੀ ਉਹ ਸਾਹਮਣੇ ਵਾਲੇ ਨੂੰ ਸਮਝ ਵੀ ਨਾ ਆਏ, ਉਹਦਾ ਵੀ ਕੋਈ ਫਾਇਦਾ ਨਹੀਂ। ਤਾਂ ਆਪਾਂ ਨੂੰ ਸਰਲ, ਸ਼ੁੱਧ, ਸਪਸ਼ਟ ਸ਼ਬਦ ਦੇ ਵਿੱਚ ਆਪਣੇ ਵਿਚਾਰ ਪ੍ਰਗਟਾਉਣੇ ਚਾਹੀਦੇ ਨੇ। ਪ੍ਰਭਾਵਸ਼ਾਲੀ ਵਿਚਾਰ ਬਣਾਉਣੀ, ਮਤਲਬ ਕਿ ਆਪਣਾ ਇੱਕ ਲਹਿਜਾ ਇਸ ਤਰ੍ਹਾਂ ਦਾ ਬਣਾਈਏ ਵੀ ਸਾਹਮਣੇ ਵਾਲੇ ਨੂੰ ਸੁਣਨ 'ਚ ਵਧੀਆ ਲੱਗੇ, ਪ੍ਰਭਾਵਸ਼ਾਲੀ ਹੋਵੇ। ਕੋਈ ਗੱਲ ਨੂੰ ਵਾਰ-ਵਾਰ ਕਹੋ ਤੁਸੀਂ, ਮਤਲਬ ਕਿ ਪਿੱਛੇ ਤੋਂ ਤੁੱਕ ਬਣਾ ਕੇ ਕਹੋ ਵੀ ਇੱਕੋ ਗੱਲ ਪਿੱਛੇ ਤੋਂ ਰਿਪੀਟ ਹੋ ਰਹੀ ਹੈ ਨਾ। ਅਤੇ ਜਿਵੇਂ ਮੰਨ ਕੇ ਚਲੋ ਆਪਾਂ ਨੇ ਕਿਸੇ ਨੂੰ ਕਹਿ ਰਹੇ ਹਾਂ, ਮੈਂ ਤੇਰੇ ਤੋਂ ਜਵਾਬ ਮੰਗਿਆ, ਤੂੰ ਚੁੱਪ, ਮੈਂ ਤੇਰੇ ਤੋਂ ਪੈਸਾ ਮੰਗਿਆ, ਤੂੰ ਚੁੱਪ, ਮੈਂ ਤੈਨੂੰ ਇਹ ਗੱਲ ਕਹੀ, ਤੂੰ ਚੁੱਪ। ਤਾਂ ਚੁੱਪ ਸ਼ਬਦ ਨੂੰ ਮੈਂ ਪਿੱਛੇ ਵਰਤ ਰਿਹਾ, ਇਹ ਗੱਲ ਕਿੰਨੀ ਪ੍ਰਭਾਵਸ਼ਾਲੀ ਲੱਗ ਰਹੀ ਹੈ। ਤਾਂ ਇਸ ਤਰ੍ਹਾਂ ਦੀ ਅਲੱਗ-ਅਲੱਗ ਟ੍ਰਿਕਾਂ ਵਰਤੀਆਂ ਜਾ ਸਕਦੀਆਂ ਨੇ ਆਪਣੀ ਭਾਸ਼ਾ ਨੂੰ, ਆਪਣੇ ਮੌਖਿਕ ਕੌਸ਼ਲ ਨੂੰ ਵਿਕਸਿਤ ਕਰਨ ਦੇ ਲਈ। ਇਹ ਆਪਣੇ ਉਦੇਸ਼ ਹੋਣੇ ਚਾਹੀਦੇ ਨੇ। ਤਰਕ ਨਾਲ ਵਿਰੋਧ ਅਤੇ ਹਾਮੀ, ਮੰਨ ਕੇ ਚੱਲੋ ਜਿਹੜੇ ਦੀ ਇਹ ਸੈਕੰਡ ਕੌਸ਼ਲ ਦੀ ਗੱਲ ਕਰ ਰਹੇ ਆਪਾਂ, ਮੌਖਿਕ ਕੌਸ਼ਲ ਜਿਹੜੀ ਇਹ ਕੀ ਹੈ, ਵਿਕਸਿਤ ਹੈ, ਉਹ ਤਰਕ ਨਾਲ ਵਿਰੋਧ ਵੀ ਕਰ ਸਕੂਗਾ ਅਤੇ ਹਾਮੀ ਭਰ ਸਕੂਗਾ। ਜਿਹੜੇ ਨੂੰ ਸੁਣਨਾ ਆ ਗਿਆ, ਉਹਨੇ ਪੂਰੀ ਗੱਲ ਸੁਣੀ, ਉਸ ਤੋਂ ਬਾਅਦ ਉਹਨੇ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ ਬੋਲ ਕੇ, ਠੀਕ ਹੈ ਜੀ। ਤਾਂ ਉਹਨੇ ਬੋਲਣ ਕੌਸ਼ਲ ਦੀ ਵਰਤੋਂ ਕੀਤੀ, ਤਾਂ ਉਹ ਤਰਕ ਨਾਲ ਕਰੇਗਾ ਜੀ। ਇਹ ਵੀ ਉਦੇਸ਼ ਹੋਵੇ ਆਪਣਾ ਵੀ ਤਰਕ ਨਾਲ ਗੱਲ ਕਰੀਏ, ਠੀਕ ਹੈ ਜੀ। ਮਤਲਬ ਕਿ ਵਿਰੋਧ ਕਰਨਾ ਤਾਂ ਉਹਨੂੰ ਸੁਣ ਲਓ, ਪਹਿਲਾਂ ਸਮਝ ਲਓ, ਫਿਰ ਉਸ 'ਤੇ ਬੋਲੋ, ਵਿਰੋਧ ਵੀ ਕਰੋ। ਹਾਮੀ ਹੈ, ਸਹੀ ਗੱਲ ਹੈ, ਹਾਮੀ ਭਰੋ। ਤਾਂ ਇਹ ਸਭ ਚੀਜ਼ਾਂ ਤਾਂ ਹੀ ਸਹੀ ਤਰੀਕੇ ਨਾਲ ਚੱਲਣਗੀਆਂ ਜੇਕਰ ਆਪਾਂ ਆਪਣੀ ਮੌਖਿਕ ਕੌਸ਼ਲ ਦਾ ਵਿਕਾਸ ਕਰਾਂਗੇ। ਤਾਂ ਮੌਖਿਕ ਕੌਸ਼ਲ ਦੇ ਪ੍ਰਗਟਾ ਲਈ ਆਪਾਂ ਨੂੰ ਕੀ ਹੋਣਾ ਪਏਗਾ, ਇਸ ਉਦੇਸ਼ ਨੂੰ ਲੈ ਕੇ ਚੱਲਣਾ ਪਵੇਗਾ। ਸਹੀ ਅਤੇ ਢੁਕਵੀਂ ਸ਼ਬਦਾਵਲੀ ਹੋਣੀ ਚਾਹੀਦੀ ਆਪਣੇ ਕੋਲ, ਠੀਕ ਹੈ ਜੀ। ਇਹ ਆਪਣਾ ਉਦੇਸ਼ ਹੋਣਾ ਚਾਹੀਦਾ ਹੈ ਕਿ ਆਪਾਂ ਬੋਲਣ ਕੌਸ਼ਲ ਨੂੰ ਵਿਕਸਿਤ ਕਰਨ ਜਾ ਰਹੇ ਹਾਂ, ਤਾਂ ਆਪਣੀ ਜਿਹੜੀ ਸ਼ਬਦਾਵਲੀ ਹੈ ਉਹ ਢੁਕਵੀਂ ਹੋਵੇ, ਸਹੀ ਹੋਵੇ। ਝਾਕਾ ਖੋਲ੍ਹ ਦੇਣਾ, ਬੱਚਾ ਹੈ ਉਹਦੀ ਤੁਸੀਂ ਨੇ ਬੋਲਚਾਲ ਕੌਸ਼ਲ ਨੂੰ ਵਿਕਸਿਤ ਕਰਨਾ ਹੈ, ਤਾਂ ਤੁਸੀਂ ਕੀ ਕਰੋਗੇ, ਉਸ ਦਾ ਮਤਲਬ ਡਰ ਕੱਢ ਦਿਓ, ਅੰਦਰ ਝਾਕਾ ਖੋਲ੍ਹ ਦਿਓ। ਉਹਦਾ ਮਤਲਬ ਕਹਿਣ ਦਾ ਭਾਵ ਕੀ ਹੈ ਵੀ ਜੇ ਉਹ ਬੋਲ ਰਿਹਾ ਤਾਂ ਉਹਨੂੰ ਬੋਲਣ ਦਿਓ, ਵੀ ਉਹਦੀ ਤੇ ਗੱਲ 'ਤੇ ਉਹਦਾ ਮਜ਼ਾਕ ਨਾ ਉਡਾਓ, ਉਹਨੂੰ ਕਹੋ ਹਾਂ ਬਹੁਤ ਵਧੀਆ ਬੋਲਿਆ ਤੂੰ। ਬੱਚੇ ਨੇ ਇੱਕ ਦਿਨ ਮੰਨ ਕੇ ਚੱਲੋ ਕਲਾਸ ਦੇ ਵਿੱਚ ਖਬਰਾਂ ਪੜ੍ਹਤੀਆਂ, ਤੁਸੀਂ ਉਹਨੂੰ ਕਹੋ ਵੀ ਤੈਨੂੰ ਬਹੁਤ ਵਧੀਆ ਪੜ੍ਹਿਆ, ਅਗਲੇ ਦਿਨ ਉਹ ਪ੍ਰੇਅਰ 'ਚ ਵੀ ਪੜ੍ਹੂਗਾ। ਤੁਸੀਂ ਪ੍ਰੇਅਰ 'ਚ ਕਹੋਗੇ ਵੀ ਹਾਂ ਤੁਸੀਂ ਤਾਂ ਕਮਾਲ ਕਰਤੀ, ਕਿੰਨੀਆਂ ਸੋਹਣਾ ਬੋਲਦੇ ਤੁਸੀਂ। ਅਗਲੇ ਦਿਨ ਉਹ ਪ੍ਰੋਗਰਾਮ ਦੇ ਵਿੱਚ ਪੂਰੇ ਸਕੂਲ ਦੇ ਪਿੰਡ ਦੇ ਸਾਹਮਣੇ ਬੋਲੂਗਾ, ਕਿਉਂਕਿ ਉਹਦਾ ਝਾਕਾ ਖੁੱਲ੍ਹ ਗਿਆ। ਤਾਂ ਇਸ ਤਰੀਕੇ ਨਾਲ ਇਹ ਕੌਸ਼ਲ ਨੂੰ ਵਿਕਸਿਤ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ, ਝਾਕਾ ਖੁੱਲ੍ਹਣਾ ਪਵੇਗਾ। ਇਹ ਆਪਣਾ ਮੇਨ ਉਦੇਸ਼ ਹੋਣਾ ਚਾਹੀਦਾ ਹੈ। ਅਨੁਕੂਲਤਾ ਅਨੁਸਾਰ ਆਪਣੀ ਗੱਲ ਕਹਿਣੀ, ਗੱਲ ਕਹਿਣ ਦਾ ਇੱਕ ਸਹੀ ਸਮਾਂ ਹੁੰਦਾ ਹੈ, ਠੀਕ ਹੈ, ਸਹੀ ਢੰਗ ਹੁੰਦਾ ਹੈ। ਤਾਂ ਅਨੁਕੂਲਤਾ ਦੇ ਅਨੁਸਾਰ ਕਹਿਣੀ ਚਾਹੀਦੀ ਹੈ, ਠੀਕ ਹੈ, ਵੀ ਜਦੋਂ ਉਸਦੀ ਲੋੜ ਹੈ ਉਦੋਂ ਕਹਿਣੀ ਚਾਹੀਦੀ ਹੈ। ਆਪਣੀ ਯੋਗਤਾ ਦਾ ਪੂਰਨ ਪ੍ਰਗਟਾਵਾ, ਮਤਲਬ ਕਿ ਬੋਲਚਾਲ ਕੌਸ਼ਲ ਦੇ ਵਿੱਚ ਆਪਣਾ ਮੁੱਖ ਉਦੇਸ਼ ਕੀ ਹੋਵੇ ਕਿ ਆਪਣੀ ਜਿਹੜੀ ਯੋਗਤਾ ਉਹ ਦਬ ਕੇ ਨਾ ਰਹਿ ਜੇ, ਜਿਹੜੀ ਚੀਜ਼ ਆਪਣੇ ਅੰਦਰ ਹੈਗੀ ਉਹ ਬਾਹਰ ਆਵੇ, ਉਹ ਜਿਹਨੂੰ ਆਪਾਂ ਬਾਹਰ ਕੱਢੀਏ, ਫਿਰ ਹੀ ਉਸ ਦਾ ਮੁੱਲ ਪਵੇਗਾ, ਠੀਕ ਹੈ ਜੀ। ਕਦੇ ਮੰਨ ਕੇ ਚੱਲੋ ਜਿਹੜੇ ਉਹ ਨੇ, ਮੰਨ ਕੇ ਲਓ ਹੀਰਾ ਹੈ, ਠੀਕ ਹੈ, ਉਹ ਦੱਬਿਆ ਪਿਆ ਕਿਤੇ, ਉਹ ਦੱਬੇ ਹੀ ਪਿਆ, ਉਹ ਮਿੱਟੀ ਦੇ ਬਰਾਬਰ ਹੈ ਉਹ ਸਾਰੀ ਥਾਂ, ਪਰ ਜਦੋਂ ਉੱਥੇ ਤੋਂ ਆਪਾਂ ਨੇ ਕੱਢ ਲਿਆ ਹੀਰਾ ਬਾਹਰ, ਫਿਰ ਆਪਾਂ ਕਹਾਂਗੇ ਯਾਰ ਕਮਾਲ ਹੈ, ਇਹ ਥਾਂ ਤਾਂ ਇੱਥੇ ਹੀਰਾ ਦੱਬਿਆ ਹੋਇਆ ਸੀ, ਵੀ ਉਹ ਥਾਂ ਦਾ ਫਿਰ ਮੁੱਲ ਪਊਗਾ ਜੇ ਉਹ ਚੀਜ਼ ਬਾਹਰ ਆਊਗੀ। ਇਸੇ ਤਰ੍ਹਾਂ ਆਪਣੇ ਜਿਹੜੇ ਸ਼ਬਦ ਨੇ ਨਾ, ਸ਼ਬਦ ਉਹ ਮੋਹਰਾਂ ਨੇ, ਉਹਨਾਂ ਮੋਹਰਾਂ ਨੂੰ ਵਰਤਣਾ ਪਊਗਾ, ਫਿਰ ਉਹਨਾਂ ਦਾ ਮੁੱਲ ਲੋਕ ਜਾਣਨਗੇ। ਇਹਨਾਂ ਬੋਲਾਂ ਨੂੰ ਵਿਕਸਿਤ ਕਰਨਾ ਪਵੇਗਾ।
ਉਚਾਰਨ ਨੂੰ ਸੁਧਾਰਨਾ, ਸਫਲ ਬੁਲਾਰੇ ਪੈਦਾ ਕਰਨਾ, ਇਹ ਆਪਣੇ ਉਦੇਸ਼ ਹੋਣੇ ਚਾਹੀਦੇ ਨੇ। ਠੀਕ ਹੈ ਕਿ ਆਪਾਂ ਉਚਾਰਨ ਹੈ ਜਿਹੜਾ ਉਸ ਨੂੰ ਸੁਧਾਰੀਏ। ਠੀਕ ਹੈ, ਸਫਲ ਬੁਲਾਰੇ ਪੈਦਾ ਕਰਨਾ। ਬੱਚੇ ਨੇ ਜਿਹੜੇ ਕਿਆ ਕਰਦੇ ਨੇ ਵੀ ਅੱਜ ਦੇ ਬੱਚੇ ਭਵਿੱਖ ਨੇ ਹੈ ਨਾ ਦੇਸ਼ ਦਾ, ਤਾਂ ਉਹਨਾਂ ਵਿੱਚ ਆਪਾਂ ਨੂੰ ਸਫਲ ਬੁਲਾਰੇ ਪੈਦਾ ਕਰਨੇ ਪੈਣਗੇ, ਤਾਂ ਹੀ ਨੌਲੇਜ ਵਧੂਗੀ ਹੈ ਨਾ। ਮੰਨ ਕੇ ਚੱਲੋ ਆਪਣੇ ਯੂਟਿਊਬਰ ਨੇ ਬਣਨਗੇ ਆਉਣ ਵਾਲੇ ਸਮੇਂ 'ਚ, ਮੰਨ ਕੇ ਚੱਲੋ ਇੰਨੇ ਲੱਖ ਬੰਦਾ ਜਿਹੜਾ ਯੂਟਿਊਬਰ ਬਣੂਗਾ, ਕਿਉਂਕਿ ਉਹਨਾਂ ਦੀ ਬੋਲਣ ਦੀ ਕੌਸ਼ਲ ਜਿਹੜੀ ਉਹ ਵਿਕਸਿਤ ਹੋਊਗੀ। ਜਦੋਂ ਵਿਕਸਿਤ ਹੋਊਗੀ ਤਾਂ ਇਨਫੋਰਮੇਸ਼ਨ ਵੱਧ ਤੋਂ ਵੱਧ ਜਾਊਗੀ। ਪੰਜਾਬ ਦੇ ਲੋਕ ਸਫਲ ਬੁਲਾਰੇ ਬਣਨਗੇ ਤਾਂ ਪੰਜਾਬ ਦਾ ਇਤਿਹਾਸ, ਪੰਜਾਬ ਦੀਆਂ ਨਵੀਆਂ ਚੀਜ਼ਾਂ, ਸਭ ਚੀਜ਼ਾਂ ਦੁਨੀਆ ਤੱਕ ਪਹੁੰਚਣਗੀਆਂ। ਸਿੱਧੂ ਮੂਸੇਵਾਲਾ ਨੇ ਜੇ ਆਪਣੀ ਬੋਲਣ ਦੀ ਕੌਸ਼ਲ ਨੂੰ ਵਿਕਸਿਤ ਕੀਤਾ ਸੀ, ਤਾਂ ਹੀ ਉਹਨੇ ਪੰਜਾਬ ਨੂੰ ਫੋਰਨ ਕੰਟਰੀਜ਼ ਦੇ ਵਿੱਚ, ਜਿੱਥੇ ਲੋਕ ਜਾਣਦੇ ਵੀ ਨਹੀਂ ਸੀ ਵੀ ਭਾਰਤ ਵੀ ਕੋਈ ਕੰਟਰੀ ਹੈ, ਉਹਨੇ ਪੰਜਾਬ ਨੂੰ ਵਿਕਸਿਤ ਕੀਤਾ। ਖਾਸ ਕਰਕੇ ਸਾਡੇ ਮਾਨਸਾ ਨੂੰ ਵਿਕਸਿਤ ਕੀਤਾ। ਵਿਕਸਿਤ ਦਾ ਕਹਿਣ ਦਾ ਭਾਵ ਮੈਂ ਇਹ ਕਹਿ ਸਕਦਾ ਵੀ ਉਹਦੀ ਪਹਿਚਾਣ ਬਣਾਈ। ਕਿਵੇਂ? ਕਿਉਂਕਿ ਉਹ ਇੱਕ ਸਫਲ ਬੁਲਾਰਾ ਸੀ, ਉਹਦੀ ਬੋਲਣ ਵਾਲੀ ਕੌਸ਼ਲ ਸੀ। ਸਮਝ ਗਏ ਵੀ ਉਹ ਆਪਦੇ ਕੋਈ ਕਿਤਾਬ ਲਿਖ ਦਿੰਦਾ, ਉਹ ਕਿਤਾਬ ਨੂੰ ਕੋਈ ਨਾ ਪੜ੍ਹਦਾ, ਕਿਉਂਕਿ ਉਹ ਤਾਂ ਪੰਜਾਬੀ 'ਚ ਲਿਖਦਾ, ਤਾਂ ਪੰਜਾਬੀ ਨੂੰ ਪੰਜਾਬ ਦੇ ਲੋਕ ਪੜ੍ਹ ਸਕਦੇ ਸੀ। ਜਿਹੜੇ ਪੰਜਾਬੀ ਸੀ ਸਿਰਫ ਪੰਜਾਬੀ ਨੂੰ ਪੜ੍ਹਨ ਵਾਲੇ ਹੀ ਪੜ੍ਹ ਸਕਦੇ ਸੀ, ਪਰ ਉਹਨੇ ਆਪਣੀ ਬੋਲਣ ਕੌਸ਼ਲ ਨੂੰ ਇਹ ਤਰੀਕੇ ਨਾਲ ਪੇਸ਼ ਕੀਤਾ, ਉਹਨੂੰ ਮਿਊਜ਼ਿਕ ਦੀ ਫੋਰਮ ਵਿੱਚ ਰਿਕਾਰਡ ਕੀਤਾ ਵੀ ਲੋਕਾਂ ਨੂੰ, ਬਹੁਤੇ ਨਾ ਉਹਦੇ ਗੀਤ ਸੁਣਨ ਵਾਲੇ ਅਜਿਹੇ ਵੀ ਨੇ ਵੀ ਉਹਨਾਂ ਨੂੰ ਉਹਦੀ ਭਾਸ਼ਾ ਨਹੀਂ ਸਮਝ ਆਉਂਦੀ ਵੀ ਉਹ ਕੀ ਬੋਲ ਰਿਹਾ ਹੈ, ਪਰ ਉਹਨਾਂ ਨੂੰ ਉਹਦਾ ਮਤਲਬ ਲਹਿਜ਼ਾ ਸਮਝ ਆਉਂਦਾ ਵੀ ਉਹ ਅੱਛਾ ਇਹ ਫੀਲਿੰਗ ਨਾਲ ਬੋਲ ਰਿਹਾ ਹੈ, ਵੀ ਉਹ ਫੀਲਿੰਗ ਸਮਝ ਆਉਂਦੀ, ਉਹਨੂੰ ਲਹਿਜ਼ਾ ਸਮਝ ਆਉਂਦਾ, ਉਹਨੂੰ ਧੁਨੀਆਂ ਸਮਝ ਆਉਂਦੀਆਂ ਨੇ। ਤਾਂ ਕੁੱਲ ਮਿਲਾ ਕੇ ਜਿਹੜੀ ਇਹ ਐਡੀ ਤਗੜੀ ਚੀਜ਼ ਹੈ ਵੀ ਲੋਕਾਂ ਨੂੰ ਸਮਝ ਵੀ ਨਾ ਆਵੇ ਉਦੋਂ ਫਿਰ ਵੀ ਸਮਝਣਗੇ। ਜਦੋਂ ਆਪਾਂ ਉਛਲ ਕੇ ਕੁੱਦ ਕੇ ਐਵੇਂ ਉੱਤੇ ਹੱਥ ਕਰ ਕਰਕੇ ਕੁਛ ਬੋਲਾਂਗੇ, ਸਾਹਮਣੇ ਵਾਲਾ ਸਮਝੂਗਾ ਵੀ ਇਹ ਖੁਸ਼ੀ 'ਚ ਕੁਛ ਬੋਲ ਰਿਹਾ ਹੈ। ਠੀਕ ਹੈ, ਇਹ ਫੈਕਟ ਹੈ ਵੀ ਲੋਕਾਂ ਨੂੰ ਨਾ ਸਿੱਧੂ ਮੂਸੇਵਾਲਾ ਦੀ ਕੀ ਹੈ, ਲੈਂਗੁਏਜ ਵੀ ਨਹੀਂ ਸਮਝ ਆਉਂਦੀ, ਉਹ ਫਿਰ ਵੀ ਉਸ ਨੂੰ ਇੰਜੋਏ ਕਰਦੇ ਨੇ। ਕਿਉਂਕਿ ਉਹਦੀ ਬੋਲਣ ਕੌਸ਼ਲ ਹੀ ਇਸ ਤਰ੍ਹਾਂ ਦੀ ਸੀ। ਸਮਝ ਗਏ? ਤਾਂ ਬਾਕੀ ਬੋਲਣ ਕੌਸ਼ਲ ਕਰਕੇ ਹੀ ਬੰਦੇ ਦਾ ਜਿਹੜਾ ਮੁੱਲ ਹੈ ਉਹ ਪੈ ਜਾਂਦਾ ਹੈ। ਬੰਦਾ ਜਿਹੜਾ ਆਪਾਂ ਕਹਿੰਦੇ ਫਰਸ਼ ਤੋਂ ਅਰਸ਼ ਤੱਕ ਜਾ ਸਕਦਾ ਬੋਲਣ ਕੌਸ਼ਲ ਕਰਕੇ। ਨੈਕਸਟ ਹੈ ਜੀ ਚੰਗੀ ਬੋਲਚਾਲ ਦੇ ਕੁਝ ਗੁਣ ਫਾਇਦੇ। ਕਲਾਸ ਨੂੰ ਅਸੀਂ ਥੋੜ੍ਹਾ ਜਿਹਾ ਸਮਾਪਤੀ ਵੱਲ ਲੈ ਕੇ ਜਾਂਦੇ, ਨਹੀਂ ਤਾਂ ਫਿਰ ਬਹੁਤ ਲੰਮੀ ਚੱਲ ਜੂਗੀ ਇਹ। ਭਾਸ਼ਾ ਵਿੱਚ ਸ਼ੁੱਧਤਾ, ਸਪਸ਼ਟਤਾ, ਮਧੁਰਤਾ, ਮਿਠਾਸ, ਵਿਵਹਾਰਿਕਤਾ ਆਉਂਦੀ ਹੈ। ਠੀਕ ਹੈ, ਇਹ ਇਸ ਦਾ ਫਾਇਦਾ ਹੈ। ਸੁਣਨ ਵਾਲੇ 'ਤੇ ਅਸਰ ਹੁੰਦਾ, ਜੇਕਰ ਆਪਣੀ ਬੋਲਚਾਲ ਹੈ ਜਿਹੜੀ ਉਹ ਚੰਗੀ ਹੋਊਗੀ, ਸਹੀ ਹੋਊਗੀ, ਤਾਂ ਸਾਹਮਣੇ ਵਾਲੇ 'ਤੇ ਅਸਰ ਵੀ ਹੁੰਦਾ ਹੈ। ਸਰਬ ਮਾਨਤਾ ਪ੍ਰਾਪਤ ਹੁੰਦੀ ਹੈ। ਜੇਕਰ ਆਪਣੀ ਗੱਲ ਵਧੀਆ ਠਹਿਰਾਅ ਨਾਲ, ਵਧੀਆ ਤਰੀਕੇ ਨਾਲ ਕਹੀ ਜਾਊਗੀ, ਤਾਂ ਸਾਹਮਣੇ ਵਾਲਾ ਛੇਤੀ ਮੰਨੂਗਾ ਉਹਨੂੰ। ਮੰਨ ਕੇ ਚੱਲੋ ਆਪਾਂ ਕਿਤੇ ਕੰਮ ਕਰਵਾਉਣ ਲਈ ਚਲੇ ਗਏ, ਆਪਾਂ ਜਾ ਕੇ ਸਾਹਮਣੇ ਵਾਲੇ ਨੂੰ ਇੱਕਦਮ ਭੱਜ ਕੇ ਪੈ ਗਏ, ਤੂੰ ਇਹ ਕੰਮ ਕਰਦਾ ਕਿ ਨਹੀਂ ਕਰਦਾ, ਤਾਂ ਮਤਲਬ ਉਹ ਸਾਹਮਣੇ ਵਾਲਾ ਸਮਝੂਗਾ ਵੀ ਇਹ ਖੜੂਸ ਜਿਹਾ ਕਿੱਥੋਂ ਆ ਗਿਆ, ਵੀ ਇਹਨੂੰ ਟਾਲ ਹੀ ਲਾਣ ਦੇ, ਵੀ ਇਹਨੂੰ ਭੇਜਦੇ ਆਪਾਂ ਨਹੀਂ। ਅਤੇ ਜੇਕਰ ਤੁਸੀਂ ਜਾ ਕੇ ਕਹੋਗੇ ਸਰ ਤੁਸੀਂ ਇਹ ਕੰਮ ਕਰੋਗੇ ਕਿ ਨਹੀਂ ਕਰਦੇ, ਮਤਲਬ ਗੱਲ ਮੈਂ ਉਹੀ ਕਹੀ ਹੈ, ਬਸ ਲਹਿਜਾ ਬਦਲ ਗਿਆ। ਤਾਂ ਇਸ ਤਰ੍ਹਾਂ ਆਪਣਾ ਇਹ ਹੈ ਜਿਹੜੀ, ਜੇਕਰ ਆਪਾਂ ਚੰਗੀ ਬੋਲਚਾਲ ਹੋਊਗੀ ਤਾਂ ਉਸ ਨੂੰ ਸਰਬ ਮਾਨਤਾ ਮਿਲੇਗੀ, ਸਾਰੇ ਕਿਤੇ ਮਾਨਤਾ ਮਿਲੇਗੀ। ਅਸ਼ੁੱਧ ਉਚਾਰਨ ਦੇ ਕਾਰਨ ਮੋਸਟ ਇੰਪੋਰਟੈਂਟ ਚੀਜ਼ ਆ ਗਈ ਜੀ ਹੁਣ, ਜਿਵੇਂ ਕਿ ਮਤਲਬ ਸ਼ਬਦ ਹੈ ਜੀ, ਮਤਲਬ ਲੋਕ ਇਹਨੂੰ ਮਤਵਲ ਬੋਲਦੇ ਨੇ, ਮਤਵਲ, ਕਿਉਂਕਿ ਉੱਥੇ ਉਹਨਾਂ ਦੇ ਆਲੇ ਦੁਆਲੇ 'ਚ ਉਹਨੇ ਸੁਣਿਆ ਹੀ ਇਹ ਹੈ। ਹੁਣ ਬੱਚੇ ਨੇ ਮਤਵਲ ਕਹਿਣਾ ਸਿੱਖ ਲਿਆ ਤਾਂ ਉਹ ਮਤਵਲ ਹੀ ਬੋਲੂਗਾ ਪੂਰੀ ਜ਼ਿੰਦਗੀ। ਠੀਕ ਹੈ ਜੀ। ਇਸ ਤੋਂ ਬਿਨਾਂ ਚਾਕੂ, ਚਾਕੂ ਸ਼ਬਦ ਨੂੰ ਬਹੁਤੇ ਕੱਚ ਬੋਲਦੇ ਨੇ, ਉਹਨਾਂ ਦੀ ਇਹੋ ਭਾਸ਼ਾ ਦਾ ਹੀ ਇੱਕ ਰੂਪ ਹੋ ਗਿਆ, ਉਹਨਾਂ ਦਾ ਉਚਾਰਨ ਜਿਹੜਾ ਉਹ ਅਸ਼ੁੱਧ ਹੈ। ਕਿਉਂ ਹੈ ਉਹ ਕਾਰਨ ਆਪਾਂ ਅੱਗੇ ਸਮਝਾਂਗੇ। ਅਤੇ ਇੱਕ ਪਿੰਡ ਹੈ, ਪਿੰਡ ਦਾ ਨਾਂ ਹੈ, ਉਸ ਦਾ ਨਾਂ, ਪਿੰਡ ਦਾ ਨਾਂ ਹੈ ਚੂੜਲ, ਜਿਵੇਂ ਇੱਥੇ ਲਿਖਿਆ ਹੋਇਆ ਪਿੰਡ ਦਾ ਇਹ ਨਾਂ ਹੈ ਚੂੜਲ, ਪਰ ਲੋਕ ਉਹਨੂੰ ਚੂਲੜ ਬੋਲਦੇ ਨੇ। ਈਵਨ ਦੈਨ ਉਸਦੇ ਜਿਹੜੇ ਵਸਨੀਕ ਨੇ ਪਿੰਡ ਦੇ, ਉਹ ਵੀ ਉਸਨੂੰ ਚੂਲੜ ਹੀ ਬੋਲਦੇ ਨੇ। ਠੀਕ ਹੈ ਜੀ। ਇਸ ਤਰੀਕੇ ਨਾਲ ਚੂੜਲ ਪਿੰਡ ਹੈ, ਠੀਕ ਹੈ, ਆਰ ਪੈਂਦੀ ਹੈ ਵਿਚਾਲੇ ਇੰਗਲਿਸ਼ ਜਦੋਂ ਲਿਖਦੇ ਹਾਂ, ਤਾਂ ਉਸ ਨੂੰ ਬੋਲਦੇ ਚੂਲੜ ਨੇ। ਕਿਉਂ? ਕਿਉਂਕਿ ਉਹਨਾਂ ਦੇ ਉਚਾਰਨ ਦੀ ਮਤਲਬ ਕਹਿ ਸਕਦੇ ਹਾਂ ਸੈਂਸ ਇਸ ਤਰ੍ਹਾਂ ਬਣ ਗਈ ਵੀ ਉਹਨਾਂ ਦੇ ਮੂੰਹ ਚੜ੍ਹ ਗਈ ਉਹ ਚੀਜ਼। ਠੀਕ ਹੈ। ਇਸ ਤੋਂ ਬਿਨਾਂ ਅੰਮ੍ਰਿਤਸਰ ਨੂੰ ਲੋਕ ਅੰਬਰਸਰ ਕਹਿੰਦੇ ਨੇ। ਠੀਕ ਹੈ ਜੀ। ਬੂਟ ਨੂੰ ਗੂਟ ਕਹਿੰਦੇ ਨੇ। ਤਾਂ ਇਸ ਤਰ੍ਹਾਂ ਇਹ ਅਸ਼ੁੱਧ ਉਚਾਰਨ ਕਿਉਂ ਹੈ? ਮਤਲਬ ਇਹ ਕੀ ਹੈ, ਇੱਕ ਚੰਗੀ ਬੋਲਚਾਲ ਕੌਸ਼ਲ ਨਹੀਂ ਹੈਗੀ, ਮਤਲਬ ਉੱਥੇ ਕੌਸ਼ਲ ਦਾ ਵਿਕਾਸ ਨਹੀਂ ਹੋਇਆ। ਇਹ ਉਚਾਰਨ ਅਸ਼ੁੱਧ ਕਿਉਂ ਹੈ, ਇਹ ਚੀਜ਼ ਨੂੰ ਆਪਾਂ ਸਮਝਦੇ ਹਾਂ। ਤਾਂ ਮੇਨ ਤੌਰ 'ਤੇ ਇਸ ਦੇ ਵਿਅਕਤੀਗਤ ਕਾਰਨ ਹੋ ਸਕਦੇ ਨੇ ਜੀ। ਠੀਕ ਹੈ। ਪਰਸਨਲ ਰੀਜਨਸ ਹੋ ਸਕਦੇ ਨੇ। ਤਾਂ ਵਿਅਕਤੀਗਤ ਕਾਰਨ ਕਿਹੜੇ ਕਿਹੜੇ ਹੋ ਸਕਦੇ? ਹੋ ਸਕਦਾ ਕੋਈ ਰੀਸ ਦੇ ਵਿੱਚ ਬੋਲ ਰਿਹਾ ਹੋਵੇ, ਹੋ ਸਕਦਾ ਕਿਸੇ ਨੂੰ ਆਦਤ ਪੈ ਗਈ ਹੋਵੇ, ਹੋ ਸਕਦਾ ਕਿਸੇ ਦਾ ਸਰੀਰਕ ਦੋਸ਼ ਹੋਵੇ, ਵੈਸੇ ਹੀ ਤੋਤਲਾ ਹੋਵੇ ਉਹ ਬਚਪਨ ਤੋਂ ਹੀ। ਠੀਕ ਹੈ। ਇਹ ਸਰੀਰਕ ਦੋਸ਼ 'ਚ ਆ ਜਾਊਗਾ। ਇਸ ਤੋਂ ਬਿਨਾਂ ਕਾਹਲੀ ਕਾਹਲੀ ਬੋਲਣਾ, ਕਈ ਵਾਰ ਆਪਾਂ ਕਾਹਲੀ ਕਾਹਲੀ ਬੋਲਦੇ ਹਾਂ ਤਾਂ ਆਪਣਾ ਸ਼ਬਦ ਜਿਹੜਾ ਉਲਟ ਪੁਲਟ ਹੁੰਦਾ ਹੈ, ਆਟੋਮੈਟਿਕਲੀ ਹੋਊਗਾ। ਠੀਕ ਹੈ। ਅਤੇ ਬਾਕੀ ਜਦੋਂ ਹੁਣ ਇੱਕ ਵਾਰ ਕੋਈ ਰੀਸ 'ਚ ਬੋਲ ਪਿਆ ਜਾਂ ਕਾਹਲੀ ਕਾਹਲੀ ਬੋਲ ਪਿਆ, ਤਾਂ ਉਸ ਤੋਂ ਬਾਅਦ ਤਾਂ ਫਿਰ ਆਦਤ ਬਣ ਜਾਂਦੀ ਹੈ। ਅਤੇ ਉੱਥੇ ਇੱਕ ਗੱਲ ਆ ਜਾਂਦੀ ਹੈ, ਵਾਰਸ ਸ਼ਾਨ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਉਸ ਤੋਂ ਬਾਅਦ ਚਾਹੇ ਉਹਨੂੰ ਕਿੰਨਾ ਮਰਜ਼ੀ ਕੋਈ ਸਮਝਾਈ ਚੱਲੇ ਵੀ ਇਹ ਮਤਲਬ ਨਹੀਂ ਮਤਵਲ ਬੋਲਦਾ, ਕੋਈ ਮੰਨ ਕੇ ਚੱਲੋ ਵੀ ਇਹ ਮਤਵਲ ਨਹੀਂ ਮਤਲਬ ਹੁੰਦਾ ਹੈ, ਮਤਵਲ ਨਹੀਂ ਮਤਲਬ ਹੁੰਦਾ ਹੈ।
ਤਾਂ ਉਹਨੂੰ ਕਿਸੇ ਨੇ ਨਹੀਂ ਸੁਣਨਾ। ਉਹ ਕਹੂਗਾ ਲੈ ਤੁਸੀਂ ਤਾਂ ਗਲਤ ਬੋਲੀ ਜਾਂਦੇ, ਇਹ ਤਾਂ ਮਤਬਲ ਹੁੰਦਾ ਹੈ। ਤਾਂ ਕੁੱਲ ਮਿਲਾ ਕੇ ਗੱਲ ਇਹੀ ਹੈ ਵੀ ਫਿਰ ਉਹ ਆਦਤ ਪੈ ਜਾਂਦੀ ਹੈ, ਤਾਂ ਫਿਰ ਉਹ ਜਾਂਦੀ ਨਹੀਂ। ਕਾਚੂ ਨੂੰ ਕਾਚੂ ਹੀ ਕਹਿਣਗੇ ਲੋਕ, ਕਿਉਂਕਿ ਉਹਨਾਂ ਦੇ ਭਾਈ ਦਾ ਕਾਚੂ ਹੀ ਆ। ਉਹ ਐਂ ਚਾਕੂ ਨੂੰ ਸਿੱਧਾ ਵੀ ਨਹੀਂ ਬੋਲਦੇ, ਕਾਚੂ ਹੈ ਤਾਂ ਕਾਚੂ ਹੀ ਕਹਾਂਗੇ। ਮਤਲਬ ਉਹਨਾਂ ਨੇ ਚਾਕੂ ਸ਼ਬਦ ਨੂੰ ਆਪਣੀ ਡਿਕਸ਼ਨਰੀ 'ਚ ਨਹੀਂ ਸ਼ਾਮਿਲ ਕੀਤਾ। ਨੈਕਸਟ, ਮਨੋਵਿਗਿਆਨਿਕ ਕਾਰਨ। ਮਾਨਸਿਕ ਗੁੰਝਲ ਹੋ ਸਕਦੀ ਹੈ, ਉਲਝਣ ਹੋ ਸਕਦੀ ਹੈ, ਦੁਵਿਧਾ ਹੋ ਸਕਦੀ ਹੈ, ਪਰੇਸ਼ਾਨੀ ਹੋ ਸਕਦੀ ਹੈ, ਘਬਰਾਹਟ ਹੋ ਸਕਦੀ ਹੈ, ਡਰ ਹੋ ਸਕਦਾ ਹੈ, ਹੀਨ ਭਾਵਨਾ ਹੋ ਸਕਦੀ ਹੈ। ਇਹ ਸਭ ਕਾਰਨ ਹੋ ਸਕਦੇ ਨੇ। ਜਿਵੇਂ ਇੱਕ ਤੁਸੀਂ ਕਹਾਵਤ ਸੁਣੀ ਹੋਏਗੀ, ਅੰਨੇ ਮੂਹਰੇ ਪਾਈ ਕਹਾਣੀ ਕਹਿੰਦਾ ਨਜ਼ਰ, ਜਾਂ ਮਤਲਬ ਇਹਨੂੰ ਇੱਦਾਂ ਹੀ ਮੋਡੀਫਾਈ ਕਰ ਲਿਆ ਜਾਂਦਾ, ਕਹਿੰਦੇ ਭੁੱਖੇ ਅੱਗੇ ਪਾਈ ਕਹਾਣੀ ਕਹਿੰਦਾ ਟੁੱਕ। ਕਹਿਣ ਦਾ ਭਾਵ ਕੀ ਹੈ ਵੀ ਕਿਸੇ ਨੇ ਕੋਈ ਭੁੱਖਾ ਸੀ, ਠੀਕ ਹੈ, ਉਹਨੂੰ ਭੁੱਖ ਲੱਗੀ ਹੋਈ ਸੀ। ਉਹ ਪਤਾ ਕੀ ਸੋਚ ਰਿਹਾ ਸੀ ਵੀ ਹਾਏ ਰੋਟੀ ਹੁਣ ਵੀ ਆਈ, ਬਸ ਹੁਣ ਰੋਟੀ ਖਾਊਂਗਾ ਮੈਂ, ਘਰੇ ਜਾ ਕੇ ਮੈਂ ਜਾਊਂਗਾ, ਠੀਕ ਹੈ, ਅਤੇ ਮੈਂ ਰੋਟੀ ਸਾਹਮਣੇ ਰੱਖੂੰਗਾ ਥਾਲ 'ਚ, ਐਵੇਂ ਬੁਰਕੀ ਤੋੜੂੰਗਾ। ਮਤਲਬ ਉਹੀ ਗੱਲ ਮਨ 'ਚ ਸੋਚ ਹੀ ਰਹੀ ਹੈ, ਕਿਉਂਕਿ ਉਹਦੀ ਦੁਵਿਧਾ ਇਹ ਚੱਲ ਰਹੀ ਹੈ, ਉਲਝਣ ਦੇ ਵਿੱਚ ਕਿਹੜੀ 'ਚ ਉਹ ਮੈਂ ਰੋਟੀ ਖਾਊਂਗਾ ਜਾ ਕੇ, ਮੈਨੂੰ ਭੁੱਖ ਲੱਗ ਰਹੀ ਹੈ। ਕਿਸੇ ਦੋਸਤ ਨੇ ਉਸਨੂੰ ਕਹਾਣੀ ਪਾਤੀ, ਬੁਝਾਰਤ ਪਾਤੀ, ਕਹਿੰਦਾ ਵੀ ਇਹ ਬੁਝਾਰਤ ਦਾ ਅੰਸ਼ ਦੱਸ ਵੀ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ, ਤਾਂ ਉਹ ਕਹਿੰਦਾ ਟੁੱਕ। ਮਤਲਬ ਉਹਦੀ ਟੁੱਕ ਮਤਲਬ ਰੋਟੀ, ਤਾਂ ਉਸਦੇ ਮਨ ਵਿੱਚ ਹੀ ਰੋਟੀ ਸ਼ਬਦ ਚੱਲ ਰਿਹਾ ਸੀ, ਤਾਂ ਉਹਦਾ ਉਚਾਰਨ ਆਟੋਮੈਟਿਕਲੀ ਕੀ ਹੋ ਗਿਆ, ਮਨੋਵਿਗਿਆਨਿਕ ਕਾਰਨ ਹੋ ਗਿਆ ਵੀ ਉਹ ਉਚਾਰਨ ਸਹੀ ਨਹੀਂ ਕਰੂਗਾ, ਠੀਕ ਹੈ। ਤਾਂ ਇਸ ਤਰ੍ਹਾਂ ਕਈ ਵਾਰ ਮਨ ਦੇ ਵਿੱਚ ਉਲਝਣ ਚੱਲ ਰਹੀ ਹੁੰਦੀ ਹੈ। ਮੰਨ ਕੇ ਚੱਲੋ ਹੋ ਸਕਦਾ ਉਹ ਕਾਚੂ ਬਾਰੇ ਕੁਛ ਸੋਚ ਰਿਹਾ ਹੋਵੇ, ਹੈ ਨਾ, ਤਾਂ ਉਹ ਚਾਕੂ ਨੂੰ ਕਾਚੂ ਬੋਲਦੇ। ਕਹਿਣ ਦਾ ਭਾਵ ਕਿ ਮਾਨਸਿਕ ਉਲਝਣ, ਪਰੇਸ਼ਾਨੀ, ਦੁਵਿਧਾ, ਡਰ ਹੋ ਸਕਦਾ, ਘਬਰਾਹਟ ਹੋ ਸਕਦਾ। ਕਈ ਵਾਰ ਬੱਚਾ ਹੈ ਉਹ ਸਹੀ ਬੋਲਦਾ ਘਰੇ, ਕਈ ਵਾਰ ਟੀਚਰ ਤੋਂ ਡਰਦੇ ਹੋਏ ਉਹ ਉੱਥੇ ਕਈ ਵਾਰ ਅਟਕ ਜਾਂਦਾ। ਜਿਵੇਂ ਮੰਨ ਕੇ ਚੱਲੋ ਉਹਨੇ ਕੋਈ ਲੇਖ ਸੁਣਾਉਣਾ, ਲੇਖ ਸੁਣਾਉਂਦੇ ਹੋਏ ਇੱਕ ਸ਼ਬਦ ਬੋਲਿਆ, ਫਿਰ ਅਟਕ ਗਿਆ। ਸ਼ਬਦ ਨੂੰ ਵੀ ਉਹ ਕਈ ਵਾਰ ਗਲਤ ਬੋਲ ਦਿੰਦਾ, ਹੈ ਨਾ। ਜਿਵੇਂ ਮੰਨ ਕੇ ਚਲੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਇੱਦਾਂ ਬੋਲਦਾ ਉਹ, ਕਿਉਂਕਿ ਉਹ ਤੁਤਲਾ ਰਹੀ ਹੈ ਕਾਹਦੇ ਵਿੱਚ, ਘਬਰਾਹਟ ਦੇ ਵਿੱਚ, ਡਰ ਦੇ ਵਿੱਚ। ਤਾਂ ਇਸ ਤਰ੍ਹਾਂ ਮਨੋਵਿਗਿਆਨਿਕ ਕਾਰਨ ਵੀ ਹੁੰਦੇ ਨੇ। ਇਸ ਤੋਂ ਬਾਅਦ ਹੈ ਜੀ ਵਿੱਦਿਅਕ ਕਾਰਨ। ਜੋ ਵਿੱਦਿਅਕ ਕਾਰਨ ਕੀ ਹੈ ਕਿ ਅਧਿਆਪਕ ਦਾ ਗਲਤ ਉਚਾਰਨ ਹੋ ਸਕਦਾ। ਇੱਕ ਕਹਾਣੀ ਦੱਸਦੀ ਤੁਹਾਨੂੰ ਕਿ ਇੱਕ ਬੱਚਾ ਸੀ, ਘਰੇ ਉਹਨਾਂ ਦੇ ਕੋਈ ਆ ਗਿਆ, ਠੀਕ ਹੈ, ਰਿਸ਼ਤੇਦਾਰ ਆ ਗਿਆ। ਰਿਸ਼ਤੇਦਾਰ ਕਹਿੰਦਾ ਵੀ ਬੱਚੇ ਨੂੰ ਬੁਲਾ ਕੇ ਉਹਨੂੰ ਕੁਝ ਪੁੱਛਣ ਲੱਗ ਗਿਆ ਵੀ ਐਵੇਂ, ਉਹ ਕਿਤਾਬ ਖੋਲ੍ਹੀ ਬੈਠਾ ਸੀ ਬੱਚਾ, ਅਤੇ ਉਹਨੂੰ ਪੁੱਛਣ ਲੱਗ ਗਿਆ, ਕਹਿੰਦਾ ਇਹ ਸ਼ਬਦ ਕੀ ਹੈ। ਉੱਥੇ ਸ਼ਬਦ ਲਿਖਿਆ ਹੋਇਆ ਸੀ NATURE, ਇਹ ਸ਼ਬਦ ਲਿਖਿਆ ਹੋਇਆ ਸੀ, ਠੀਕ ਹੈ। ਅਤੇ ਉਹਨੂੰ ਮਤਲਬ ਉਂਗਲ ਰੱਖੀ ਰਿਸ਼ਤੇਦਾਰ ਨੇ। ਉਹ ਬੱਚੇ ਨੂੰ ਕੀ ਕਹਿੰਦਾ ਇਹ ਦੱਸ ਕੀ ਲਿਖਿਆ ਹੈ। ਬੱਚਾ ਕਹਿੰਦਾ ਨਟੂਰੇ, ਠੀਕ ਹੈ, ਕਹਿੰਦਾ ਨਟੂਰੇ। ਅਤੇ ਫਿਰ ਉਹਨੇ ਰਿਸ਼ਤੇਦਾਰ ਨੇ ਸੋਚਿਆ ਵੀ ਚੱਲ ਇਹਨੂੰ ਮਤਲਬ ਭੁਲੇਖਾ ਲੱਗ ਗਿਆ ਹੋਣਾ। ਉਹਨੇ 2-3 ਸ਼ਬਦ ਇਸ ਤਰ੍ਹਾਂ ਦੇ ਹੋਰ ਪੁੱਛੇ, ਪਰ ਉਹ ਨਟੂਰੇ ਹੀ ਕਹੀ ਗਿਆ ਉਹਨੂੰ ਫਿਰ ਵੀ। ਅਤੇ ਉਸ ਤੋਂ ਬਾਅਦ ਉਹਨੇ ਰਿਸ਼ਤੇਦਾਰ ਕਹਿੰਦਾ ਲੈ ਇਹਦੇ ਤਾਂ ਕਹਿੰਦਾ ਮੈਂ ਅਧਿਆਪਕ ਨੂੰ ਲਾਂਭਾ ਦਿੰਦਾ, ਕਹਿੰਦਾ ਇਹਦੇ ਨੂੰ, ਕਹਿੰਦਾ ਵੀ ਮੈਂ ਕਹੂੰਗਾ ਵੀ ਇਹ ਅਸੀਂ ਤਾਂ ਹੋਰ ਸਕੂਲ 'ਚ ਲਾ ਰਹੇ ਹਾਂ, ਐਵੇਂ ਹਟਾ ਰਹੇ ਹਾਂ ਇਹਨੂੰ। ਤਾਂ ਉਹਨੇ ਅਧਿਆਪਕ ਨੂੰ ਫੋਨ ਲਾਇਆ। ਅਧਿਆਪਕ ਨੂੰ ਜਦੋਂ ਫੋਨ ਲਾਇਆ ਤਾਂ ਅਧਿਆਪਕ ਨੂੰ ਕਿਹਾ ਵੀ ਇਹ ਸ਼ਬਦਾਂ ਦਾ ਇਹ ਗਲਤ ਉਚਾਰਨ ਕਰੀ ਜਾਂਦਾ, ਐਂ ਕਰੀ ਜਾਂਦਾ, ਅਤੇ ਵੀ ਅਸੀਂ ਇਹਨੂੰ ਬੱਚੇ ਨੂੰ ਸਕੂਲ 'ਚੋਂ ਹਟਾ ਰਹੇ ਹਾਂ, ਅਸੀਂ ਹੋਰ ਕਿਤੇ ਲਾਵਾਂਗੇ, ਠੀਕ ਹੈ। ਅਤੇ ਅਧਿਆਪਕ ਕੀ ਕਹਿੰਦਾ ਤੁਸੀਂ ਇਹਨੂੰ ਇੱਥੋਂ ਹਟਾਓ ਨਾ, ਇਹਦਾ ਮਤਲਬ ਕਹਿੰਦਾ ਮਾਹੌਲ ਦੇ ਨਾਲ ਜੁੜਿਆ ਹੋਇਆ ਇਹ, ਅਤੇ ਜੇ ਤੁਸੀਂ ਕਹਿੰਦਾ ਬੱਚੇ ਨੂੰ ਇੱਥੋਂ ਹਟਾ ਲਿਆ ਤਾਂ ਇਹਦਾ ਫਟੂਰੇ ਖਰਾਬ ਹੋ ਜਾਊਗਾ, ਸਮਝ ਗਏ। ਤਾਂ ਉਹ ਅਧਿਆਪਕ ਕੀ ਕਹਿੰਦਾ ਇਹਦਾ ਫਟੂਰੇ ਖਰਾਬ ਹੋ ਜਾਊਗਾ। ਮਤਲਬ ਉਹ ਕੀ ਕਹਿ ਰਿਹਾ ਸੀ, ਕਹਿੰਦਾ ਇਹਦਾ ਫਿਊਚਰ ਖਰਾਬ ਹੋ ਜਾਊਗਾ। ਵੀ ਅਧਿਆਪਕ ਵੀ ਫਿਊਚਰ ਨੂੰ ਫਟੂਰੇ ਕਹਿ ਰਹੇ ਹੈ, ਤਾਂ ਸਮਝ ਗਏ ਵੀ ਕਿੱਥੇ ਉਹ ਹੈ ਵੀ ਉਹ ਨਟੂਰੇ ਵੀ ਫਿਰ ਅਧਿਆਪਕ ਨੇ ਉਹਨੂੰ ਪੜ੍ਹਾਇਆ ਹੋਣਾ। ਤਾਂ ਅਧਿਆਪਕ ਦਾ ਉਚਾਰਨ ਹੀ ਨਹੀਂ ਜਦੋਂ ਸਹੀ, ਤਾਂ ਉਹ ਬੱਚੇ ਦਾ ਉਚਾਰਨ ਵੀ ਆਟੋਮੈਟਿਕਲੀ ਗਲਤ ਹੋ ਜਾਊਗਾ। ਤਾਂ ਵਿੱਦਿਅਕ ਕਾਰਨ ਹੋ ਸਕਦਾ। ਇਸ ਤੋਂ ਬਿਨਾਂ ਵਿਆਕਰਨ ਦੀ ਅਧੂਰੀ ਜਾਣਕਾਰੀ ਹੋ ਸਕਦੀ ਹੈ। ਜਿਵੇਂ ਤੁਹਾਨੂੰ ਦੱਸਿਆ ਵੀ, ਹੈ ਨਾ, ਜਿਵੇਂ ਇਹ ਸ਼ਬਦ ਹੈ, ਆਈ ਵਾਰ ਇਹੀ ਸ਼ਬਦ ਆ ਜਾਂਦੇ, ਹੈ ਨਾ, ਸੁੱਖ। ਇਹ ਕੀ ਹੈ, ਸੁੱਖ। ਇਸ ਤੋਂ ਬਿਨਾਂ ਅਧਿਆਪਕ ਨੇ ਉਹਨੂੰ ਦੱਸਿਆ ਹੀ ਨਹੀਂ ਹਲੇ ਵੀ ਅੱਧਕ ਪਾਉਣ ਨਾਲ ਆਵਾਜ਼ ਦੁੱਗਣੀ ਹੁੰਦੀ ਹੈ। ਤਾਂ ਇਹਨੂੰ ਸੁੱਖ ਨਹੀਂ ਪੜ੍ਹਦਾ ਬੱਚਾ, ਇਹਨੂੰ ਸੁੱਖ ਹੀ ਪੜ੍ਹੂਗਾ, ਕਿਉਂਕਿ ਉਹਨੂੰ ਅੱਧਕ ਦੀ ਹਲੇ ਨੌਲੇਜ ਨਹੀਂ। ਤਾਂ ਇਸ ਤਰ੍ਹਾਂ ਵਿਆਕਰਨ ਦੀ ਅਧੂਰੀ ਜਾਣਕਾਰੀ ਇਸ ਦਾ ਕਾਰਨ ਹੋ ਸਕਦੀ ਹੈ। ਮੌਖਿਕ ਅਭਿਆਸ ਦੀ ਕਮੀ ਹੋ ਸਕਦਾ ਬੱਚੇ ਨੇ ਸ਼ਬਦ ਇਕੱਲੇ ਸੁਣੇ ਹੋਣ, ਬੋਲੇ ਨਾ ਹੋਣ, ਇਕੱਲੇ ਪੜ੍ਹੇ ਹੋਣ, ਲਿਖੇ ਨਾ ਹੋਣ। ਤਾਂ ਇਸ ਤਰ੍ਹਾਂ ਇਹ ਮੌਖਿਕ ਅਭਿਆਸ ਦੀ ਕਹਿ ਸਕਦੇ ਹਾਂ ਕਮੀ ਹੋ ਸਕਦੀ ਹੈ। ਬੱਚੇ ਦੀ ਅਗਿਆਨਤਾ ਹੋ ਸਕਦੀ ਹੈ। ਕੁਝ ਹੋਰ ਰੀਜ਼ਨ ਵੀ ਹੋ ਸਕਦੇ ਨੇ, ਵੀ ਹੋ ਸਕਦਾ ਬੱਚੇ ਨੂੰ ਚੀਜ਼ ਬਾਰੇ ਸਿੱਖਣ ਦੀ ਕੋਸ਼ਿਸ਼ ਨਾ ਕੀਤੀ, ਕੁਛ ਵੀ ਕਾਰਨ ਹੋ ਸਕਦਾ ਹੈ। ਹਮ ਜਮਾਤੀਆਂ ਦਾ ਪ੍ਰਭਾਵ ਪੈ ਸਕਦਾ, ਹੋ ਸਕਦਾ ਉਹਦੇ ਹਮ ਜਮਾਤੀ ਕੁਝ ਇਸ ਤਰ੍ਹਾਂ ਦੀ ਕਮਿਊਨਿਟੀ ਨੂੰ ਕਹਿ ਸਕਦੇ ਹਾਂ, ਜਾਂ ਇਸ ਤਰ੍ਹਾਂ ਦੇ ਖੇਤਰ ਨੂੰ ਬਿਲੋਂਗ ਕਰਦੇ ਨੇ ਵੀ ਉਹਦੇ ਜਿਹੜੇ ਸਾਥੀ ਨੇ ਉਹਨਾਂ ਦਾ ਕੀ ਹੈ ਜਿਹੜਾ ਉਹ ਉਚਾਰਨ ਹੈ ਉਹ ਸਹੀ ਨਹੀਂ ਹੈਗਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਉਹਦਾ ਵੀ ਪ੍ਰਭਾਵ ਪੈਂਦਾ ਵੀ ਉਹਦਾ ਬੱਚਾ ਸੋਚਦਾ ਮੇਰਾ ਦੋਸਤ ਇਹ ਸ਼ਬਦ ਨੂੰ ਐਂ ਬੋਲਦਾ ਵੀ ਮੈਂ ਵੀ ਉਹਨੂੰ ਬੋਲੂੰਗਾ। ਹੋ ਸਕਦਾ ਉਹਦੀ ਰੀਸ 'ਚ ਬੋਲੇ ਪਰ ਫਿਰ ਆਦਤ ਬਣ ਜੇ। ਇਸ ਤਰ੍ਹਾਂ ਹਮ ਜਮਾਤੀਆਂ ਦਾ ਪ੍ਰਭਾਵ ਵੀ ਹੋ ਸਕਦਾ ਹੈ। ਇਸ ਤੋਂ ਬਿਨਾਂ ਸਮਾਜਿਕ ਕਾਰਨ ਹੋ ਸਕਦੇ ਨੇ। ਸਮਾਜਿਕ ਕਾਰਨ ਦੇ ਵਿੱਚ ਕੀ ਕੁਛ ਆ ਸਕਦਾ ਹੈ,
ਜਿਹੜੇ ਮਾਪੇ ਨੇ ਉਹਨਾਂ ਦਾ ਹੀ ਉਚਾਰਨ ਹੋ ਸਕਦਾ ਗਲਤ ਹੋਵੇ, ਸਮਝ ਗਏ। ਮੰਨ ਕੇ ਚਲੋ ਉਹਨਾਂ ਨੇ ਪਹਿਲਾਂ ਹੀ ਮਤਲਬ ਕੁਝ ਸ਼ਬਦ ਨੇ ਜਿਹੜੇ ਉਹ ਫਿੱਟ ਕਰਕੇ ਬੱਚੇ 'ਚ ਇਸ ਤਰ੍ਹਾਂ ਦੇ ਭੇਜ ਤੇ ਉਹ ਸਕੂਲ 'ਚ ਵੀ ਗਿਆ ਤਾਂ ਉਹ ਸਕੂਲ 'ਚ ਵੀ ਗਲਤ ਉਚਾਰਨ ਕਰੂਗਾ, ਸਕੂਲ 'ਚੋਂ ਬਾਹਰ ਆ ਗਿਆ ਫਿਰ ਉਹ ਸਮਾਜ ਦੇ ਵਿੱਚ ਵਿਚਰ ਕੇ ਵੀ ਉਹੀ ਸ਼ਬਦਾਂ ਨੂੰ ਉਵੇਂ ਬੋਲੂਗਾ। ਕਹਿਣ ਦਾ ਭਾਵ ਕੀ ਹੈ ਕਿ ਮਾਂ ਬਾਪ ਨੇ ਜਿਹੜੇ ਉਹ ਜਾੜ ਬਣਾਉਂਦੇ ਨੇ ਬੱਚੇ ਦੀ, ਹੈ ਨਾ, ਤਾਂ ਗਲਤ ਉਚਾਰਨ ਮਾਪਿਆਂ ਦਾ ਹੈ ਤਾਂ ਆਟੋਮੈਟਿਕਲੀ ਬੱਚਿਆਂ ਦਾ ਵੀ ਕਈ ਵਾਰ ਹੋ ਜਾਂਦਾ ਹੈ ਉਸ ਵਾਤਾਵਰਨ ਦੇ ਵਿੱਚ ਰਹਿ ਕੇ। ਦੋਸਤਾਂ ਦਾ, ਮਿੱਤਰਾਂ ਦਾ ਗਲਤ ਉਚਾਰਨ ਹੋ ਸਕਦਾ ਹੈ। ਮੀਡੀਆ ਦਾ ਅਸਰ ਹੋ ਸਕਦਾ ਹੈ। ਮੀਡੀਆ ਨੇ ਕੀ ਕੀਤਾ ਹੈ, ਸ਼ਬਦਾਂ ਨੂੰ ਮੋਡੀਫਾਈ ਕਰਨਾ ਸ਼ੁਰੂ ਕਰਤਾ। ਜਿਵੇਂ ਆਪਾਂ ਬੁੱਕ ਸ਼ਬਦ ਹੈ, ਕਈ ਵਾਰ ਮੀਡੀਆ ਦੇ ਵਿੱਚ ਬੱਚੇ ਨੇ ਉਹ ਚੀਜ਼ ਸੁਣ ਲਈ ਵੀ ਬੁੱਕ ਨੂੰ ਬੁੱਕਾਂ ਕਹਿ ਤਾ, ਠੀਕ ਹੈ। ਮਤਲਬ ਆਪਣੇ 'ਤੇ ਵੀ ਪ੍ਰਭਾਵ ਹੈ, ਮੈਂ ਸਿਰਫ ਇਹ ਨਹੀਂ ਕਹਿ ਰਿਹਾ ਵੀ ਆਪਾਂ ਦੁੱਧ ਧੋਤੇ ਹਾਂ, ਵੀ ਆਪਾਂ ਵੀ ਕਈ ਵਾਰ ਉਸ ਸ਼ਬਦ ਨੂੰ ਇੱਦਾਂ ਵਰਤ ਲੈਂਦੇ, ਬੁੱਕਾਂ ਕਹਿ ਦਿੰਦੇ ਹਾਂ, ਵੈਸੇ ਬੁੱਕਸ ਹੋਊਗਾ ਉਹਦਾ ਬਹੁਵਚਨ, ਹੈ ਨਾ। ਤਾਂ ਬੁੱਕ ਇੰਗਲਿਸ਼ ਦਾ ਸ਼ਬਦ ਹੈ, ਉਹਦਾ ਬਹੁਵਚਨ ਆਪਾਂ ਪੰਜਾਬੀ 'ਚ ਬਣਾ ਦਿੰਦੇ ਹਾਂ, ਬੁੱਕਾਂ ਕਹਿ ਦਿੰਦੇ ਆਪਾਂ, ਤਾਂ ਬੁੱਕਸ ਨਹੀਂ ਆਪਾਂ ਕਹਿੰਦੇ ਉਹਨੂੰ। ਤਾਂ ਇਸ ਤਰੀਕੇ ਨਾਲ ਕੁੱਲ ਮਿਲਾ ਕੇ ਕੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਅਸਰ ਪੈਂਦਾ ਹੈ। ਮੀਡੀਆ ਦਾ ਕਹਿ ਲਓ ਜਾਂ ਆਪਣੇ ਦੋਸਤਾਂ ਮਿੱਤਰ ਕਿਸੇ ਤੋਂ ਤਾਂ ਸੁਣੀ ਹੀ ਆਉਣੀ, ਹੈ ਨਾ, ਦੋਸਤਾਂ ਦਾ, ਮਾਪਿਆਂ ਦਾ, ਮੀਡੀਆ ਦਾ ਅਸਰ ਪੈਂਦਾ ਹੈ। ਅਤੇ ਘਟੀਆ ਸਮਾਜਿਕ ਪ੍ਰਬੰਧ ਹੋ ਸਕਦੇ ਅਤੇ ਸਮਾਜ 'ਚ ਕੁਝ ਅਜਿਹੇ ਸ਼ਬਦ ਹੋਣ ਵੀ ਉਹ ਉਹਨਾਂ ਨੂੰ ਇੱਦਾਂ ਬੋਲਦੇ ਨੇ, ਜੋ ਸਾਰਾ ਸਮਾਜ ਇੱਦਾਂ ਬੋਲਦੇ ਨਾ, ਬੱਚਾ ਵੀ ਇੱਦਾਂ ਹੀ ਬੋਲਣਾ ਸਿੱਖ ਜੂਗਾ। ਮਾਪਿਆਂ ਦਾ ਲਾਡ ਪਿਆਰ ਵੀ ਹੋ ਸਕਦਾ ਹੈ। ਕਈ ਵਾਰ ਬੱਚੇ ਜਾਣ ਬੁੱਝ ਕੇ ਉਹਨੂੰ ਮਤਲਬ ਪਿਆਰ ਦੇ ਵਿੱਚ ਕਹਿੰਦੇ ਨੇ ਵੀ ਇਹਨੂੰ ਐਂ ਬੋਲ, ਹੈ ਨਾ। ਜੇ ਮੰਨ ਕੇ ਚੱਲੋ, ਮੰਨ ਕੇ ਲੱਡੂ ਹੈ, ਲੱਡੂ ਨੂੰ ਜਾਣ ਕੇ ਕਈ ਵਾਰ ਮਾਪੇ ਪਿਆਰ 'ਚ ਕਹਿੰਦੇ ਨੇ ਅੱਡੂ, ਅੱਡੂ ਖਾਵੇਂਗਾ, ਅੱਡੂ, ਇੱਦਾਂ ਮਤਲਬ ਅੱਡੂ ਮਤਲਬ ਉਹਦਾ ਗਲਤ ਉਚਾਰਨ ਕਰਵਾਤਾ, ਤਾਂ ਬੱਚੇ ਦੇ ਮਨ ਵਿੱਚ ਉਹ ਚੀਜ਼ ਹੋ ਗਈ ਫਿੱਟ, ਅਤੇ ਇਸ ਤਰ੍ਹਾਂ ਮਾਪਿਆਂ ਦੇ ਲਾਡ ਦਾ ਉਹਦੇ 'ਤੇ ਹੋ ਗਿਆ ਮਾੜਾ ਅਸਰ। ਨੈਕਸਟ ਹੈ ਜੀ ਗੁਆਂਢੀਆਂ ਦਾ ਪ੍ਰਭਾਵ, ਠੀਕ ਹੈ। ਹੋ ਸਕਦਾ ਬੱਚਾ ਗੁਆਂਢ 'ਚ ਕੋਈ ਨਵੇਂ ਸ਼ਬਦ ਸਿੱਖ ਕੇ ਆਇਆ ਹੋਵੇ, ਉਹ ਪਹਿਲੀ ਵਾਰ ਉੱਥੇ ਗਲਤ ਸਿੱਖਿਆ ਹੈ ਤਾਂ ਉਹ ਅੱਗੇ ਵੀ ਗਲਤ ਚੱਲੀ ਜਾਣਗੇ। ਬਾਕੀ ਗੱਲਾਂ ਸਾਰੀਆਂ ਉੱਥੇ ਜਾ ਕੇ ਅਟੈਚ ਹੋ ਜਾਂਦੀਆਂ ਨੇ ਵਾਤਾਵਰਨ 'ਤੇ, ਠੀਕ ਹੈ। ਖੁਰਾਕ ਸਹੀ ਨਾ ਮਿਲਣਾ, ਦੇਖੋ ਜੀ ਸਿਰਫ ਆਪਾਂ ਵਿੱਦਿਅਕ ਕਾਰਨ ਜਾਂ ਸਮਾਜਿਕ ਕਾਰਨ ਇਹ ਨਹੀਂ ਮੰਨ ਸਕਦੇ। ਕਈ ਵਾਰ ਕੀ ਹੁੰਦਾ ਕਿ ਬੱਚਾ ਸੀ ਛੋਟਾ ਹੁੰਦਾ, ਉਹਨੂੰ ਖੁਰਾਕ ਹੀ ਸਹੀ ਨਹੀਂ ਮਿਲੀ, ਹੋ ਸਕਦਾ ਉਹਨੂੰ ਕੋਈ ਮਤਲਬ ਜੀਭ ਦੇ ਨਾਲ ਰਿਲੇਟਡ ਕੋਈ ਬਿਮਾਰੀ ਸੀ ਜੋ ਛੋਟੇ ਹੁੰਦੇ ਇੱਕਦਮ ਸਹੀ ਹੋ ਜਾਂਦੀ, ਜਿਵੇਂ ਤੰਦੂਆ ਹੁੰਦਾ ਵੀ ਉਹ ਜੀਭ 'ਚੋਂ ਘੱਟ ਜੇ ਤਾਂ ਤੰਦੂਆ, ਤਾਂ ਜੀਭ ਆਟੋਮੈਟਿਕਲੀ ਵੱਡੇ ਹੁੰਦੇ ਹੁੰਦੇ ਬੱਚਾ ਸਹੀ ਹੋ ਜਾਂਦਾ, ਸਾਰੇ ਸ਼ਬਦ ਸਹੀ ਬੋਲਣੇ ਸ਼ੁਰੂ ਕਰ ਦਿੰਦਾ। ਪਰ ਹੋ ਸਕਦਾ ਵੀ ਘਰ ਵਿੱਚ ਗਰੀਬੀ ਹੋਵੇ, ਉਸਨੂੰ ਸਹੀ ਖੁਰਾਕ ਨਾ ਮਿਲ ਪਾਈ ਹੋਵੇ, ਉਹਨੂੰ ਡਾਕਟਰੀ ਸਹਾਇਤਾ ਨਾ ਮਿਲ ਪਾਈ ਹੋਵੇ, ਤਾਂ ਇਹ ਚੀਜ਼ਾਂ ਵੀ ਕਾਰਨ ਹੋ ਸਕਦੀਆਂ ਨੇ ਗਲਤ ਉਚਾਰਨ ਦਾ, ਠੀਕ ਹੈ ਜੀ। ਸਹੀ ਖੁਰਾਕ ਨਾ ਮਿਲਣਾ, ਖੇਤਰੀ ਭਾਸ਼ਾ ਦਾ ਅਰਥ ਜਿਵੇਂ ਲਹੂ ਨੂੰ ਲਹੂਆ ਬੋਲਣਾ, ਠੀਕ ਹੈ। ਸਾਡੀ ਇੱਕ ਮੈਡਮ ਸੀ, ਉਹ ਇੱਕ ਉਦਾਹਰਨ ਦਿੰਦੇ ਹੁੰਦੇ ਸੀ, ਕਹਿੰਦੇ ਮੈਂ ਆਪਦੀ ਬੱਚੀ ਨੂੰ ਕਹਿੰਦੀ ਹੁੰਦੀ ਸੀ ਵੀ ਇਹ ਜਿਹੜਾ ਆਪਣੀਆਂ ਉਂਗਲਾਂ ਦੇ ਵਿੱਚ ਰੈੱਡ ਹੈ ਇਹ ਕੀ ਹੈ, ਬਲੱਡ ਹੈ। ਕਹਿੰਦੀ ਮੈਂ ਉਹਨੂੰ ਬਲੱਡ ਕਹਿਣਾ ਸਿਖਾਉਂਦੀ, ਵੀ ਮੈਂ ਉਹਨੂੰ ਕਹਿੰਦੀ ਵੀ ਇਹ ਖੂਨ ਹੈ, ਇਹ ਬਲੱਡ ਹੈ, ਇੱਦਾਂ ਮਤਲਬ ਇਹ ਸ਼ਬਦ ਸਿਖਾਇਆ ਮੈਂ ਉਹਨੂੰ। ਕਹਿੰਦੀ ਇੱਕ ਦਿਨ ਉਹਦੇ ਸੱਟ ਲੱਗੀ ਅਤੇ ਉਹ ਮੇਰੇ ਕੋਲ ਭੱਜੀ ਭੱਜੀ ਆਈ, ਕਹਿੰਦੀ ਮੰਮੀ ਲਹੂਆ ਆ ਗਿਆ, ਲਹੂਆ ਆ ਗਿਆ। ਅਤੇ ਮੈਂ ਕਹਿੰਦੀ ਮੈਡਮ ਦੱਸ ਰਹੀ ਸਾਨੂੰ, ਕਹਿੰਦੀ ਮੈਂ ਹੈਰਾਨ ਹੋਈ ਵੀ ਇਹਨੇ ਲਹੂਆ ਸ਼ਬਦ ਕਿੱਥੋਂ ਤੋਂ ਸੁਣਿਆ। ਉਹ ਤਾਂ ਕਹਿੰਦੀ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਹਦੀ ਦਾਦੀ ਨੇ ਕਿਹਾ ਹੋਣਾ, ਵੀ ਜਦੋਂ ਉਹਦੇ ਸੱਟ ਲੱਗੀ ਉਹਦੀ ਦਾਦੀ ਨੇ ਦੇਖ ਲਿਆ ਵੀ ਹਾਂ ਬੱਚੇ ਲਹੂਆ ਆ ਗਿਆ, ਵੀ ਉਹਨੇ ਲਹੂਆ ਸ਼ਬਦ ਹੀ ਫਾਕੜ ਲਿਆ ਉੱਥੇ ਤੋਂ। ਕਹਿੰਦੀ ਮੈਂ ਉਹਨੂੰ ਸਮਝਾ ਰਹੀ ਸੀ ਵੀ ਇਹ ਬਲੱਡ ਹੁੰਦਾ, ਬਲੱਡ ਹੁੰਦਾ, ਕਹਿੰਦੀ ਉਹ ਤਾਂ ਉੱਥੇ ਹੀ ਰਹਿ ਗਿਆ, ਉਹਨੇ ਇੱਕਦਮ ਲਹੂਆ ਸ਼ਬਦ ਫੜ ਲਿਆ। ਕਿਉਂਕਿ ਲੋਕ ਲਹੂ ਨੂੰ ਲਹੂਆ ਕਹਿੰਦੇ ਨੇ, ਲਹੂ ਸਹੀ ਸ਼ਬਦ ਹੋ ਸਕਦਾ ਹੈ, ਠੀਕ ਹੈ। ਖੂਨ, ਲਹੂ ਇਹ ਸਹੀ ਸ਼ਬਦ ਨੇ, ਲਹੂਆ ਕੀ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਖੇਤਰੀ ਭਾਸ਼ਾ ਮਤਲਬ ਆਪਣੇ ਸਮਾਜ ਦੇ ਵਿੱਚ ਇੱਦਾਂ ਦਾ ਉਹ ਇੱਕ ਸ਼ਬਦ ਸੀ, ਉਹ ਸ਼ਬਦ ਆਪਾਂ ਨੇ ਪਕੜ ਲਿਆ ਤਾਂ ਲਹੂਆ ਹੋ ਸਕਦਾ ਹੈ। ਇਸ ਤੋਂ ਬਿਨਾਂ ਜਲਵਾਯੂ, ਠੀਕ ਹੈ ਜੀ, ਇਹ ਕਾਰਨ ਹੋ ਸਕਦੇ ਨੇ। ਲਹਿਜਾ ਹੋ ਸਕਦਾ ਕਈ ਵਾਰ, ਸਹੀ ਇਲਾਜ ਨਾ ਹੋਣਾ, ਮਤਲਬ ਉਹੀ ਕਾਰਨ ਹੋ ਗਈ ਮੈਂ ਤੁਹਾਨੂੰ ਦੱਸਿਆ ਵੀ ਕਈ ਵਾਰ ਡਾਕਟਰੀ ਸਹਾਇਤਾ ਨਾ ਮਿਲਣੀ, ਹੈ ਨਾ। ਅਤੇ ਇਸ ਤੋਂ ਬਿਨਾਂ ਕਹਿ ਸਕਦੇ ਹਾਂ ਵੀ ਕੁਛ ਆਰਥਿਕ ਕਾਰਨਾਂ 'ਚ ਆਪਾਂ ਇਹਨਾਂ ਨੂੰ ਗਿਣ ਸਕਦੇ ਹਾਂ, ਵੀ ਆਰਥਿਕਤਾ ਵੀ ਕਮਜ਼ੋਰ ਸੀ ਉਦੋਂ ਆਪਣੇ ਘਰ ਦੀ, ਵੀ ਹਾਲਤ ਇਸ ਤਰ੍ਹਾਂ ਦੀ ਸੀ, ਬੱਚੇ ਨੂੰ ਖੁਰਾਕ ਨਹੀਂ ਮਿਲੀ, ਡਾਕਟਰੀ ਇਲਾਜ ਨਹੀਂ ਮਿਲਿਆ, ਤਾਂ ਫਿਰ ਉਹ ਉਚਾਰਨ ਗਲਤ ਹੁੰਦਾ ਹੀ ਚਲਾ ਜਾਂਦਾ ਹੈ। ਇਸ ਤੋਂ ਬਿਨਾਂ ਲਹਿਜਾ ਹੁੰਦਾ ਜੀ, ਆਪਾਂ ਇੰਗਲਿਸ਼ ਨੂੰ ਚਾਹੇ ਕਿੰਨਾ ਵੀ ਸ਼ੁੱਧ ਬੋਲ ਲਈਏ, ਪਰ ਇੱਕ ਉਸ ਵਿਅਕਤੀ ਜਿੰਨੀ ਆਪਾਂ ਸ਼ੁੱਧ ਇੰਗਲਿਸ਼ ਕਦੇ ਨਹੀਂ ਬੋਲ ਸਕਦੇ। ਜਿਹੜਾ ਬੱਚਾ ਆਪਾਂ ਕਹਿ ਸਕਦੇ ਵੀ ਇੰਗਲਿਸ਼ ਉਸਦੀ ਜਿਹੜੇ ਦੀ ਮਾਂ ਬੋਲੀ ਹੈ, ਉਹ ਆਪਣੀ ਮਾਂ ਬੋਲੀ ਨੂੰ ਜ਼ਿਆਦਾ ਬੈਟਰ ਬੋਲ ਸਕਦਾ ਹੈ। ਜਿਵੇਂ ਆਪਾਂ ਪੰਜਾਬੀ ਹੈ, ਕੋਈ ਨਵਾਂ ਪੰਜਾਬੀ ਆ ਕੇ ਸਿੱਖੇ, ਉਹ ਸ਼ਬਦਾਂ ਨੂੰ ਬੋਲਦਾ ਹੈ, ਊੜੇ ਵਾਲੇ ਨੂੰ ਮਤਲਬ ਸ਼ਬਦਾਂ ਨੂੰ ਪੰਜਾਬੀ ਦੇ ਨੂੰ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹਦਾ ਲਹਿਜਾ ਉਹ ਨਹੀਂ ਬਣਦਾ ਵੀ ਆਪਾਂ ਬਹੁਤ ਸੋਹਣੀ ਬੋਲ ਸਕਦੇ ਹਾਂ ਉਹਦੇ ਨਾਲੋਂ। ਤਾਂ ਪਰ ਜਿਹਨਾਂ ਦੀ ਇੰਗਲਿਸ਼ ਮਦਰ ਟੰਗ ਹੈ, ਮਤਲਬ ਉਹਨਾਂ ਦੀ ਮਾਤ ਭਾਸ਼ਾ ਹੈ, ਉਹ ਮਾਤ ਭਾਸ਼ਾ ਨੂੰ ਆਪਦੀ ਨੂੰ ਬਹੁਤ ਵਧੀਆ ਤਰੀਕੇ ਨਾਲ ਬੋਲ ਸਕਦੇ ਨੇ, ਕਿਉਂਕਿ ਉਹਨਾਂ ਦਾ ਲਹਿਜਾ ਹੀ ਇਸ ਤਰ੍ਹਾਂ ਦਾ, ਉਹਨਾਂ ਦੀ ਸ਼ੈਲੀ ਹੀ ਇਸ ਤਰ੍ਹਾਂ ਦੀ ਹੈ। ਆਪਾਂ ਉਹ ਸ਼ੈਲੀ ਨਹੀਂ ਵਰਤ ਸਕਦੇ, ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਪਰ ਉਹੀ ਸ਼ੈਲੀ ਆਪਣੀ ਬਣਦੀ ਨਹੀਂ, ਕਿਉਂਕਿ ਉਹਨਾਂ ਨੂੰ ਲਹਿਜਾ ਬਚਪਨ ਤੋਂ ਮਿਲੇ ਹੈ, ਉਹ ਲਹਿਜਾ ਉਹਨਾਂ ਨੇ ਢਾਲਿਆ ਹੈ, ਉਹਨਾਂ ਨੇ ਵਾਤਾਵਰਨ ਨੇ ਦਿੱਤਾ ਉਹ ਲਹਿਜਾ। ਮੌਖਿਕ ਕੌਸ਼ਲ ਵਿੱਚ ਸੁਧਾਰ ਲਈ ਅਭਿਆਸ ਅਤੇ ਕਿਰਿਆਵਾਂ, ਭਾਸ਼ਾ ਸੁਧਾਰ ਉਪਕਰਨਾਂ ਦੀ ਵਰਤੋਂ ਕਰਨੀ, ਜਿਵੇਂ ਮਾਈਕਰੋਫੋਨ। ਬੱਚੇ ਨੂੰ ਕਿਹਾ ਜਾਵੇ ਵੀ ਜਿਹੜਾ ਬੱਚਾ ਕੋਈ ਗਲਤ ਉਚਾਰਨ ਕਰਦਾ ਉਹਨੂੰ ਕਹੇ ਵੀ ਬੱਚੇ ਇਹ ਸ਼ਬਦ ਬੋਲ, ਵੀ ਮਾਈਕ ਦੇ ਸਾਹਮਣੇ ਖੜਾ ਕੇ ਵੀ ਇਹ ਸ਼ਬਦ ਬੋਲ ਰਹੇ ਬੱਚੇ, ਵੀ ਜਦੋਂ ਉਹ ਹੋ ਸਕਦਾ ਸਪੀਕਰ 'ਤੇ ਬੋਲ ਰਿਹਾ ਹੋਵੇ ਮਾਈਕ 'ਤੇ, ਤਾਂ ਉਹ ਜਦੋਂ ਸੁਣੂਗਾ ਵੀ ਅੱਛਾ ਮੈਂ ਇਹ ਸ਼ਬਦ ਨੂੰ ਉਲਟ ਬੋਲ ਗਿਆ ਵੀ ਇਹਨੂੰ ਸ਼ੇਰ, ਸ਼ੇਰ,
ਤਾਂ ਉਹ ਆਟੋਮੈਟਿਕਲੀ ਆਵਾਜ਼ ਉਹਦੀ ਖੁਦ ਦੀ ਆਵਾਜ਼ ਉਹਦੇ ਕੰਨਾਂ 'ਚ ਪਊਗੀ। ਜੇ ਵੱਡੇ ਸਪੀਕਰ 'ਤੇ ਬੋਲ ਰਿਹਾ ਤਾਂ ਉਹ ਸਮਝੂਗਾ ਵੀ ਅੱਛਾ ਇਹ ਫ਼ਰਕ ਹੈ ਵੀ ਮੈਂ ਸ਼ੇਰ ਅਤੇ ਸ਼ੇਰ ਅਲੱਗ-ਅਲੱਗ ਚੀਜ਼ਾਂ ਨੇ, ਇਹਨੂੰ ਮੈਂ ਅਲੱਗ-ਅਲੱਗ ਨਹੀਂ ਬੋਲ ਰਿਹਾ। ਤਾਂ ਇਸ ਤਰ੍ਹਾਂ ਸਮਝੂਗਾ ਉਹ। ਇਸ ਤੋਂ ਬਿਨਾਂ ਕੋਈ ਰਿਕਾਰਡਿੰਗ ਕੀਤੀ ਜਾ ਸਕਦੀ ਹੈ, ਬੱਚੇ ਦੀ ਰਿਕਾਰਡਿੰਗ ਕਰ ਲਓ, ਬਾਅਦ 'ਚ ਉਹ ਰਿਕਾਰਡਿੰਗ ਸੁਣਾਓ ਉਹਨੂੰ। ਤਾਂ ਇਸ ਤਰ੍ਹਾਂ ਭਾਸ਼ਾ ਸੁਧਾਰ ਉਪਕਰਨ ਨੇ ਜਿਹੜੇ ਉਹ ਵਰਤੇ ਜਾ ਸਕਦੇ ਨੇ। ਅਤੇ ਸ਼ੁੱਧ ਉਚਾਰਨ ਦੇ ਨਮੂਨੇ ਮੁਹੱਈਆ ਕਰਵਾਉਣਾ, ਕਹਿਣ ਦਾ ਭਾਵ ਕੀ ਹੈ ਕਿ ਬੱਚਾ ਕੋਈ ਸ਼ਬਦ ਹੈ ਜਿਹੜਾ ਉਹ ਉਹਨਾਂ ਨੂੰ ਗਲਤ ਬੋਲ ਰਿਹਾ ਹੈ, ਤਾਂ ਉੱਥੇ ਕੀ ਕੀਤਾ ਜਾ ਸਕਦਾ ਹੈ, ਬੱਚੇ ਨੂੰ ਸਹੀ ਸ਼ਬਦ ਲਿਖ ਕੇ ਉਹਦੇ ਸਾਹਮਣੇ ਰੱਖ ਦਿਓ। ਠੀਕ ਹੈ, ਜੇਕਰ ਉਹ ਪੜ੍ਹਨਾ ਸਿੱਖ ਰਿਹਾ, ਠੀਕ ਹੈ, ਉੱਥੇ ਗੱਲ ਆ ਗਈ। ਲਿਖ ਕੇ ਸ਼ਬਦ ਸਾਹਮਣੇ ਰੱਖ ਦਿਓ। ਜੇਕਰ ਉਹਨੂੰ ਪੜ੍ਹਨ ਕੌਸ਼ਲ ਉਹਦੀ ਵਿਕਸਿਤ ਹੋ ਰਹੀ ਹੈ ਤਾਂ ਉਸ ਨੂੰ ਬੋਲਣਾ ਸਿੱਖ ਜੂਗਾ ਚੰਗੇ ਤਰੀਕੇ ਨਾਲ। ਜੇਕਰ ਨਹੀਂ ਸਿੱਖਿਆ ਪੜ੍ਹਨਾ, ਤੁਸੀਂ ਉਹਨੂੰ ਸੁਣਾਓ ਵੱਧ ਤੋਂ ਵੱਧ ਸ਼ਬਦ, ਸ਼ੁੱਧ ਸ਼ਬਦ ਸੁਣਾਓ ਵੀ ਸ਼ੇਰ, ਸ਼ੇਰ, ਸੜਕ, ਇੱਦਾਂ ਹੈ ਨਾ। ਤਾਂ ਇੱਦਾਂ ਸ਼ਬਦ ਬੋਲੋ, ਮਤਲਬ ਉਹਦੇ ਸਾਹਮਣੇ ਇੱਕ ਸ਼ੁੱਧ ਨਮੂਨਾ ਰੱਖੋ, ਹੈ ਨਾ, ਵੀ ਸ਼ੁੱਧ ਉਚਾਰਨ ਇਹ ਇੱਦਾਂ ਹੋਊਗਾ। ਉਹਦੇ ਸਾਹਮਣੇ ਨਮੂਨਾ ਪੇਸ਼ ਕਰੋ, ਉਹਨੂੰ ਨਮੂਨੇ ਮੁਹੱਈਆ ਕਰਵਾਓ। ਠੀਕ ਹੈ, ਤਾਂ ਉਹਨੂੰ ਦੱਸੋ ਵੀ ਬੱਚੇ ਇੱਦਾਂ ਬੋਲਣਾ, ਇਹਨੂੰ ਦੇਖ ਇੱਦਾਂ ਬੋਲ, ਇਹਨੂੰ ਸੁਣ ਇੱਦਾਂ ਬੋਲ। ਇਹ ਆਪਾਂ ਅਲੱਗ-ਅਲੱਗ ਇਹ ਤਰੀਕੇ ਵਰਤ ਸਕਦੇ ਹਾਂ। ਅਧਿਆਪਕ ਦਾ ਉਚਾਰਨ ਸਹੀ ਹੋਵੇ, ਇਹ ਮੁੱਖ ਨੀਡ ਹੈ। ਅਤੇ ਮੌਖਿਕ ਪ੍ਰਗਟਾਅ ਦੀ ਅਭਿਆਸ 'ਤੇ ਜ਼ੋਰ, ਮਤਲਬ ਕਿ ਜਿਹੜਾ ਮੌਖਿਕ ਪ੍ਰਗਟਾਅ ਹੈ ਨਾ, ਜਿਹੜੀ ਬੋਲ ਚਾਲ ਹੈ, ਉਹ ਸ਼ੁੱਧ ਕਿਵੇਂ ਹੋਊਗੀ ਜੇਕਰ ਆਪਾਂ ਵਾਰ-ਵਾਰ ਬੋਲਾਂਗੇ। ਹੋ ਸਕਦਾ ਹੈ ਆਪਾਂ ਨੇ ਕਿਸੇ ਸ਼ਬਦ ਨੂੰ ਪੂਰੀ ਜ਼ਿੰਦਗੀ ਦੇ ਵਿੱਚ 1000 ਵਾਰ ਗਲਤ ਬੋਲਣਾ ਹੋਵੇ, ਵੀ ਆਪਾਂ 1000 ਤੋਂ ਜਦੋਂ ਇੱਕ ਵੀ ਟਪਾ ਤਾ ਆਪਾਂ ਸਹੀ ਬੋਲਣਾ ਸਿੱਖ ਜਾਵਾਂਗੇ। ਮਤਲਬ ਇੱਕ ਐਗਜ਼ਾਮਪਲ ਲਓ ਵੀ 1001ਵੀਂ ਵਾਰ ਜਦੋਂ ਆਪਾਂ ਬੋਲਾਂਗੇ ਤਾਂ ਆਪਾਂ ਉਹ ਸ਼ਬਦ ਸਹੀ ਬੋਲ ਦਾਂਗੇ। ਤਾਂ ਉਹਨੂੰ 1000 ਵਾਰ ਅੱਜ ਹੀ ਬੋਲ ਦਿਓ। ਠੀਕ ਹੈ, ਵੀ ਉਹ ਦਿਨ ਅੱਜ ਹੀ ਲੈ ਆਓ ਜਦੋਂ ਆਪਾਂ ਸ਼ੁੱਧ ਬੋਲਣਾ ਸਿੱਖਾਂਗੇ। ਕਹਿਣ ਦਾ ਭਾਵ ਇਹ ਇੱਕ ਵੈਸੇ ਗੱਲ ਸੀ ਕਿ ਆਪਾਂ ਵਾਰ-ਵਾਰ ਜਦੋਂ ਅਭਿਆਸ ਕਰਾਂਗੇ ਤਾਂ ਵੀ ਮੌਖਿਕ ਪ੍ਰਗਟਾਅ ਆਪਣਾ ਸਹੀ ਹੋਊਗਾ। ਇਸ ਤੋਂ ਬਿਨਾਂ ਹੈ ਜੀ ਵਿਗਿਆਨਿਕ ਅਧਿਆਪਨ ਵਿਧੀਆਂ 'ਤੇ ਵਰਤਣਾ। ਠੀਕ ਹੈ, ਅਧਿਆਪਨ ਵਿਧੀਆਂ ਵਰਤਣੀਆਂ ਵਧੀਆ। ਇਸ ਤੋਂ ਬਿਨਾਂ ਵਾਰ-ਵਾਰ ਅਭਿਆਸ ਕਰਨਾ, ਡਾਕਟਰੀ ਇਲਾਜ, ਵਾਦ ਵਿਵਾਦ, ਵਾਰਤਾਲਾਪ, ਇਹ ਸਭ ਚੀਜ਼ਾਂ ਆਉਣਗੀਆਂ। ਠੀਕ ਹੈ ਜੀ, ਵਾਰਤਾਲਾਪ, ਡਾਕਟਰੀ ਇਲਾਜ ਇੰਪੋਰਟੈਂਟ ਹੈ। ਜਿਵੇਂ ਤੁਹਾਨੂੰ ਕੰਨ ਵਾਲੀ ਐਗਜ਼ਾਮਪਲ ਦਿੱਤੀ ਸੀ ਵੀ ਹੋ ਸਕਦਾ ਉਹਦੇ ਅੰਦਰ ਹਾਲੇ ਧੁਨੀਆਂ ਗਈਆਂ ਹੀ ਨਹੀਂ, ਵੀ ਉਹਨੂੰ ਪਤਾ ਹੀ ਨਹੀਂ ਹਲੇ, ਹੈ ਨਾ, ਵੀ ਇਹਨੂੰ ਬੋਲਣਾ ਕਿਵੇਂ ਹੈ। ਤਾਂ ਉੱਥੇ ਡਾਕਟਰੀ ਇਲਾਜ ਦੀ ਵੀ ਲੋੜ ਪਊਗੀ, ਵੀ ਹੋ ਸਕਦਾ ਉਹਦੇ ਕੰਨ 'ਚ ਕੋਈ ਦਿੱਕਤ ਹੋਵੇ, ਉਹ ਕੰਨ ਨੂੰ ਸਹੀ ਕਰਵਾਉਣਾ, ਉੱਥੇ ਡਾਕਟਰੀ ਇਲਾਜ ਦੀ ਲੋੜ ਪਊਗੀ। ਇਕੱਲੀਆਂ ਅਧਿਆਪਨ ਵਿਧੀਆਂ ਵੀ ਉੱਥੇ ਕੁਝ ਨਹੀਂ ਕਰਦੀਆਂ। ਇਸ ਤੋਂ ਬਿਨਾਂ ਇੱਕ ਗੱਲ ਤੁਹਾਨੂੰ ਦੇ ਨਾਲ ਹੋਰ ਡਿਸਕਸ ਕਰਨੀ ਸੀ ਕਿ ਜਿਵੇਂ ਤੁਹਾਨੂੰ ਉਹ ਐਗਜ਼ਾਮਪਲ ਦਿੱਤੀ ਆਪਾਂ ਨੇ, ਹੈ ਨਾ, ਵੀ ਜਿਹੜੇ ਬੱਚੇ ਨੂੰ ਲਿਖਣ 'ਚ ਪ੍ਰੋਬਲਮ ਹੈ ਤਾਂ ਉਹਨੂੰ ਪੜ੍ਹਨ 'ਚ ਪ੍ਰੋਬਲਮ ਹੋਊਗੀ। ਅਤੇ ਇਸ ਤੋਂ ਬਿਨਾਂ ਜੇਕਰ ਕੋਈ ਬੋਲਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਹੈ, ਇਹਦਾ ਮਤਲਬ ਉਹਦੀ ਸੁਣਨ ਦੀ ਪ੍ਰੋਬਲਮ ਹੈ। ਵੀ ਉਹ ਕੀ ਕਰਦੇ ਨੇ, ਜਿਵੇਂ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰੋ, ਤਾਂ ਇਹ ਵੀ ਤਾਂ ਦੇਖੋ ਵੀ ਉਹ ਬੋਲਣਾ ਨਹੀਂ ਸਿੱਖ ਰਿਹਾ, ਇਹਦਾ ਮਤਲਬ ਉਹ ਸੁਣਦਾ ਵੀ, ਉੱਚਾ ਵੀ ਸੁਣਦਾ ਇਹਨੂੰ। ਠੀਕ ਹੈ, ਇਹ ਫੈਕਟ ਹੈ ਇੱਕ, ਪਰ ਇਹ ਸਾਰਿਆਂ 'ਤੇ ਆਪਾਂ ਕਹਿ ਸਕਦੇ ਵੀ ਅਪਲਾਈ ਨਾ ਹੋਵੇ, ਕੋਈ ਜ਼ਰੂਰੀ ਤਾਂ ਨਹੀਂ ਹੁੰਦਾ। ਠੀਕ ਹੈ, ਬਸ ਜਿਹੜਿਆਂ 'ਤੇ ਅਪਲਾਈ ਹੋ ਜਾਏਗਾ ਵਧੀਆ, ਕਿਉਂਕਿ ਇਹ ਕੀ ਹੁੰਦਾ, ਇੱਕ ਜਨਰਲ ਕੇਸ ਹੁੰਦਾ, ਸਾਰਿਆਂ 'ਤੇ ਅਪਲਾਈ ਹੋ ਵੀ ਸਕਦਾ, ਮਤਲਬ 50% 'ਤੇ ਅਪਲਾਈ ਹੋ ਗਈ। ਇਸ ਤੋਂ ਬਿਨਾਂ ਭਾਸ਼ਣ, ਠੀਕ ਹੈ ਜੀ, ਭਾਸ਼ਣ ਸਿਖਾਉਣੀ, ਮਤਲਬ ਭਾਸ਼ਣ ਦੇ ਨਾਲ ਇੱਕ ਸਫਲ ਬੁਲਾਰੇ ਪੈਦਾ ਕੀਤੇ ਜਾ ਸਕਦੇ ਨੇ ਸਮਾਜ ਦੇ ਵਿੱਚ। ਠੀਕ ਹੈ, ਤਾਂ ਭਾਸ਼ਣ ਜਿਹੜਾ ਇਸ ਦਾ ਮੁੱਖ ਇੱਕ ਅਭਿਆਸ ਹੈ, ਵੀ ਵਾਰ-ਵਾਰ ਭਾਸ਼ਣ ਦੇ ਰਿਹਾ, ਜਿਹੜਾ ਉਹ ਅਭਿਆਸ ਉਹਦਾ ਇੰਨਾ ਹੋ ਜਾਂਦਾ ਵੀ ਉਹ ਭਾਸ਼ਣ ਦੇਣਾ ਸਿੱਖ ਜਾਂਦਾ। ਜਿਵੇਂ ਇੱਕ ਕੀ ਸੀ, ਕੋਈ ਰਾਜਨੀਤਿਕ ਲੀਡਰ ਸੀ, ਹੈ ਨਾ, ਕਹਿ ਸਕਦੇ ਇੱਕ ਲੀਡਰ ਸੀ, ਉਸ ਨੇ ਕਿਹਾ ਆਪਦੇ ਪੁੱਤਰ ਨੂੰ, ਕਹਿੰਦਾ ਵੀ ਮੈਂ ਤੈਨੂੰ ਵੀ, ਕਹਿੰਦਾ ਇਸ ਤੋਂ ਬਾਅਦ ਮੇਰੇ ਤੋਂ ਬਾਅਦ ਤੈਨੂੰ ਟਿਕਟ ਮਿਲਿਆ ਕਰੂਗੀ, ਕਹਿੰਦਾ ਮੈਂ ਤੈਨੂੰ ਰਾਜਨੀਤੀ ਦੇ ਵਿੱਚ ਲਾਂਚ ਕਰ ਦੂੰਗਾ। ਠੀਕ ਹੈ, ਅਤੇ ਕਹਿੰਦਾ ਵੀ ਤੂੰ ਰਾਜਨੀਤੀ ਦੇ ਵਿੱਚ ਆ ਜਾਏਗਾ ਮੇਰੇ ਤੋਂ ਬਾਅਦ। ਕਹਿੰਦਾ ਚੱਲ ਤੂੰ ਐਂ ਕਰ, ਕਹਿੰਦਾ ਭਾਸ਼ਣ ਦੇਣਾ ਸਿੱਖ ਲੈ। ਉਸ ਤੋਂ ਬਾਅਦ ਉਹਨੇ ਭਾਸ਼ਣ ਦੇਣਾ ਸਿੱਖਣ ਲਈ ਕੀ ਕਹਿੰਦਾ, ਉਹਨੇ ਆਪਦੇ ਮੁੰਡੇ ਨੂੰ ਕਿਸੇ ਕੋਲ ਭੇਜਤਾ, ਸਪੀਕਰ ਸੀ ਕੋਈ ਵਧੀਆ ਤਗੜਾ ਜਿਹੜਾ ਟ੍ਰੇਨਿੰਗ ਦਿੰਦਾ ਸੀ, ਉਹਦੇ ਕੋਲ ਭੇਜਤਾ। ਉਹ ਟ੍ਰੇਨਿੰਗ ਨੇ ਕੀ ਕੀਤਾ ਕਿ ਟ੍ਰੇਨਰ ਸੀ ਜਿਹੜਾ, ਉਹਨੇ ਕੀ ਕੀਤਾ, ਮਤਲਬ ਪਹਿਲੇ ਦਿਨ ਬੁਲਾਰਾ ਸੀ ਜਿਹੜਾ, ਉਹਨੂੰ ਬੁਲਾਇਆ। ਠੀਕ ਹੈ, ਮਤਲਬ ਉਹ ਮੁੰਡੇ ਨੂੰ ਬੁਲਾਇਆ, ਲੀਡਰ ਦੇ ਮੁੰਡੇ ਨੂੰ ਬੁਲਾਇਆ, ਅਤੇ ਉਹ ਕਹਿੰਦਾ ਜਿਹੜਾ ਟ੍ਰੇਨਰ ਸੀ, ਕਹਿੰਦਾ ਆ ਬਈ ਹਾਂ, ਕਹਿੰਦਾ ਐਵੇਂ ਬੋਲੀ, ਕਹਿੰਦਾ ਇਹ ਸਾਹਮਣੇ ਖੜ੍ਹ ਜੀ। ਉਹਦੇ ਸਾਹਮਣੇ ਇੱਕ ਵੈਸੇ ਇੱਕ ਮੈਕ ਰੱਖਤਾ, ਹੈ ਨਾ, ਅਤੇ ਉਸ ਤੋਂ ਬਾਅਦ ਉਹਦੇ ਸਾਹਮਣੇ ਆਪ ਖੜ੍ਹ ਗਿਆ। ਉਹ ਕਹਿੰਦਾ ਅੱਜ ਮੈਂ ਤੇਰੇ ਸਾਹਮਣੇ ਇਕੱਲਾ, ਕਹਿੰਦਾ ਬੋਲ। ਉਹ ਬੋਲਿਆ, ਕੋਸ਼ਿਸ਼ ਕੀਤੀ। ਅਗਲੇ ਦਿਨ ਫੇਰ ਉਹਨੇ ਸਾਹਮਣੇ ਖੜ੍ਹ ਕੇ ਖੁਦ ਨੂੰ ਬੁਲਾਇਆ। ਅਗਲੇ ਦਿਨ ਉਹ ਕਹਿੰਦਾ ਉਹਨੇ ਉਹਦੇ ਸਾਹਮਣੇ 2 ਕੁਰਸੀਆਂ ਰੱਖਤੀਆਂ, ਕਹਿੰਦਾ ਇਹ ਮੰਨ ਲੈ ਵੀ ਇਹ 2 ਕੁਰਸੀਆਂ ਨੇ, ਇੱਥੇ 2 ਬੰਦੇ ਬੈਠੇ, ਕਹਿੰਦਾ ਤੂੰ ਇਹਨਾਂ ਨੂੰ ਭਾਸ਼ਣ ਦੇ। ਇਸ ਤਰ੍ਹਾਂ ਉਹਨੇ 2 ਕੁਰਸੀਆਂ ਰੱਖ ਕੇ ਸਾਹਮਣੇ ਕੀ ਕੀਤਾ, ਬੋਲਿਆ, ਮਤਲਬ ਉਹਨੂੰ ਇੱਕ ਲੈਟਰ ਦੇ ਤਾ ਵੀ ਇਹ ਬੋਲੀ ਚੱਲ, ਉਹ ਬੋਲੀ ਚੱਲਿਆ। ਇਸ ਤੋਂ ਬਾਅਦ ਉਹਦੇ ਸਾਹਮਣੇ 5 ਕੁਰਸੀਆਂ ਰੱਖਤੀਆਂ, ਉਹ 5 ਕੁਰਸੀਆਂ ਦੇ ਨੂੰ ਸਾਹਮਣੇ ਰੱਖ ਕੇ ਫਿਰ ਵੀ ਬੋਲ ਲਿਆ। ਫਿਰ ਉਹਦੇ ਸਾਹਮਣੇ 15 ਕੁਰਸੀਆਂ ਰੱਖਤੀਆਂ, 20 ਰੱਖਤੀਆਂ, 100 ਕੁਰਸੀਆਂ ਰੱਖਤੀਆਂ। ਅਤੇ ਉਸ ਤੋਂ ਬਾਅਦ ਟ੍ਰੇਨਰ ਸੀ ਜਿਹੜਾ, ਕਹਿੰਦਾ ਲਓ ਜੀ, ਮਤਲਬ ਲੀਡਰ ਕੋਲ ਆਇਆ, ਕਹਿੰਦਾ ਲੈ ਇਹ ਜੀ ਮੁੰਡੇ ਨੂੰ ਮੈਂ ਟ੍ਰੇਨਿੰਗ ਦੇ ਤੀ, ਇਹ 100 ਬੰਦਿਆਂ ਨੂੰ ਸੰਬੋਧਨ ਕਰਨਾ ਸਿੱਖ ਗਿਆ। ਕਹਿੰਦਾ ਇਹਦੇ ਸਾਹਮਣੇ ਮੈਂ 100 ਕੁਰਸੀਆਂ ਰੱਖਤੀਆਂ ਸੀ, ਇਹ 100 ਕੁਰਸੀਆਂ ਦੇ ਸਾਹਮਣੇ ਵੀ ਭਾਸ਼ਣ ਦਿੰਦੇ ਹੋਏ ਕਹਿੰਦਾ ਕੀ ਹੋ ਗਿਆ, ਕੰਬਿਆ ਨਹੀਂ, ਇਹਦਾ ਕੁਛ ਨਹੀਂ ਹੋਇਆ, ਮਤਲਬ ਸਹੀ ਪੂਰਾ ਧਮਾਕੇਦਾਰ ਭਾਸ਼ਣ ਦੇ ਆਇਆ।
ਪਰ ਉਸ ਤੋਂ ਬਾਅਦ ਉਹ ਲੀਡਰ ਨੇ ਸੋਚਿਆ ਵੀ ਚੱਲ ਇਹ ਤਾਂ ਕਮਾਲ ਹੋ ਗਈ, ਅਤੇ ਉਹ ਉਹਨੂੰ ਰੈਲੀ 'ਚ ਲੈ ਗਿਆ ਉਹਦੇ ਨਾਲ। ਜਦੋਂ ਉਹਦੇ ਸਾਹਮਣੇ ਮਤਲਬ ਛੋਟੀ ਜਿਹੀ ਰੈਲੀ ਸੀ, 100 ਕੁ ਜਣੇ ਸੀ, ਠੀਕ ਹੈ। ਜਦੋਂ 100 ਜਣਾ ਉਹਦੇ ਸਾਹਮਣੇ ਖੜਿਆ ਅਤੇ ਉਹ ਲੀਡਰ ਦਾ ਮੁੰਡਾ ਆਇਆ ਬੋਲਣ ਵਾਸਤੇ। ਜਦੋਂ ਉਹਨੇ ਹਾਲੇ ਬੋਲਣਾ ਸ਼ੁਰੂ ਹੀ ਕੀਤਾ ਸੀ, ਉਹਨੇ ਭਾਸ਼ਣ ਦੇ ਵਿੱਚ ਮੁੰਡੇ ਨੇ ਪਹਿਲੀ ਗੱਲ ਹੀ ਕੀ ਕਹਿਤੀ, ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਕੁਰਸੀਆਂ ਕੁਰਸੀਆਂ ਹੀ ਨੇ, ਬੰਦੇ ਬੰਦੇ ਹੀ ਨੇ, ਕਹਿੰਦਾ। ਅਤੇ ਉਹਦੀ ਲੱਤਾਂ ਕੰਬ ਗਈਆਂ ਉਹਦੀਆਂ, ਉਹ ਤਾਂ ਉਹਦੀ ਸਟੇਜ ਤੋਂ ਉਤਰਿਆ। ਕਹਿਣ ਦਾ ਭਾਵ ਕੀ ਸੀ ਕਿ ਭਾਸ਼ਣ ਜਿਹੜਾ ਉਹ ਦੇਣਾ ਸਿੱਖਣਾ ਆਪਾਂ ਨੇ, ਉਹ ਅਸਲੀ ਆਡੀਅੰਸ ਦੇ ਵਿੱਚ ਹੀ ਸਿੱਖਿਆ ਜਾ ਸਕਦਾ ਹੈ, ਕਿਉਂਕਿ ਅਸਲੀ ਆਡੀਅੰਸ ਆਪਣੇ ਨਾਲ ਕੀ ਕਰੂਗੀ, ਅਟਰੈਕਟ ਕਰੂਗੀ, ਉਹਦੇ ਨਾਲ ਆਈ ਕੰਟੈਕਟ ਬਣੂਗਾ ਆਪਣਾ, ਉਹ ਰਿਐਕਸ਼ਨ ਕਰੂਗੀ, ਆਪਾਂ ਨੂੰ ਪਤਾ ਲੱਗੂਗਾ ਵੀ ਸਾਹਮਣੇ ਵਾਲਾ ਸੁਣ ਰਿਹਾ ਨਹੀਂ ਸੁਣ ਰਿਹਾ, ਉਹ ਕੋਈ ਗੱਲ ਕਹਿ ਰਿਹਾ, ਬੋਲ ਰਿਹਾ ਹੈ। ਹੁਣ ਕੁਰਸੀਆਂ ਸਾਹਮਣੇ ਬੋਲ ਕੇ ਲੈਣਗੀਆਂ ਥੋੜ੍ਹੀ, ਕੁਰਸੀਆਂ ਗੱਲਾਂ ਥੋੜ੍ਹੀ ਕਰਨਗੀਆਂ। ਜਦੋਂ ਗੱਲਾਂ ਕਰ ਰਹੇ ਆ ਸਾਹਮਣੇ ਵਾਲਾ, ਆਪਾਂ ਭਾਸ਼ਣ ਦੇ ਰਹੇ ਹਾਂ, ਤਾਂ ਆਪਾਂ ਡਿਸਟਰੈਕਸ਼ਨ ਹੁੰਦੀ ਆਪਣੀ ਕ੍ਰੀਏਟ, ਆਪਣਾ ਧਿਆਨ ਹਟਦਾ। ਪਰ ਉਹ ਧਿਆਨ ਨੂੰ ਕਿਵੇਂ ਕਾਬੂ ਰੱਖਣਾ, ਉਹ ਆਪਾਂ ਨੂੰ ਭਾਸ਼ਣ ਦੇਖ ਕੇ ਹੀ ਪਤਾ ਲੱਗ ਸਕਦਾ ਹੈ। ਇਸ ਤਰ੍ਹਾਂ ਭਾਸ਼ਣ ਜਿਹੜਾ ਉਹ ਜ਼ਰੂਰੀ ਹੈ। ਇਸ ਕੌਸ਼ਲ ਨੂੰ ਵਿਕਸਿਤ ਕਰਨ ਦੇ ਲਈ ਪ੍ਰਸ਼ਨ ਉੱਤਰ ਵਿਧੀ ਅਪਣਾਈ ਜਾ ਸਕਦੀ ਹੈ। ਕਵਿਤਾ ਦਾ ਗਾਇਨ ਕੀਤਾ ਜਾ ਸਕਦਾ ਹੈ ਨਾ। ਕਵਿਤਾ ਨੂੰ ਜਦੋਂ ਵੱਧ ਤੋਂ ਵੱਧ ਬੋਲਾਂਗੇ, ਆਪਾਂ ਗਾਵਾਂਗੇ, ਆਪਣੇ ਅੰਦਰ ਰਸ ਪੈਦਾ ਹੋਊਗਾ ਵੀ ਉਹ ਚੀਜ਼ ਨੂੰ ਆਪਾਂ ਬੋਲਣਾ ਸਿੱਖਾਂਗੇ, ਸ਼ਬਦਾਂ ਨੂੰ ਮੋਡੀਫਾਈ ਕਰਨਾ ਸਿੱਖਾਂਗੇ। ਤਾਂ ਕਵਿਤਾ ਗਾਇਨ, ਇਸ ਤੋਂ ਬਿਨਾਂ ਅੰਤਰਾਕਸ਼ੀ, ਕਹਾਣੀ ਸੁਣਾਉਣਾ ਅਤੇ ਕਹਿਣਾ, ਹੈ ਨਾ, ਵੀ ਕਹਾਣੀ ਪਹਿਲਾਂ ਆਪਾਂ ਨੇ ਸੁਣ ਲਈ, ਫਿਰ ਉਸ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਇਆ। ਇਸ ਤਰ੍ਹਾਂ ਆਪਣੇ ਆਪ ਨੂੰ ਵਿਅਕਤ ਕਰਨਾ ਅਸੀਂ ਸਿੱਖ ਸਕਦੇ ਹਾਂ। ਨਾਟਕ ਅਤੇ ਅਭਿਨੇ, ਠੀਕ ਹੈ ਜੀ, ਇਹ ਮੁੱਖ ਪੁਆਇੰਟ ਆ ਗਈ। ਸੰਵਾਦ ਪਾਠ, ਉੱਚੀ ਪਾਠ ਮੋਸਟ ਇੰਪੋਰਟੈਂਟ ਹੈ ਜੀ। ਪਾਠ ਨੂੰ ਉੱਚੀ ਉੱਚੀ ਬੋਲ ਕੇ ਪੜ੍ਹਨਾ, ਠੀਕ ਹੈ। ਜਿਵੇਂ ਆਪਾਂ ਬੱਚੇ ਨੂੰ ਤੁਸੀਂ ਕੋਈ ਕਵਿਤਾ ਦੇ ਦਿਓ, ਉਹਨੂੰ ਜਿੰਨਾ ਉੱਚੀ ਬੋਲ ਕੇ ਪੜ੍ਹੂਗਾ, ਉਸ ਨੂੰ ਖੁਦ ਵੀ ਆਨੰਦ ਵੀ ਆਊਗਾ, ਅਤੇ ਉਹਦੀ ਜਿਹੜੀ ਕੌਸ਼ਲ ਉਹ ਵਿਕਸਿਤ ਹੋ ਰਹੀ ਹੈ, ਠੀਕ ਹੈ। ਤਾਂ ਉਹ ਆਪਣੇ ਸ਼ਬਦਾਂ ਨੂੰ ਉੱਚੀ ਕਰਨ ਦੇ ਲਈ ਉਹਨਾਂ ਨੂੰ ਵਧੀਆ ਉਚਾਰਨ ਕਰ ਰਿਹਾ, ਸ਼ੁੱਧ ਉਚਾਰਨ ਕਰ ਰਿਹਾ, ਠਹਿਰਾ ਦੇ ਰਿਹਾ ਆਪਣੀ ਗੱਲ ਦੇ ਵਿੱਚ, ਤਾਂ ਇਹ ਚੀਜ਼ਾਂ ਆਟੋਮੈਟਿਕਲੀ ਸਿੱਖੂਗਾ ਬੱਚਾ। ਤਾਂ ਉੱਚੀ ਪਠਨ ਇਹ ਇਹਦਾ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਿਓ। ਨੈਕਸਟ ਜੀ ਡਿਕਟੇਸ਼ਨ। ਡਿਕਟੇਸ਼ਨ ਇਸ ਦੇ ਵਿੱਚ ਆ ਜਾਊਗੀ। ਸਮੂਹਿਕ ਚਰਚਾ ਆ ਜਾਊਗੀ ਇਹਦੇ ਵਿੱਚ। ਸਿੰਪੋਜ਼ੀਅਮ, ਇਹ ਸਿੰਪੋਜ਼ੀਅਮ ਇੱਕ ਮਤਲਬ ਕਹਿ ਸਕਦੇ ਹਾਂ ਤਰੀਕਾ ਹੈ। ਕੀ ਹੁੰਦਾ ਹੈ ਕਿ ਬੱਚੇ ਨੂੰ ਇੱਕ ਪੇਪਰ ਦੇ ਦਿੱਤਾ, ਮੰਨੀ ਚਲੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਤੁਸੀਂ ਆਪਣੀ ਕਲਾਸ ਦੇ ਵਿੱਚ ਇੱਕ ਬੱਚੇ ਨੂੰ ਇੱਕ ਪੇਜ ਦੇ ਦਿੱਤਾ ਖਾਲੀ, ਕਹਿੰਦਾ ਵੀ ਬੱਚੇ ਇਹਦੇ ਉੱਤੇ ਕੁਛ ਡਰਾਇੰਗ ਬਣਾ, ਉਹਨੂੰ ਪੈਨਸਲ ਫੜਾਤੀ, ਰੇਜ਼ਰ ਵਗੈਰਾ ਸਮਾਨ ਦੇ ਦਿੱਤਾ, ਤਾਂ ਉਹਨੇ ਕੋਈ ਮਤਲਬ ਉਹਦੇ 'ਤੇ ਕੀ ਬਣਾਤਾ, ਮੰਨੀ ਚਲੋ ਇੱਕ ਬੰਦਾ ਜਿਹਾ ਛਾਪਤਾ, ਉਹਦੇ ਹੱਥ 'ਚ ਇੱਕ ਸੰਗਲੀ ਫੜਾਤੀ, ਸੰਗਲੀ ਮਤਲਬ ਕੁੱਤਾ ਸੀ, ਇੱਕ ਉਹ ਕੁੱਤੇ ਦੀ ਸੰਗਲੀ ਫੜਾਤੀ, ਮਤਲਬ ਉਹਨੇ ਆਪਦੀ ਇੱਕ ਮਤਲਬ ਇੱਕ ਫੋਟੋ 'ਚ ਛਾਪ ਲਈ ਬੱਚੇ ਨੇ ਪੈਨਸਲ ਨਾਲ, ਠੀਕ ਹੈ। ਉਸ ਤੋਂ ਬਾਅਦ ਅਧਿਆਪਕ ਉਹਨੂੰ ਪੁੱਛੂਗਾ ਕਿ ਹਾਂ ਬੱਚੇ ਦੱਸੋ ਤੁਸੀਂ ਨੇ ਕੀ ਛਾਪਿਆ। ਉਹ ਕਹੂਗਾ ਵੀ ਇਹ ਮੇਰਾ ਦੋਸਤ ਹੈ, ਅਤੇ ਉਹ ਬੱਚਾ ਦੱਸੂਗਾ ਵੀ ਇਹ ਮੇਰਾ ਦੋਸਤ ਹੈ। ਅਤੇ ਉਸ ਤੋਂ ਬਾਅਦ ਬੱਚਾ ਉਹਨੂੰ ਮਤਲਬ ਉਹ ਕਰੂਗਾ, ਐਕਸਪਲੇਨ ਕਰੂਗਾ ਉਹ ਚੀਜ਼ ਨੂੰ, ਕਹੂਗਾ ਵੀ ਇਹ ਮੇਰਾ ਦੋਸਤ ਹੈ, ਇਹ ਇਹਦਾ ਕੁੱਤਾ ਹੈ ਫਲਾਣਾ, ਇਹ ਫਲਾਣਾ ਕੁੱਤੇ ਨੂੰ ਇਹ ਘੁਮਾਉਣ ਲਈ ਜਾ ਰਿਹਾ, ਇਹਨੇ ਹੱਥ 'ਚ ਸੰਗਲੀ ਫੜੀ ਹੋਈ ਹੈ। ਤਾਂ ਮਤਲਬ ਕੁੱਲ ਮਿਲਾ ਕੇ ਬੱਚੇ ਨੇ ਜਿਹੜੀ ਚੀਜ਼ ਖੁਦ ਬਣਾਈ ਹੈ ਉਸ ਚੀਜ਼ ਨੂੰ ਹੀ ਉਹ ਕੀ ਕਰੂਗਾ, ਐਕਸਪਲੇਨ ਕਰੂਗਾ। ਇਹ ਇੱਕ ਵਿਧੀ ਹੈ ਸਿੰਪੋਜ਼ੀਅਮ, ਠੀਕ ਹੈ, ਜਿਹਨੂੰ ਨੋਟ ਕਰ ਲਿਓ। ਤਾਂ ਇਸ ਦੇ ਵਿੱਚ ਸਵਾਲ ਜਵਾਬ ਬਾਅਦ ਵਿੱਚ ਕੀਤੇ ਜਾਣਗੇ। ਅਧਿਆਪਕ ਉਹਨੂੰ ਸਵਾਲ ਕਰੂਗਾ ਹੈ ਨਾ, ਵੀ ਇਹ ਕੀ ਛਾਪਿਆ, ਇਹ ਪਿੱਛੇ ਕੀ ਛਾਪਿਆ ਬੱਚੇ, ਇਹ ਕੀ ਹੈ, ਇੱਦਾਂ ਮਤਲਬ ਅਧਿਆਪਕ ਉਹਨੂੰ ਪੁੱਛੂਗਾ, ਤਾਂ ਉਹਦੇ ਮਨ ਵਿੱਚ ਵੀ ਕਲਿੱਕ ਕਰੂਗਾ ਵੀ ਹਾਂ ਮੈਂ ਕੀ ਛਾਪਿਆ, ਦੱਸੂਗਾ। ਨੈਕਸਟ ਹੈ ਜੀ ਵਿਚਾਰ ਪਰਿਸ਼ਦ, ਮਤਲਬ ਕਿ ਇੱਕ ਸਮੱਸਿਆ ਚੁਣ ਲਈ ਜਾਵੇ ਅਤੇ ਬਾਅਦ ਵਿੱਚ ਉਸ 'ਤੇ ਚਰਚਾ ਕੀਤੀ ਜਾਵੇ, ਇਹ ਵਿਚਾਰ ਪਰਿਸ਼ਦ ਹੋ ਸਕਦਾ ਹੈ। ਇਸ ਤੋਂ ਬਿਨਾਂ ਬਹਿਸ, ਠੀਕ ਹੈ ਜੀ, ਚਰਚਾ, ਗੋਸ਼ਟੀ, ਠੀਕ ਹੈ, ਗੋਸ਼ਟੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਵਾਦ ਵਿਵਾਦ, ਸੰਵਾਦ ਰਚਾਇਆ ਜਾ ਸਕਦਾ ਹੈ। ਤਾਂ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਨੂੰ ਕਰਕੇ ਅਸੀਂ ਕੀ ਕਰ ਸਕਦੇ ਹਾਂ, ਆਪਣੇ ਆਪ ਵਿੱਚ ਬੋਲ ਚਾਲ ਦੀ ਕੌਸ਼ਲ ਹੈ ਜਿਹੜੀ ਉਸ ਨੂੰ ਵਿਕਸਿਤ ਕਰ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਇਸ ਕਲਾਸ ਦੇ ਵਿੱਚ ਅਸੀਂ ਨੇ ਅੱਜ ਜੀ 2 ਕੌਸ਼ਲ ਨੇ ਜਿਹੜੀਆਂ ਉਹ ਵਿਕਸਿਤ ਕਰ ਲਈਆਂ ਨੇ, ਕਹਿ ਸਕਦੇ ਹਾਂ, ਠੀਕ ਹੈ, ਪੂਰਾ ਡਿਟੇਲ ਦੇ ਵਿੱਚ ਕਰ ਲਿਆ। ਤਾਂ ਅਸੀਂ ਇਹ 2 ਕੌਸ਼ਲਾਂ ਨੂੰ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਸੁਣਨ ਅਤੇ ਸਮਝਣ ਕੌਸ਼ਲ ਕੰਪਲੀਟ ਹੋ ਗਈ, ਬੋਲ ਚਾਲ ਜਾਂ ਕਹਿ ਲਓ ਮੌਖਿਕ ਕੌਸ਼ਲ ਇਹ ਕੰਪਲੀਟ ਹੋ ਗਈ। ਇਸ ਤੋਂ ਬਿਨਾਂ ਬਾਕੀ 2 ਕੌਸ਼ਲਸ ਰਹਿ ਗਏ, ਇਹਨਾਂ ਨੂੰ ਅਸੀਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।